ਹੈਲੋ ਫਰੈਂਡਸ, ਵੈਲਕਮ ਬੈਕ। ਯਦੂ ਐਜੂਕੇਸ਼ਨ ਦੇ ਅੱਜ ਦੀ ਕਲਾਸ ਦੇ ਸੈਸ਼ਨ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੀ ਕਲਾਸ ਸਾਡੇ ਵਾਸਤੇ ਬਹੁਤ ਹੀ ਇੰਪੋਰਟੈਂਟ ਕਲਾਸ ਹੈ। ਤੁਸੀਂ ਕਾਫੀ ਲੰਬੇ ਸਮੇਂ ਤੋਂ ਕਹਿ ਰਹੇ ਸੀ ਵੀ ਪੋਲੀਟੀਕਲ ਸਾਇੰਸ ਲੈਕਚਰਰ ਦਾ ਜਿਹੜਾ ਪੇਪਰ ਉਹ ਕਰਵਾਇਆ ਜਾਵੇ, ਤਾਂ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਪੋਲੀਟੀਕਲ ਸਾਇੰਸ ਦਾ ਲੈਕਚਰਰ ਦਾ ਪੇਪਰ। ਇਹਦੇ ਵਿੱਚ ਅਸੀਂ ਫੁੱਲ ਕਲਾਸ ਕਰਾਂਗੇ। ਅੱਜ 150 ਕੁਐਸਚਨ ਨੇਗੇ। 2016 ਦਾ ਇਹ ਪੇਪਰ ਹੈ। ਲੈਕਚਰਰ ਦੀ ਵੈਕੈਂਸੀਜ਼ ਆਈਆਂ ਸੀਗੀਆਂ, ਕਾਫੀ ਜ਼ਿਆਦਾ ਵੈਕੈਂਸੀ ਸੀ। ਇਹਦੇ ਵਿੱਚ 150 ਦੇ ਕਰੀਬ ਵੈਕੈਂਸੀ ਸੀਗੀਆਂ, ਤੇ ਅਸੀਂ ਇਸ ਵਾਰ ਵੀ ਐਕਸਪੈਕਟ ਕਰਦੇ ਹਾਂ ਵੀ ਹੋ ਸਕਦਾ ਵੀ ਕਾਫੀ ਮਾਤਰਾ 'ਚ ਵੈਕੈਂਸੀਜ਼ ਆਉਣ। ਤਾਂ ਇਹ ਪੇਪਰ ਤੁਹਾਡਾ ਦੋ ਪੱਖਾਂ ਤੋਂ ਤੁਹਾਨੂੰ ਫਾਇਦਾ ਦੇਊਗਾ। ਇੱਕ ਤਾਂ ਲੈਕਚਰਰ ਦੇ ਤੌਰ ਤੇ ਫਾਇਦਾ ਦੇਊਗਾ, ਇੱਕ ਤੁਸੀਂ ਜੇ ਮਾਸਟਰ ਗ੍ਰੇਡ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਪੋਲੀਟੀਕਲ ਸਾਇੰਸ ਦੇ ਨਾਲ, ਤਾਂ ਤੁਹਾਨੂੰ ਉੱਥੇ ਫਾਇਦਾ ਦੇਊਗਾ ਇਹ। ਤਾਂ ਮੈਂ ਤੁਹਾਨੂੰ ਦੱਸੂਗਾ। ਇਹਦੇ ਵਿੱਚ ਆਪਾਂ ਦੇਖਾਂਗੇ, ਇਹਦੇ ਵਿੱਚ ਬਹੁਤ ਸਾਰੇ ਜਿਹੜੇ ਕੁਐਸਚਨ ਨੇਗੇ ਉਹ ਲੈਕਚਰਰ ਦੇ ਪੇਪਰ ਦੇ ਵਿੱਚੋਂ ਹੀ ਮਾਸਟਰ ਗ੍ਰੇਡ ਦੇ ਨਾਲ ਕੋਰਿਲੇਟ ਕੀਤੇ ਗਏ ਨੇਗੇ, ਤਾਂ ਉਹਦੇ ਨਾਲ ਮਿਲਦਾ ਜੁਲਦਾ ਪੇਪਰ ਆਇਆ ਸੀ ਮਾਸਟਰ ਗ੍ਰੇਡ ਦਾ। ਇਸ ਤੋਂ ਬਾਅਦ ਜਿਹੜੀ ਵੈਕੈਂਸੀਜ਼ ਆਈਆਂ ਸੀਗੀਆਂ, ਤਾਂ ਤੁਹਾਨੂੰ ਕਾਫੀ ਫਾਇਦਾ ਹੋ ਸਕਦਾ ਇਸ ਦਾ ਪੇਪਰ ਦਾ, ਲੈਕਚਰਰ ਦੇ ਵਿੱਚ ਵੀ ਤੇ ਮਾਸਟਰ ਗ੍ਰੇਡ ਦੇ ਐਗਜ਼ਾਮ ਦੇ ਵਿੱਚ ਵੀ। ਤਾਂ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ। ਮੇਰਾ ਨਾਮ ਹੈ ਕ੍ਰਿਸ਼ਨ ਯਾਦਵ। ਫਸਟ ਕੁਐਸਚਨ ਹੈ 93 ਜਿਹੜੀ ਅਮੈਂਡਮੈਂਟ ਹੋਈ ਸੀ ਇਹ ਕਿਹਦੇ ਨਾਲ ਸੰਬੰਧਿਤ ਹੈ? ਤਾਂ ਜਿਹੜੀ 93 ਅਮੈਂਡਮੈਂਟ ਹੋਈ ਸੀ ਇਹ 2005 ਦੇ ਵਿੱਚ ਹੋਈ ਹੈ। ਇਹ ਕਿਹਦੇ ਨਾਲ ਸੰਬੰਧਿਤ ਸੀਗੀ? ਇਹ ਸੰਬੰਧਿਤ ਸੀਗੀ ਸਿੱਖਿਆ ਖੇਤਰਾਂ ਦੇ ਵਿੱਚ ਜਿਹੜੇ OBC ਨੇ ਉਹਨਾਂ ਨੂੰ ਰਾਖਵੇਂ ਕਰਨ ਦੇ ਨਾਲ। ਤਾਂ OBC ਨੂੰ ਪਹਿਲਾਂ ਐਜੂਕੇਸ਼ਨ ਦੇ ਵਿੱਚ ਰਾਖਵਾਂਕਰਨ ਪ੍ਰਾਪਤ ਨਹੀਂ ਸੀਗਾ, ਤਾਂ 2005 ਦੇ ਵਿੱਚ 93 ਅਮੈਂਡਮੈਂਟ ਦੇ ਦੁਆਰਾ ਇਹਨਾਂ ਨੂੰ ਰਾਖਵਾਂਕਰਨ ਪ੍ਰਦਾਨ ਕੀਤਾ ਗਿਆ ਸੀ। ਤਾਂ ਇਹਦਾ ਆਨਸਰ ਆਊਗਾ ਸੀ ਆਨਸਰ। ਐਂਟੀ ਡਿਫੈਕਸ਼ਨ ਦਾ ਜਿਹੜਾ ਹੈਗਾ ਦਲ ਬਦਲ ਜਿਹੜਾ ਕਾਨੂੰਨ ਸ਼ਾਮਲ ਕੀਤਾ ਗਿਆ ਸੀਗਾ ਪ੍ਰਸਤਾਵਨਾ ਦੇ ਵਿੱਚ, ਸੰਵਿਧਾਨ ਦੀ 6ਵੀਂ ਸੂਚੀ ਦੇ ਵਿੱਚ ਜਾਂ ਸੰਵਿਧਾਨ ਦੀ 10ਵੀਂ ਸੂਚੀ। ਤੇ ਇਹਦਾ ਆਨਸਰ ਆਊਗਾ ਜੀ ਡੀ ਆਨਸਰ। ਤੁਹਾਨੂੰ ਪਤਾ ਵੀ ਐਂਟੀ ਡਿਫੈਕਸ਼ਨ ਜਿਹੜਾ ਲਾ ਹੋਇਆ ਸੀ ਇਹ 1985 ਦੇ ਵਿੱਚ 52 ਅਮੈਂਡਮੈਂਟ ਜਿਹੜੀ ਹੋਈ ਸੀ ਸਾਡੇ ਸੰਵਿਧਾਨ ਦੇ ਵਿੱਚ, ਉਹਦੇ ਦੁਆਰਾ ਇਹਨੂੰ ਲਾਗੂ ਕੀਤਾ ਗਿਆ ਸੀ। ਸਾਡੇ ਸੰਵਿਧਾਨ ਦੇ ਵਿੱਚ ਇੱਕ 10ਵੀਂ ਸੂਚੀ ਜਿਹੜੀ ਸੀ ਉਹ ਕ੍ਰੀਏਟ ਕੀਤੀ ਗਈ ਸੀਗੀ। ਤੀਸਰਾ ਕੁਐਸਚਨ ਦੇਖ ਲੈਂਦੇ ਆ। ਭਾਰਤ ਵਿੱਚ ਰਾਜਨੀਤਿਕ ਪਾਰਟੀਆਂ ਨੂੰ ਕੌਣ ਮਾਨਤਾ ਦਿੰਦਾ ਹੈ? ਤਾਂ ਹੁਣ ਦੇਖੋ, ਰਾਜਨੀਤਿਕ ਪਾਰਟੀਆਂ ਨੂੰ ਮਾਨਤਾ ਦੇਣ ਵਾਸਤੇ ਤੁਹਾਨੂੰ ਪਤਾ ਹੈ ਵੀ ਆਰਟੀਕਲ ਨੰਬਰ ਜਿਹੜਾ ਸਾਡਾ 324 ਹੈਗਾ, 324 ਆਰਟੀਕਲ ਹੈ। ਤਾਂ ਇਹਦੇ ਤਹਿਤ ਇੱਕ ਚੋਣ ਆਯੋਗ ਦਾ ਗਠਨ ਕੀਤਾ ਗਿਆ ਹੈ। ਤਾਂ ਰਾਸ਼ਟਰੀ ਪਾਰਟੀਆਂ ਤੇ ਜਿਹੜੀ ਸਾਡੀ ਖੇਤਰੀ ਪਾਰਟੀਆਂ ਨੇ ਉਹਨਾਂ ਨੂੰ ਮਾਨਤਾ ਦੇਣਾ, ਉਹਨਾਂ ਦੀ ਮਾਨਤਾ ਨੂੰ ਰੱਦ ਕਰਨਾ, ਉਹਨਾਂ ਨੂੰ ਚੋਣ ਨਿਸ਼ਾਨ ਅਲਾਟ ਕਰਨੇ ਆ। ਤਾਂ ਕਿਹਦੇ ਵੱਲੋਂ ਕੀਤਾ ਜਾਂਦਾ ਹੈ ਸਾਰਾ ਕੰਮ? ਇਹ ਸਾਡੇ ਇਲੈਕਸ਼ਨ ਕਮਿਸ਼ਨ ਵੱਲੋਂ ਹੀ ਕੀਤਾ ਜਾਂਦਾ, ਜਿਹਦੀ ਅਸੀਂ ਸਟੈਬਲਿਸ਼ਮੈਂਟ 25 ਜਨਵਰੀ 1950 ਨੂੰ ਪੜ੍ਹਦੇ ਹਾਂ। ਹਾਂਜੀ, ਫੋਰਥ ਕੁਐਸਚਨ ਦੇਖ ਲੈਂਦੇ ਆ। ਭਾਰਤ ਦਾ ਸੰਵਿਧਾਨ ਕਦੋਂ ਹੋਂਦ ਦੇ ਵਿੱਚ ਆਇਆ ਸੀ? ਤਾਂ ਇੱਥੇ ਹੋਂਦ ਦੀ ਗੱਲ ਕਰ ਰਿਹਾ। ਦੇਖੋ ਜੀ, 15 ਅਗਸਤ 1947 ਤਾਂ ਆ ਹੀ ਨਹੀਂ ਸਕਦਾ, 3 ਨਵੰਬਰ ਵੀ ਨਹੀਂ ਆ ਸਕਦਾ, 2 ਅਕਤੂਬਰ ਵੀ ਨਹੀਂ ਆ ਸਕਦਾ ਨਾ। ਤਾਂ ਇੱਕੋ ਹੀ ਆਨਸਰ ਬਚਦਾ ਇਹਦੇ ਵਿੱਚ, ਤਾਂ ਆਇਆ ਸੀ 26 ਜਨਵਰੀ 1950 ਦੇ ਵਿੱਚ। ਫਿਫਥ ਕੁਐਸਚਨ ਦੇਖ ਲੈਂਦੇ ਆ। ਭਾਰਤੀ ਸੰਘਵਾਦ ਇਸ ਤੇ ਸੰਘਵਾਦ ਦੇ ਨਾਲ ਬਹੁਤ ਮਿਲਦਾ ਜੁਲਦਾ ਹੈ, ਜਾਂ ਅਸੀਂ ਇਹ ਕਹਿ ਲਓ ਕੁਐਸਚਨ ਵੀ ਭਾਰਤ ਦਾ ਜਿਹੜਾ ਸੰਘ ਹੈ ਇਹ ਅਸੀਂ ਕੀ ਤੋਂ ਅਡਾਪਟ ਕੀਤਾ ਹੈ? ਭਾਰਤ ਦਾ ਜਿਹੜਾ ਸੰਘ ਹੈ ਕਿਸ ਪ੍ਰਕਾਰ ਦਾ ਸੰਘ ਹੈ, ਕਿਹੜੇ ਦੇਸ਼ ਨਾਲ ਮਿਲਦਾ ਜੁਲਦਾ ਇਹ? ਤਾਂ ਸਾਨੂੰ ਪਤਾ ਹੈ ਜੀ ਇਹ ਸਾਡਾ ਕੈਨੇਡਾ ਦੇ ਨਾਲ ਮਿਲਦਾ ਜੁਲਦਾ ਹੈ, ਕਿਉਂਕਿ ਕੈਨੇਡਾ ਦੇ ਵਿੱਚ ਵੀ ਜਿਹੜੀ ਪਾਵਰ ਦੀ ਵੰਡ ਕੀਤੀ ਗਈ ਹੈ ਕਿ ਰਾਜਾਂ ਦੇ ਵਿੱਚ ਤੇ ਕੇਂਦਰ ਦੇ ਵਿੱਚ, ਪਰ ਉੱਥੇ ਜ਼ਿਆਦਾ ਪਾਵਰ ਕਿਹਦੇ ਕੋਲ ਨਹੀਂ ਹੈ? ਜ਼ਿਆਦਾ ਪਾਵਰ ਉੱਥੇ ਕੇਂਦਰ ਕੋਲ ਨਹੀਂ ਹੈ। ਤਾਂ ਇਸੇ ਤਰ੍ਹਾਂ ਭਾਰਤ ਦੇ ਵਿੱਚ ਵੀ ਪਾਵਰ ਜਿਹੜੀ ਜ਼ਿਆਦਾਤਰ ਕਿਹਦੇ ਕੋਲ ਨੂੰ? ਕੇਂਦਰ ਕੋਲ ਨਹੀਂ ਆ। ਰਾਜਾਂ ਕੋਲ ਪਾਵਰ ਕੰਪੈਰੀਟਿਵ ਟੂ ਸਟੇਟ ਦੇ ਮੁਕਾਬਲੇ ਘੱਟ ਨਹੀਂ ਗਈਆਂ। ਤਾਂ ਸਾਡਾ ਜਿਹੜਾ ਸੰਘ ਹੈਗਾ ਉਹ ਕਿਹਦੇ ਨੇੜੇ ਹੈ ਜ਼ਿਆਦਾ? ਉਹ ਕੈਨੇਡਾ ਦੇ ਨੇੜੇ ਹੈਗਾ। 6 ਨੰਬਰ ਕੁਐਸਚਨ ਦੇਖਦੇ ਹਾਂ। ਸੰਵਿਧਾਨ ਵਿੱਚ ਕਬਾਇਲੀ ਮਤਲਬ ਜਿਹੜੇ ST ਕਲਿਆਣ ਮੰਤਰਾਲਾ ਹੈਗਾ ਉਹ ਕਿਹੜੀ ਸਟੇਟ ਦੇ ਵਿੱਚ ਮੰਤਰੀ ਮੰਡਲ ਪ੍ਰਦਾਨ ਕਰਦਾ ਹੈ? ਇਹ ਕਹਿ ਲਓ ਵੀ ST ਮਿਨਿਸਟਰੀ ਜਿਹੜੀ ਹੈ ਇੱਕ ਪਰਟੀਕੂਲਰ ਸਟੇਟ ਦੇ ਵਿੱਚ ਡਿਕਲੇਅਰ ਕੀਤੀ ਗਈ ਹੈ। ਤਾਂ ਹਰਿਆਣੇ ਦੇ ਵਿੱਚ ਤਾਂ ਹੈਗੀ ਨਹੀਂ, ਦੇਖੋ ਕੇਰਲ ਦੇ ਵਿੱਚ ਵੀ ਨਹੀਂ ਹੈਗੀ, ਪੰਜਾਬ ਦੇ ਵਿੱਚ ਵੀ ਨਹੀਂ ਹੈਗੀ, ਤਾਂ ਇੱਕ ਰਹਿ ਗਿਆ ਬਿਹਾਰ। ਤਾਂ ਇੱਥੇ ਬਿਹਾਰ ਨਹੀਂ ਆਊਗਾ ਆਨਸਰ, ਵੈਸੇ ਆਪਸ਼ਨ ਇਹਨਾਂ ਨੇ ਗਲਤ ਦਿੱਤੀ ਹੋਈ ਸੀ ਇਹ। ਤਾਂ ਇੱਥੇ ਆਉਣਾ ਚਾਹੀਦਾ ਝਾਰਖੰਡ, ਕਿਉਂਕਿ ਝਾਰਖੰਡ ਜਿਹੜਾ ਹੈ 2000 ਦੇ ਵਿੱਚ ਨਵੀਂ ਸਟੇਟ ਬਣਿਆ ਸੀਗਾ, ਭਾਰਤ ਦੀ 28ਵੀਂ ਸਟੇਟ ਸੀ ਇਹ। ਤੇ ਇਹਦੇ ਵਿੱਚ ਬਿਹਾਰ ਦੇ ਵਿੱਚੋਂ ਹੀ ਨਿਕਲ ਕੇ ਬਣਿਆ ਸੀਗਾ। ਤਾਂ ਹੁਣ ਬਿਹਾਰ ਦੇ ਵਿੱਚ ਤਾਂ ST ਪਾਪੂਲੇਸ਼ਨ ਬਹੁਤ ਜ਼ਿਆਦਾ ਘੱਟ ਹੈਗੀ, ਤਾਂ ਝਾਰਖੰਡ ਦੇ ਵਿੱਚ ST ਪਾਪੂਲੇਸ਼ਨ ਬਹੁਤ ਜ਼ਿਆਦਾ ਹੈਗੀ। ਮਤਲਬ ਮੋਸਟਲੀ ਪਾਪੂਲੇਸ਼ਨ ਉੱਥੇ ਜ਼ਿਆਦਾਤਰ ਵੱਡੀ ਗਿਣਤੀ ਦੇ ਵਿੱਚ ਉੱਥੇ ਪਾਪੂਲੇਸ਼ਨ ਜਿਹੜੀ ਹੈ ਉਹ ST ਪਾਪੂਲੇਸ਼ਨ ਹੈ। ਤਾਂ ਉਹਨਾਂ ਵਾਸਤੇ ਇੱਕ ਅਲੱਗ ਤੋਂ ਮਿਨਿਸਟਰੀ ਕ੍ਰੀਏਟ ਕੀਤੀ ਗਈ ਹੈ। ਤਾਂ ਇਹਦਾ ਆਨਸਰ ਆਉਣਾ ਸੀ ਝਾਰਖੰਡ, ਪਰ ਆਨਸਰ ਇਹਦੇ ਅਕੋਰਡਿੰਗ ਦਾ ਆਨਸਰ C ਬਣਨਾ ਚਾਹੀਦਾ ਹੈਗਾ। 7 ਨੰਬਰ ਕੁਐਸਚਨ ਦੇਖ ਲੈਂਦੇ ਹਾਂ। ਜਸਟਿਸ ਸਰਕਾਰੀਆ ਕਮਿਸ਼ਨ ਦਾ ਗਠਨ ਇਸ ਲਈ ਕੀਤਾ ਗਿਆ ਸੀ। ਦੇਖੋ ਕਈ ਵਾਰ ਆਪਾਂ ਪੇਪਰ ਦੇ ਵਿੱਚ ਪੜ੍ਹ ਚੁੱਕੇ ਹਾਂ ਜਸਟਿਸ ਸਰਕਾਰੀਆ ਦਾ। ਤਾਂ 1983 ਦੇ ਵਿੱਚ ਇਹਨਾਂ ਦਾ ਗਠਨ ਹੋਇਆ ਸੀਗਾ। ਤਾਂ ਕਾਹਦੇ ਲਈ ਕੀਤਾ ਗਿਆ ਸੀ? ਇਹਨਾਂ ਦਾ ਕੇਂਦਰ ਰਾਜ ਸੰਬੰਧਾਂ ਦੇ ਲਈ ਇਹਦਾ ਗਠਨ ਕੀਤਾ ਗਿਆ ਸੀਗਾ। ਤਾਂ ਤੁਸੀਂ ਸਟੂਡੈਂਟਸ, ਤੁਹਾਨੂੰ ਮੈਂ ਬਾਰ-ਬਾਰ ਬੇਨਤੀ ਕਰਦਾ ਵੀ ਇਸ ਵੀਡੀਓ ਨੂੰ ਤੁਸੀਂ ਲਾਈਕ ਜ਼ਰੂਰ ਕਰਿਆ ਕਰੋ। ਜਿੰਨੇ ਤੁਸੀਂ ਸਟੂਡੈਂਟ ਦੇਖ ਰਹੇ ਹੁੰਦੇ ਹੋ, ਕਾਫੀ ਜ਼ਿਆਦਾ ਤੁਸੀਂ ਦੇਖ ਰਹੇ ਹੁੰਦੇ ਹੋਗੇ, ਤੇ ਇੱਕ ਕਮੈਂਟ ਵੀ ਆਪਣੇ ਕਰਿਆ ਕਰੋ, ਇਹਦੇ ਉੱਪਰ ਕਮੈਂਟ ਕਰਿਆ ਕਰੋ, ਸਾਰੇ ਕਮੈਂਟ ਕਰਿਆ ਕਰੋ, ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ। ਨੈਕਸਟ ਹੈ 8th ਨੰਬਰ ਕੁਐਸਚਨ। ਲੋਕ ਮਤ ਇੱਕ ਨਿਸ਼ਚਿਤ ਸਮੇਂ ਤੇ ਲੋਕਾਂ ਦੁਆਰਾ ਲੋਕ ਮਤ ਵਿੱਚ ਇੱਕ ਨਿਸ਼ਚਿਤ ਸਮੇਂ ਤੇ ਦਿੱਤੀ ਗਈ ਰਾਏ ਇਹਦੇ ਵਿੱਚ ਸ਼ਾਮਲ ਹੁੰਦੀ ਹੈ। ਇਹ ਕਿਸਨੇ ਕਿਹਾ ਸੀ? ਤਾਂ ਇੱਕ ਵਿਚਾਰ ਸੀ। ਹੁਣ ਦੇਖੋ ਜਿਹੜਾ ਤੁਹਾਡਾ 2016 ਦਾ ਪੇਪਰ ਆਇਆ ਸੀਗਾ, ਤਾਂ ਇਹਦੇ ਵਿੱਚ ਨਾ ਇੱਕ ਕੋਟੇਸ਼ਨਸ ਬਹੁਤ ਜ਼ਿਆਦਾ ਪਈਆਂ ਸੀ ਪੇਪਰ ਦੇ ਵਿੱਚ ਇਹਨਾਂ ਨੇ।
ਤੇ ਇੱਕ ਬੁੱਕਸ ਦੇ ਨਾਮ ਬਹੁਤ ਜ਼ਿਆਦਾ ਪਾਏ ਗਏ ਸੀਗੇ। ਤਾਂ ਪੋਲੀਟੀਕਲ ਥਿੰਕਰ ਦੀਆਂ ਬੁੱਕਸ, ਜਿਹੜੀ ਇੰਪੋਰਟੈਂਟ ਥਿੰਕਰ ਸੀਗੇ ਉਹਨਾਂ ਦੀ ਬੁੱਕਸ ਤੇ ਉਹਨਾਂ ਦੀ ਜਿਹੜੀ ਕੋਟੇਸ਼ਨ ਸੀਗੀ ਉਹਨਾਂ ਬਾਰੇ ਕਾਫੀ ਪੁੱਛਿਆ ਗਿਆ ਸੀਗਾ। ਤਾਂ ਲੋਕ ਮਤ ਦੇ ਵਿੱਚ ਇੱਕ ਨਿਸ਼ਚਿਤ ਸਮੇਂ ਦੇ ਲੋਕਾਂ ਦੁਆਰਾ ਦਿੱਤੀ ਗਈ ਰਾਏ ਸ਼ਾਮਲ ਹੁੰਦੀ ਹੈ। ਕਿਹਨੇ ਕਿਹਾ ਸੀ? ਤਾਂ ਇਹਦਾ ਆਨਸਰ ਆਉਣਾ ਜੀ ਪੀਵੀ ਝੰਗ। ਪੀਵੀ ਝੰਗ ਦੀ ਕੋਟੇਸ਼ਨ ਸੀ। ਪੀਵੀ ਝੰਗ ਇੱਕ ਪੋਲੀਟੀਕਲ ਥਿੰਕਰ ਹੋਏ ਨੇ। 9th ਨੰਬਰ ਕੁਐਸਚਨ ਦੇਖਦੇ ਹਾਂ, ਲੋਕਤੰਤਰ ਵਿੱਚ ਲੋਕ ਮਤ ਦੀ ਕ੍ਰਮ ਸੂਚੀ ਵੀ ਸਭ ਤੋਂ ਘੱਟ ਮਹੱਤਵਪੂਰਨ ਹੈ। ਇਹਨਾਂ ਵਿੱਚ ਅਸੀਂ ਦੱਸਣਾ ਵੀ ਸਭ ਤੋਂ ਘੱਟ ਮਹੱਤਵਪੂਰਨ ਕੀ ਹੈ। ਤਾਂ ਵੋਟ ਦੇ ਵਿਵਹਾਰ ਦੇ ਰੁਝਾਨਾਂ ਦਾ ਅਧਿਐਨ, ਦੇਖੋ ਇਹ ਤਾਂ ਬਹੁਤ ਇੰਪੋਰਟੈਂਟ ਹੈ। ਠੀਕ ਹੈ, ਵੀ ਰੁਝਾਨ ਕਿੱਧਰ ਨੂੰ ਜਾ ਰਿਹਾ ਹੈਗਾ। ਠੀਕ ਹੈ, ਜਾਂ ਜਿਹੜਾ ਮਤਦਾਤਾ ਉਹਦਾ ਜਿਹੜਾ ਰੁਝਾਨ ਹੈ ਉਹ ਕਿੱਧਰ ਨੂੰ ਹੈਗਾ, ਜਾਂ ਉਹਦਾ ਵਿਵਹਾਰ ਜਿਹੜਾ ਕਿੱਧਰ ਨੂੰ ਝੁਕ ਰਿਹਾ। ਉਹ ਪ੍ਰੈਸ ਦੀ ਸੁਤੰਤਰਤਾ ਵੀ ਕਾਫੀ ਇੰਪੋਰਟੈਂਟ ਹੈ। ਬਹੁਦਲੀ ਪ੍ਰਣਾਲੀ ਭਾਰਤ 'ਚ ਪਾਈ ਜਾਂਦੀ ਹੈਗੀ। ਲਾਸਟ ਵਿੱਚ ਆ ਗਿਆ ਅਧਿਕਾਰੀਆਂ ਦਾ ਪ੍ਰਤੀ ਉੱਤਰਦਾਈ ਵਿਵਹਾਰ। ਤਾਂ ਇੱਥੇ ਅਧਿਕਾਰੀਆਂ ਦੀ ਪ੍ਰਤੀ ਉੱਤਰਦਾਈ ਵਿਵਹਾਰ, ਇੱਥੇ ਇਹਦਾ ਸਾਡੇ ਲੋਕਤੰਤਰ ਦੇ ਨਾਲ ਕੋਈ ਇਹਦਾ ਸੰਬੰਧ ਨਹੀਂ ਹੈਗਾ। ਤਾਂ ਇਹਦਾ ਆਨਸਰ ਆ ਜਾਊਗਾ ਜੀ ਡੀ ਆਨਸਰ। 10th ਨੰਬਰ ਕੁਐਸਚਨ ਦੇਖਦੇ ਹਾਂ, ਭਾਰਤੀ ਸੰਵਿਧਾਨ ਵਿੱਚ ਦਿੱਤੇ ਗਏ ਮੌਲਿਕ ਅਧਿਕਾਰਾਂ ਨੂੰ ਮੁਅੱਤਲ ਕੀਤਾ ਜਾ ਸਕਦਾ, ਮਤਲਬ ਇਹਨੂੰ ਸਸਪੈਂਡ ਕੀਤਾ ਜਾ ਸਕਦਾ ਕਦੋਂ? ਤਾਂ ਦੇਖੋ ਤੁਹਾਨੂੰ ਪਤਾ ਵੀ ਜਿਹੜੇ ਸਾਡਾ ਆਰਟੀਕਲ ਨੰਬਰ 19 ਦੇ ਵਿੱਚ ਹੈ, ਤਾਂ ਇਹਦੇ ਵਿੱਚ ਮੌਲਿਕ ਅਧਿਕਾਰ ਸਾਡੀ ਜਿਹੜੀ 6 ਪ੍ਰਕਾਰ ਦੀ ਸੁਤੰਤਰਤਾ ਸਾਨੂੰ ਪ੍ਰਦਾਨ ਕੀਤੀ ਗਈ ਸਾਡੇ ਸੰਵਿਧਾਨ ਵੱਲੋਂ। ਤਾਂ ਇਹਨੂੰ ਅਸੀਂ ਕਦੋਂ, ਭਾਰਤ ਦਾ ਰਾਸ਼ਟਰਪਤੀ ਨੂੰ ਸਸਪੈਂਡ ਕਰ ਸਕਦਾ ਹੈਗਾ। ਤਾਂ ਕਦੋਂ ਕਰ ਸਕਦਾ ਹੈਗਾ? ਜਦੋਂ ਨੈਸ਼ਨਲ ਐਮਰਜੈਂਸੀ ਲੱਗੀ ਹੋਵੇ, ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਦੇ ਦੌਰਾਨ ਹੋਵੇ। 11 ਨੰਬਰ ਕੁਐਸਚਨ ਦੇਖ ਲੈਂਦੇ ਹਾਂ, ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਧਰਮ, ਜਾਤ, ਲਿੰਗ, ਨਸਲ, ਧਰਮ ਸਥਾਨ ਦੇ ਆਧਾਰ ਤੇ ਵਿਤਕਰੇ ਦਾ ਜਿਹੜਾ ਹੈਗਾ ਉਹ ਵਿਰੋਧ ਕਰਦਾ ਹੈਗਾ? ਤਾਂ ਤੁਹਾਨੂੰ ਪਤਾ ਵੀ ਆਰਟੀਕਲ ਨੰਬਰ ਜਿਹੜਾ 15 ਹੈਗਾ ਉਹ ਧਰਮ, ਜਾਤੀ, ਲਿੰਗ, ਨਸਲ ਆਧਾਰ ਤੇ ਜਿਹੜਾ ਉਹਦੇ ਆਧਾਰ ਤੇ ਵਿਤਕਰੇ ਤੋਂ ਰੋਕ ਲਾ ਦਿੰਦਾ ਹੈ। 12 ਨੰਬਰ ਕੁਐਸਚਨ ਦੇਖ ਲੈਂਦੇ ਹਾਂ, ਭਾਰਤ ਦਾ ਰਾਸ਼ਟਰਪਤੀ ਰਾਜ ਸਭਾ ਦੇ ਵਿੱਚ ਕਿੰਨੇ ਮੈਂਬਰਾਂ ਨੂੰ ਨਾਮਜ਼ਦ ਕਰਦਾ ਹੈ? ਹੁਣ ਜਿਹੜਾ ਭਾਰਤ ਦਾ ਰਾਸ਼ਟਰਪਤੀ ਹੈ ਇਹ ਸਾਡਾ ਰਾਜ ਸਭਾ 'ਚ ਮੈਂਬਰ ਨਾਮਜ਼ਦ ਕਰਦਾ ਕਿਹੜੇ ਕਿਹੜੇ ਖੇਤਰਾਂ ਦੇ ਵਿੱਚੋਂ? ਕਲਾ, ਸਾਹਿਤ, ਵਿਗਿਆਨ ਤੇ ਸਮਾਜ ਸੇਵਾ। ਇਹ 4 ਖੇਤਰ ਨੇ। 4 ਖੇਤਰਾਂ ਦੇ ਵਿੱਚੋਂ ਭਾਰਤ ਦਾ ਰਾਸ਼ਟਰਪਤੀ ਜਿਹੜਾ ਹੈਗਾ ਉਹ ਮੈਂਬਰ ਨਾਮਜ਼ਦ ਕਰਦਾ ਹੁੰਦਾ ਹੈ। ਤਾਂ ਕਿੰਨੇ ਮੈਂਬਰ ਨਾਮਜ਼ਦ ਕਰਦਾ ਜੀ? ਇਹ ਕਰਦਾ ਜੀ 12। ਇਹਦਾ ਆਨਸਰ ਹੋਊਗਾ ਜੀ 12। 13 ਨੰਬਰ ਕੁਐਸਚਨ ਹੈ, ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਸਮਾਜਵਾਦੀ ਵਿਸ਼ੇਸ਼ਤਾ ਨਹੀਂ ਹੈ? ਇਹ ਲਾਭ ਆਧਾਰਿਤ ਆਰਥਿਕ ਅਤੇ ਸਮਾਜਿਕ ਪ੍ਰਣਾਲੀ ਵਿਰੁੱਧ ਇੱਕ ਰੋਸ ਹੈ। ਇਹ ਰਾਜ ਦੇ ਖਾਤਮੇ ਲਈ ਸੰਘਰਸ਼ ਕਰਦਾ ਹੈ। ਇਹ ਪੂੰਜੀਵਾਦੀ ਪ੍ਰਣਾਲੀ ਦੇ ਸਮਾਜਿਕ ਅਤੇ ਆਰਥਿਕ ਨਿਆਂ ਲਈ ਇੱਕ ਪ੍ਰਤੀਕਿਰਿਆ ਹੈ। ਇਹ ਆਦਮੀ ਦੁਆਰਾ ਆਦਮੀ ਦੇ ਸ਼ੋਸ਼ਣ ਵਿਰੁੱਧ ਇੱਕ ਵਿਦਰੋਹ ਹੈ। ਤਾਂ ਹੁਣ ਦੇਖੋ ਇਹਦਾ ਜਿਹੜਾ ਫਸਟ ਆਊਗਾ ਇਹ ਵੀ ਠੀਕ ਹੈ। ਠੀਕ ਹੈ, ਵੀ ਇਹ ਆਰਥਿਕ ਅਤੇ ਸਮਾਜਿਕ ਪ੍ਰਣਾਲੀ ਵਿਰੁੱਧ ਇੱਕ ਵਿਦਰੋਹ ਹੈ, ਵੀ ਇਹ ਲੋਕਾਂ ਦੇ ਵਿੱਚ ਆਰਥਿਕ ਅਤੇ ਸਮਾਜਿਕ ਤੌਰ ਤੇ ਪੱਖਪਾਤ ਨੂੰ ਰੋਕਦਾ ਹੈਗਾ। ਇਹ ਰਾਜ ਦੇ ਖਾਤਮੇ ਲਈ ਸੰਘਰਸ਼ ਕਰਦੇ ਨੇ। ਜਿਹੜਾ ਸਮਾਜਵਾਦ ਹੈ ਨਾ, ਇਹ ਰਾਜ ਦੇ ਖਾਤਮੇ ਲਈ ਸੰਘਰਸ਼ ਨਹੀਂ ਕਰਦਾ ਹੈਗਾ, ਕਿਉਂਕਿ ਸਮਾਜਵਾਦ ਦੇ ਵਿੱਚ ਸਮਾਜ ਜਦੋਂ ਕੰਪਲੀਟਲੀ ਸਮਾਜਵਾਦ ਹੈ ਤਾਂ ਉੱਥੇ ਪ੍ਰੋਡਕਸ਼ਨ ਐਂਡ ਡਿਸਟ੍ਰੀਬਿਊਸ਼ਨ ਦੀ ਜਿਹੜੀ ਪਾਵਰ ਹੁੰਦੀ ਹੈ ਰਾਜ ਕੋਲੇ ਖੁਦ ਕੋਲੇ ਹੁੰਦੀਆਂ ਨੇ। ਤਾਂ ਜਿਹੜਾ ਸਮਾਜਵਾਦ ਹੈ ਕਦੇ ਵੀ, ਹਾਂ ਸਾਮਵਾਦ ਜਿਹੜਾ ਹੈਗਾ ਜਿਹਨੂੰ ਮਾਰਕਸ ਨੇ ਦਿੱਤਾ ਸੀਗਾ, ਸਾਮਵਾਦ ਰਾਜ ਦੇ ਖਾਤਮੇ ਦੀ ਗੱਲ ਕਰਦਾ ਹੈਗਾ। ਤਾਂ ਇਹਦਾ ਆਨਸਰ ਹੋਊਗਾ ਜੀ ਬੀ ਆਨਸਰ। ਠੀਕ ਹੈ, 13 ਦਾ ਬੀ ਆਨਸਰ। 14 ਨੰਬਰ ਕੁਐਸਚਨ ਦੇਖਦੇ ਹਾਂ, ਮਹਾਤਮਾ ਗਾਂਧੀ ਦੇ ਸੱਤਿਆਗ੍ਰਹਿ ਦੇ ਸਿਧਾਂਤ ਵਿੱਚ ਸੱਤਿਆਗ੍ਰਹਿ ਦੇ ਵਿੱਚ ਵਿਸ਼ਵਾਸ ਰੱਖਦੇ ਸੀਗੇ, ਜਿਹਦਾ ਅਰਥ ਸੀਗਾ ਹਿੰਸਾ ਦਾ ਹਥਿਆਰ, ਲੋਕਾਂ ਦੀ ਹਿੱਸੇਦਾਰੀ ਦੀ ਵਿਧੀ, ਨਾ ਮਿਲਵਰਤਨ ਦੀ ਵਿਧੀ, ਅਹਿੰਸਾ ਦੁਆਰਾ ਹਿੰਸਾ ਦੇ ਵਿਰੋਧ ਹਥਿਆਰ। ਤਾਂ ਇਹਦਾ ਆਨਸਰ ਹੋਊਗਾ ਜੀ ਡੀ। ਮਹਾਤਮਾ ਗਾਂਧੀ ਜਿਹੜੇ ਸੀਗੇ ਇਹ ਹਿੰਸਾ ਦਾ ਅੰਦੋਲਨ ਨੇ ਚਲਾਇਆ ਸੀਗਾ, ਜਿਹਦੇ ਦੁਆਰਾ ਉਹ ਹਿੰਸਾ ਦੇ ਵਿਰੋਧ ਕਰਦੇ ਸੀ ਤੇ ਉਹਨੂੰ ਇੱਕ ਹਥਿਆਰ ਦੇ ਤੌਰ ਤੇ ਉਹਨਾਂ ਨੇ ਯੂਜ਼ ਕੀਤਾ ਸੀਗਾ। ਉਦਾਰਵਾਦ ਦਾ ਮੁੱਢਲਾ ਸਿਧਾਂਤ ਕੀ ਹੈ? ਜਿਹੜਾ ਲਿਬਰਲਿਜ਼ਮ ਹੈ ਉਹਦਾ ਮੁੱਢਲਾ ਜਿਹੜਾ ਸਿਧਾਂਤ ਕੀ ਹੈ? ਤਾਂ ਇੱਥੇ ਇਹਨਾਂ ਦੇ ਵਿੱਚ ਆਊਗਾ ਜੀ ਵਿਅਕਤੀਗਤ ਸੁਤੰਤਰਤਾ। ਤਾਂ ਜਿਹੜਾ ਮੁੱਢਲਾ ਸਿਧਾਂਤ ਹੈ ਉਦਾਰਵਾਦ ਦਾ, ਤਾਂ ਉਹ ਵਿਅਕਤੀ ਦੀ ਸੁਤੰਤਰਤਾ ਦੀ ਗੱਲ ਕਰਦਾ ਹੈ। ਉਹ ਕਹਿੰਦਾ ਵੀ ਵਿਅਕਤੀ ਨੂੰ ਵੱਧ ਤੋਂ ਵੱਧ ਸੁਤੰਤਰ ਹੋਣਾ ਚਾਹੀਦਾ ਹੈ। ਤਾਂ ਜਿੰਨੇ ਵੀ ਸਾਡੇ ਉਦਾਰਵਾਦੀ ਥਿੰਕਰ ਹੋਏ ਨੇ, ਚਾਹੇ ਜੌਨ ਲੌਕ ਹੋਇਆ, ਚਾਹੇ ਉਹ ਐਡਮ ਸਮਿਥ ਹੋਇਆਗਾ, ਤਾਂ ਉਹ ਵਿਅਕਤੀ ਦੀ ਸੁਤੰਤਰਤਾ ਦੀ ਗੱਲ ਕਰਦੇ ਨੇਗੇ। 16 ਨੰਬਰ ਕੁਐਸਚਨ ਦੇਖ ਲੈਂਦੇ ਹਾਂ, ਮਾਰਕਸਵਾਦ ਦੇ ਅਨੁਸਾਰ ਇਤਿਹਾਸ ਜਿਹੜਾ ਉਪਜ ਹੈ ਕਿਹਦੀ ਉਪਜ ਹੈ? ਤਾਂ ਮਾਰਕਸ ਕਹਿੰਦਾ ਵੀ ਜਿਹੜਾ ਸਾਡਾ ਇਤਿਹਾਸ ਹੈ ਇਹ ਭੌਤਿਕ ਤਾਕਤਾਂ ਦੀ ਉਪਜ ਹੈ। ਜਦੋਂ ਭੌਤਿਕ ਤਾਕਤਾਂ 'ਚ ਬਦਲਾਅ ਆਉਂਦਾ ਹੈਗਾ ਤਾਂ ਉਦੋਂ ਫਿਰ ਜਿਹੜਾ ਵਰਗਾਂ ਦਾ ਜਿਹੜਾ ਨਿਰਮਾਣ ਹੁੰਦਾ ਜਾਂ ਵਰਗਾਂ ਦੀ ਸਥਾਪਨਾ ਜਿਹੜੀ ਉਹ ਹੁੰਦੀ ਹੈ। ਤੇ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਜਦੋਂ ਆਪਾਂ ਮਾਰਕਸ ਦੀ ਥਿਊਰੀ ਕਰਾਂਗੇ। ਤਾਂ ਇਹਦਾ ਆਨਸਰ ਆਊ ਜੀ ਸੀ ਆਨਸਰ। ਨੈਕਸਟ ਹੈ ਜੀ ਪ੍ਰਿੰਸੀਪਲ ਆਫ ਪੋਲੀਟੀਕਲ ਇਕਨੋਮੀ ਦਾ ਲੇਖਕ, ਮੈਂ ਤੁਹਾਨੂੰ ਕਿਹਾ ਵੀ ਕਾਫੀ ਸਾਰੇ ਜਿਹੜੇ ਥਿੰਕਰ ਨੇ ਉਹਨਾਂ ਦੇ ਪੁੱਛੇ ਗਏ ਸੀ ਬੁੱਕਸ। ਤੇ ਇਹਦਾ ਆਨਸਰ ਆਊ ਜੀ ਜੇ ਐਸ ਮਿਲ। ਜੇ ਐਸ ਮਿਲ ਦੀ ਬੁੱਕ ਹੈ ਇਹ, ਪ੍ਰਿੰਸੀਪਲ ਆਫ ਪੋਲੀਟੀਕਲ ਇਕਨੋਮੀ ਦੀ ਜਿਹੜੀ ਸੀ ਉਹ ਜੇ ਐਸ ਮਿਲ ਨੇ ਲਿਖੀ ਬੁੱਕ ਇਹ। ਗਾਂਧੀ ਅਨੁਸਾਰ ਲੋੜਾਂ ਅਤੇ ਸਾਧਨਾਂ ਵਿਚਕਾਰ ਕੋਈ ਸੰਬੰਧ ਨਹੀਂ ਹੈ। ਲੋੜਾਂ ਸਾਧਨਾਂ ਦਾ ਸਮਰਥਨ ਕਰਦੀਆਂ ਹਨ। ਸਾਧਨ ਮਹੱਤਵਪੂਰਨ ਨਹੀਂ ਹਨ। ਲੋੜਾਂ ਅਤੇ ਸਾਧਨ ਅੰਤਰ ਸੰਬੰਧਿਤ ਹਨ। ਤਾਂ ਹੁਣ ਗਾਂਧੀ ਦਾ ਵਿਚਾਰ ਸੀ, ਗਾਂਧੀ ਨੇ ਆਪਣੇ ਸਿਧਾਂਤਾਂ ਦੇ ਵਿੱਚ ਕੀ ਕਿਹਾ ਸੀਗਾ? ਇਹਦਾ ਆਨਸਰ ਆਊਗਾ ਜੀ ਡੀ। ਗਾਂਧੀ ਕੀ ਕਹਿੰਦੇ ਸੀ? ਲੋੜਾਂ ਅਤੇ ਸਾਧਨ ਜਿਹੜੇ ਨੇ ਇਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਜੁੜੇ ਹੋਏ ਨੇਗੇ। ਠੀਕ ਹੈ,
ਲੋੜ ਅਤੇ ਸਾਧਨ ਜਿਹੜੇ ਨੇ ਆਪਸ ਵਿੱਚ ਜੁੜੇ ਹੋਏ ਨੇਗੇ, ਤਾਂ ਇਹਦਾ ਆਨਸਰ ਆਊਗਾ ਡੀ ਆਨਸਰ। 19 ਨੰਬਰ ਕੁਐਸਚਨ, ਵਿਸ਼ਵ ਪ੍ਰਣਾਲੀ ਵਿਸ਼ਲੇਸ਼ਣ। ਵਿਸ਼ਵ ਪ੍ਰਣਾਲੀ ਵਿਸ਼ਲੇਸ਼ਣ ਸਭ ਤੋਂ ਪਹਿਲਾਂ ਪ੍ਰਦਰਸ਼ਿਤ ਕੀਤਾ ਗਿਆ ਸੀਗਾ ਡੇਵਿਡ ਈਸਟਨ ਦੁਆਰਾ। ਵਰਲਡ ਸਿਸਟਮ ਐਨਾਲਿਸਿਸ ਜਿਹੜਾ ਕੀਤਾ ਗਿਆ ਸੀ, ਤਾਂ ਇਹਦਾ ਆਨਸਰ ਆਊਗਾ ਜੀ ਇਮੈਨੂਅਲ ਵਾਲਸਟੀਨ। ਠੀਕ ਹੈ, ਇਮੈਨੂਅਲ ਵਾਲਸਟੀਨ ਦਾ ਆਨਸਰ ਆਊਗਾ 19 ਦਾ ਡੀ ਆਨਸਰ ਆਊਗਾ। 20 ਨੰਬਰ ਕੁਐਸਚਨ ਦੇਖਦੇ ਹਾਂ, ਕਿਸ ਨੂੰ ਕੀ ਮਿਲਿਆ, ਕਦੋਂ ਅਤੇ ਕਿਵੇਂ। ਰਾਜਨੀਤੀ ਦਾ ਵਿਸ਼ਾ ਵਸਤੂ ਹੈ, ਇਹ ਕਿਸ ਨੇ ਕਿਹਾ ਸੀਗਾ, ਤਾਂ ਇਹ ਕਿਹਾ ਸੀ ਜੀ ਇੱਕ ਇਹ ਵੀ ਦੇਖੋ ਕੋਟੇਸ਼ਨ ਹੈ ਇੱਕ, ਤੇ ਇਹਦਾ ਆਨਸਰ ਆਊਗਾ ਜੀ ਲੌਸਵੈਲ। ਤੇ ਲੌਸਵੈਲ ਦੇ ਵਰਡ ਸੀਗੇ 20 ਨੰਬਰ ਦਾ ਫਸਟ। 21 ਦਾ, ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਪਹੁੰਚ ਰਿਵਾਇਤੀ ਪਹੁੰਚ ਅਧੀਨ ਆਉਂਦੀ ਹੈ। ਠੀਕ ਹੈ, ਰਿਵਾਇਤੀ ਮਤਲਬ ਟ੍ਰੈਡੀਸ਼ਨਲ ਜਿਹੜੀ ਅਪਰੋਚ ਮੰਨੀ ਜਾਂਦੀ ਹੈ ਇਹਦੇ ਵਿੱਚੋਂ। ਠੀਕ ਹੈ, ਤਾਂ ਇਹਦਾ ਆਨਸਰ ਹੋਊਗਾ ਜੀ ਮਾਰਕਸਵਾਦੀ। ਮਾਰਕਸਵਾਦੀ ਜਿਹੜੀ ਹੈ ਟ੍ਰੈਡੀਸ਼ਨਲ ਕਾਫੀ ਪੁਰਾਣੀ ਅਪਰੋਚ ਮੰਨੀ ਜਾਂਦੀ ਹੈ ਇਹਦੇ ਵਿੱਚ। 22 ਦਾ ਨੰਬਰ, ਟੂ ਟ੍ਰੀਟਿਸ ਔਨ ਸਿਵਲ ਗਵਰਨਮੈਂਟਸ। ਟੂ ਟ੍ਰੀਟੀ ਔਨ ਸਿਵਲ ਗਵਰਨਮੈਂਟਸ, ਇਹ ਬੁੱਕ ਜਿਹੜੀ ਸੀਗੀ ਕਿਹਨੇ ਲਿਖੀ ਸੀ ਇਹ, ਇਹਦਾ ਆਨਸਰ ਆਊਗਾ ਜੀ ਜੌਨ ਲੌਕ। ਤਾਂ ਸੀ ਆਨਸਰ ਆਊਗਾ ਇਹਦਾ 22 ਦਾ ਸੀ। ਅਰਿਸਟੋਟਲ ਕੀ ਕਹਿੰਦਾ ਹੈ, ਅਰਿਸਟੋਟਲ ਦੇ ਅਨੁਸਾਰ ਸਭ ਤੋਂ ਵਧੀਆ ਰੂਪ ਕਿਹੜਾ ਮੰਨਿਆ ਗਿਆ। ਅਰਿਸਟੋਟਲ ਕਿਹੜਾ ਕਹਿੰਦਾ ਸੀ ਸਭ ਤੋਂ ਵਧੀਆ ਜਿਹੜਾ ਰੂਪ ਮੰਨਿਆ ਗਿਆ, ਤਾਂ ਉਹ ਸਭ ਤੋਂ ਜ਼ਿਆਦਾ ਮੰਨਦਾ ਸੀ ਵਧੀਆ ਰਾਜਤੰਤਰ ਨੂੰ। ਕਹਿੰਦਾ ਰਜਵਾੜਾਸ਼ਾਹੀ ਜਿਹੜੀ ਸਭ ਤੋਂ ਜ਼ਿਆਦਾ ਬੈਸਟ ਮੰਨੀ ਗਈ ਹੈ। ਠੀਕ ਹੈ, ਤਾਂ ਉਹਨੇ ਰਾਜੇ ਦੇ ਪ੍ਰਕਾਰ ਦੱਸੇ ਨੇ ਵੀ ਰਾਜੇ ਨੂੰ ਇਸ ਪ੍ਰਕਾਰ ਨਾਲ ਕੰਮ ਕਰਨਾ ਚਾਹੀਦਾ ਹੈ, ਤਾਂ ਰਾਜੇ ਦੀ ਉਹ ਪ੍ਰਸ਼ੰਸਾ ਕਰਦਾ ਹੈ। 24 ਨੰਬਰ ਕੁਐਸਚਨ, ਹਿੰਦ ਸਵਰਾਜ ਪੁਸਤਕ ਜਿਹੜੀ ਲਿਖੀ ਸੀ ਇਹ ਕਿਸ ਸਾਲ ਲਿਖੀ ਗਈ ਸੀ, ਤਾਂ ਤੁਹਾਨੂੰ ਪਤਾ ਜੀ ਇਹ 1909 ਦੇ ਵਿੱਚ ਲਿਖੀ ਗਈ ਸੀ ਮਹਾਤਮਾ ਗਾਂਧੀ ਵੱਲੋਂ। ਤਾਂ ਇੱਥੇ 1907, 1908, 1919 ਤੇ 1920, ਤਾਂ ਇੱਥੇ ਆਨਸਰ ਨਹੀਂ ਸੀ, ਤਾਂ ਇਸ ਕਰਕੇ ਇਹਦਾ ਨੰਬਰ ਮਿਲਿਆ ਸੀਗਾ ਜੀ ਗ੍ਰੇਸ ਨੰਬਰ। ਇਹ ਗ੍ਰੇਸ ਦੇ ਵਿੱਚ ਆ ਗਿਆ ਸੀ ਕੁਐਸਚਨ ਇਹ। ਠੀਕ ਹੈ, ਤਾਂ ਇਹਦਾ ਆਨਸਰ ਬਣਦਾ ਸੀ ਐਗਜ਼ੈਕਟ, ਉਹ ਆਉਂਦਾ ਸੀ। ਨੈਕਸਟ ਹੈ ਤਰਕਪੂਰਨ। ਤਰਕਪੂਰਨ ਵਿਧੀ ਜਿਹੜੀ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਗਈ ਸੀ, ਤਾਂ ਕਿਹਨੇ ਕੀਤੀ ਸੀ ਇਹ ਹੇਜ਼ਲ ਨੇ ਕੀਤੀ ਸ਼ੁਰੂ। ਠੀਕ ਹੈ, ਜਿਹਦਾ ਵਿਰੋਧ ਕੀਤਾ ਸੀ ਬਾਅਦ ਦੇ ਵਿੱਚ ਮਾਰਕਸ ਨੇ ਜਾ ਕੇ। ਠੀਕ ਹੈ, ਇਹ ਵਿਚਾਰਾਂ ਨੂੰ ਸਭ ਤੋਂ ਇੰਪੋਰਟੈਂਟ ਮੰਨਦਾ ਸੀਗਾ, ਉਹ ਭੌਤਿਕ ਤਾਕਤਾਂ ਨੂੰ ਸਭ ਤੋਂ ਜ਼ਿਆਦਾ ਇੰਪੋਰਟੈਂਟ ਮੰਨਦਾ ਸੀਗਾ। ਤਾਂ 25 ਦਾ ਆ ਜਾਊਗਾ ਹੇਜ਼ਲ। ਪ੍ਰਿੰਸ ਪੁਸਤਕ ਕਾਫੀ ਇੰਪੋਰਟੈਂਟ ਪੁਸਤਕ ਹੈ। ਤਾਂ ਪ੍ਰਿੰਸ ਦਾ ਲੇਖਕ ਕੌਣ ਹੈਗਾ, ਤਾਂ ਇਹ ਰਚਨਾ ਕੀਤੀ ਸੀ ਮੈਕਾਵਲੀ। ਇੱਥੇ ਮਾਸ਼ੀਆਵਲੀ ਲਿਖਿਆ ਹੋਇਆ, ਤਾਂ ਇੱਥੇ ਇਹਦਾ ਆਨਸਰ ਆਊਗਾ ਜੀ ਮੈਕਾਵਲੀ। ਮੈਕਾਵਲੀ ਜਿਹੜਾ ਸੀਗਾ ਇਹ ਪ੍ਰਿੰਸ ਨਾਮਕ ਇੱਕ ਬੁੱਕ ਲਿਖੀ ਸੀ, ਪੋਲੀਟੀਕਲ ਬੁੱਕ ਸੀ ਇਹ। ਇਹਦਾ ਆਨਸਰ ਆਊਗਾ ਜੀ ਫਸਟ ਮੈਕਾਵਲੀ। 27 ਨੰਬਰ, ਲੌਕ ਨੇ ਕੀ ਸਿੱਧ ਕਰਨ ਦੇ ਲਈ ਜਿਹੜਾ ਸੀਗਾ ਆਪਣਾ ਸੋਸ਼ਲ ਕੰਟਰੈਕਟ ਦਾ ਜਿਹੜਾ ਸਿਧਾਂਤ ਦਿੱਤਾ ਸੀਗਾ, ਕੀ ਸਿੱਧ ਕਰਨ ਲਈ ਸੋਸ਼ਲ ਕੰਟਰੈਕਟ ਸਿਧਾਂਤ ਦਿੱਤਾ ਸੀਗਾ, ਤਾਂ ਉਦਾਰਵਾਦੀ ਨਿਰਪੇਖਵਾਦ, ਨਿਆਂ ਪ੍ਰਣਾਲੀ ਦੀ ਸਰਵਉੱਚਤਾ, ਉਦਾਰਵਾਦੀ ਲੋਕਤੰਤਰੀ ਰਾਜ, ਰਾਜ ਦੇ ਵਸਨੀਕਾਂ ਦੀ ਨਿਰਪੇਖ ਇਮਾਨਦਾਰੀ। ਤੇ ਇਹਦਾ ਆਨਸਰ ਆਊਗਾ ਜੀ ਸੀ ਆਨਸਰ। ਉਹਨੇ ਉਦਾਰਵਾਦੀ ਤੇ ਲੋਕਤੰਤਰੀ ਰਾਜ ਨੂੰ ਸਿੱਧ ਕਰਨ ਦੇ ਲਈ ਇੱਕ ਸੋਸ਼ਲ ਕੰਟਰੈਕਟ ਦੀ ਜਿਹੜੀ ਥਿਊਰੀ ਦਿੱਤੀ ਸੀ, ਉਹ ਦਿੱਤੀ ਸੀ ਜੌਨ ਲੌਕ ਨੇ। 28 ਨੰਬਰ ਕੁਐਸਚਨ ਦੇਖਦੇ ਹਾਂ, ਦਬਾਅ ਨਹੀਂ ਪਾਵਾਂਗਾ ਰਾਜ ਦਾ ਆਧਾਰ ਹੈ, ਇਹ ਕਿਸ ਨੇ ਕਿਹਾ ਸੀ। ਤਾਂ ਵੀ ਕੋਟੇਸ਼ਨ ਹੈ ਇੱਕ, ਤਾਂ ਇਹ ਹੋਊਗਾ ਜੀ TH ਗ੍ਰੀਨ ਦੁਆਰਾ ਇਹ ਦਿੱਤਾ ਗਿਆ ਸੀ ਸਿਧਾਂਤ, ਇਹ TH ਗ੍ਰੀਨ ਨੇ ਦਿੱਤਾ ਸੀ। 29 ਨੰਬਰ ਕੁਐਸਚਨ ਦੇਖ ਲੈਂਦੇ ਹਾਂ, ਡੇਵਿਡ ਈਸਟਨ ਦੁਆਰਾ ਦਿੱਤੀ ਗਈ ਵਿਵਹਾਰਵਾਦੀ ਪਹੁੰਚ ਦੀਆਂ ਕਿੰਨੀਆਂ ਵਿਸ਼ੇਸ਼ਤਾਵਾਂ ਨੇਗੀਆਂ। ਤਾਂ ਡੇਵਿਡ ਈਸਟਨ ਨੇ ਜਿਹੜੀ ਵਿਵਹਾਰਵਾਦੀ ਆਪਣੀ ਅਪਰੋਚ ਦਿੱਤੀ ਸੀ, ਤਾਂ ਇਹਦੇ ਵਿੱਚ 4 ਨੇਗੀਆਂ, 4 ਵਿਸ਼ੇਸ਼ਤਾਵਾਂ ਨੇ ਇਹਦੀਆਂ। ਤੇ ਇਹਦਾ ਆਨਸਰ ਆਊਗਾ ਜੀ 4। 30 ਨੰਬਰ ਕੁਐਸਚਨ ਸਿੰਪਲ ਕੁਐਸਚਨ ਹੈ, ਭਾਰਤ ਦੇ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਕੌਣ ਹੈ। ਪਹਿਲਾਂ ਵੀ ਆਪਾਂ ਪੜ੍ਹ ਚੁੱਕੇ ਹਾਂ ਡਰਾਫਟਿੰਗ ਕਮੇਟੀ, ਜਿਹਨੂੰ ਖਰੜਾ ਕਮੇਟੀ ਜਾਂ ਸਟਰਕਚਰ ਕਮੇਟੀ ਦੇ ਨਾਮ ਨਾਲ ਵੀ ਬੁਲਾਇਆ ਜਾਂਦਾ, ਤੇ ਇਹਦੇ ਪ੍ਰਧਾਨ ਸੀਗੇ ਡਾਕਟਰ BR ਅੰਬੇਦਕਰ। ਮਾਈ ਐਕਸਪੈਰੀਮੈਂਟ ਵਿਦ ਟਰੁਥ, ਤਾਂ ਮਾਈ ਐਕਸਪੈਰੀਮੈਂਟ ਵਿਦ ਟਰੁਥ ਦਾ ਜਿਹੜਾ ਲੇਖਕ ਹੈ ਕੌਣ ਮੰਨਿਆ ਜਾਂਦਾ ਇਹ, ਤਾਂ ਇਹਦਾ ਲੇਖਕ ਹੈ ਜੀ MK ਗਾਂਧੀ, ਮੋਹਨਦਾਸ ਕਰਮਚੰਦ ਗਾਂਧੀ। ਨੈਕਸਟ ਹੈ ਜੀ ਜਨਰਲ ਵਿਲ। ਜਨਰਲ ਵਿਲ ਦਾ ਜਿਹੜਾ ਲੇਖਕ ਹੈਗਾ ਤੇ ਕੌਣ ਹੈ ਜੀ, ਇਹ ਐਂਟੀਓ ਰੋਸੀਓ ਦਾ ਨਾਮ ਹੈ। ਤੇ ਇਹਦਾ ਆਨਸਰ ਆਊਗਾ ਜੀ 2 ਆਨਸਰ ਰੋਸੀਓ। ਜਨਰਲ ਵਿਲ ਦਾ ਵਿਆਖਿਆਕਾਰ ਕੌਣ ਹੈ, ਜਿਹਦਾ ਲੇਖਕ ਕੌਣ ਹੈ, ਤਾਂ ਰੋਸੀਓ। ਮਾਰਕਸਵਾਦ ਦੇ ਅਨੁਸਾਰ ਮਾਰਕਸ ਕੀ ਕਹਿੰਦਾ ਹੈ, ਰਾਜ ਕੀ ਹੈ, ਰੂਹਾਨੀ ਸੰਸਥਾ ਇੱਕ, ਵਿਕਾਸ ਦਾ ਨਤੀਜਾ ਹੈ, ਕੁਦਰਤੀ ਸੰਸਥਾ ਹੈ, ਜਾਂ ਫਿਰ ਮਾਨਵ ਨਿਰਮਿਤ ਸੰਸਥਾ ਹੈ। ਤਾਂ ਇਹਦਾ ਆਨਸਰ ਆਊਗਾ ਜੀ ਡੀ ਆਨਸਰ। ਇਹ ਕਹਿੰਦਾ ਵੀ ਜਿਹੜਾ ਰਾਜ ਹੈ ਇਹਨੂੰ ਜਿਹੜਾ ਹੈਗਾ ਮਨੁੱਖਾਂ ਨੇ ਹੀ ਨਿਰਮਾਣ ਕੀਤਾ ਇਹਦਾ। ਠੀਕ ਹੈ, ਤੇ ਰਾਜ ਨੂੰ ਇਹ ਇੱਕ ਸ਼ੋਸ਼ਣ ਦਾ ਤਰੀਕਾ ਮੰਨਦਾ ਹੈ। ਠੀਕ ਹੈ, ਵੀ ਜੇ ਪੂੰਜੀਵਾਦੀ ਨੇ ਤਾਂ ਉਹਨਾਂ ਨੇ ਇਹਦਾ ਨਿਰਮਾਣ ਕੀਤਾ, ਜਾਂ ਜਿਹੜੇ ਤਾਕਤਵਰ ਲੋਕ ਨੇ ਉਹਨਾਂ ਦਾ ਨਿਰਮਾਣ ਕੀਤਾ, ਤਾਂ ਕਾਹਦੇ ਲਈ ਕੀਤਾ, ਉਹ ਲੋਕਾਂ ਦੇ ਸ਼ੋਸ਼ਣ ਦੇ ਲਈ ਕੀਤਾ ਹੈਗਾ। ਜਦੋਂ ਸਾਮਵਾਦ ਆਊਗਾ ਤਾਂ ਫਿਰ ਰਾਜ ਵੀ ਨਾਲ ਦੀ ਨਾਲ ਕੀ ਹੋ ਜਾਊਗਾ, ਇੱਥੇ ਖਤਮ ਹੋ ਜਾਊਗਾ ਮਾਰਕਸ ਦੇ ਅਕੋਰਡਿੰਗ। 34 ਨੰਬਰ ਕੁਐਸਚਨ ਦੇਖਦੇ ਹਾਂ, ਰਾਜਨੀਤੀ ਦੇ ਅਧਿਐਨ ਦੀ ਸਾਈਬਰਟੈਨਿਕ ਪਹੁੰਚ ਲਾਗੂ ਕੀਤੀ ਗਈ ਸੀ, ਤਾਂ ਇਹ ਸਾਈਬਰਟੈਨਿਕ ਪਹੁੰਚ ਸੀ ਕਿਹਦੇ ਵੱਲੋਂ ਕੀਤੀ ਗਈ ਸੀ, ਤਾਂ ਇਹਦਾ ਆਨਸਰ ਆਊਗਾ ਜੀ ਕਾਰਲ W ਡਿਊਚ ਦੁਆਰਾ। ਤਾਂ ਇਹਦਾ ਆਨਸਰ ਆਊਗਾ, ਤਾਂ ਇੱਕ ਕੁਝ ਇੰਪੋਰਟੈਂਟ ਥਿੰਕਰ ਨੇ ਉਹਨਾਂ ਦੇ ਬਾਰੇ ਗੱਲ ਕੀਤੀ ਗਈ ਹੈ। 35 ਨੰਬਰ ਕੁਐਸਚਨ,
ਰਾਜ ਦੀ ਉਤਪਤੀ ਦਾ ਸਭ ਤੋਂ ਜ਼ਿਆਦਾ ਸਵੀਕਾਰਯੋਗ ਸਿਧਾਂਤ ਹੇਠ ਲਿਖਿਆਂ ਵਿੱਚੋਂ ਕਿਹੜਾ ਹੈ? ਤਾਂ ਬਲ ਸਿਧਾਂਤ, ਇਤਿਹਾਸਿਕ ਸਿਧਾਂਤ, ਧਾਰਮਿਕ ਸਿਧਾਂਤ ਜਾਂ ਫਿਰ ਸਮਾਜਿਕ ਇਕਰਾਰਨਾਮਾ। ਤੇ ਇਹਦਾ ਹੋਊਗਾ ਜੀ ਸੋਸ਼ਲ ਕੰਟਰੈਕਟ ਜਾਂ ਫਿਰ ਸਮਾਜਿਕ ਇਕਰਾਰਨਾਮਾ ਸਿਧਾਂਤ ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਮੰਨਿਆ ਜਾਂਦਾ ਹੈ। 36 ਨੰਬਰ, ਇਹ ਵਿਚਾਰ ਕਿ ਨਿਆਂ ਅਤੇ ਸਮਾਨਤਾ ਵਿਚਕਾਰ ਗੂੜਾ ਸੰਬੰਧ ਹੈ, ਗੁਣ ਦੱਸਦਾ ਹੈ। ਵਿਅਕਤੀਵਾਦੀਆਂ ਦਾ, ਆਦਰਸ਼ਵਾਦੀਆਂ ਦਾ, ਸਮਾਜਵਾਦੀਆਂ ਦਾ ਜਾਂ ਆਰਕਸ਼ਵਾਦੀਆਂ ਦਾ? ਇਹ ਆਨਸਰ ਆਊਗਾ ਜੀ ਨਿਆਂ ਅਤੇ ਸਮਾਨਤਾ ਵਿਚਕਾਰ ਗੂੜਾ ਸੰਬੰਧ ਹੈ ਤਾਂ ਇਹ ਸਮਾਜਵਾਦੀਆਂ ਦਾ ਵਿਚਾਰ ਸੀ। 37 ਨੰਬਰ ਕੁਐਸਚਨ, ਕਾਨੂੰਨ ਰਾਜ ਦਾ ਅਰਥ ਹੈ। ਕਾਨੂੰਨ ਸਰਵੋਤਮ ਹੈ, ਸੰਸਦ ਸਰਵੋਤਮ ਹੈ, ਰਾਸ਼ਟਰਪਤੀ ਸਰਵੋਤਮ ਹੈ ਜਾਂ ਫਿਰ ਜਿਹੜਾ ਹੈਗਾ ਨਿਆਂ ਪ੍ਰਣਾਲੀ ਸਰਵੋਤਮ ਹੈ? ਤਾਂ ਦੇਖੋ ਇੱਥੇ ਆਊਗਾ ਜੀ ਕਾਨੂੰਨ ਰਾਜ ਦਾ ਮਤਲਬ ਹੁੰਦਾ ਵੀ ਕਾਨੂੰਨ ਸਭ ਤੋਂ ਜ਼ਿਆਦਾ ਉੱਪਰ ਹੁੰਦਾ ਹੈ। ਕਾਨੂੰਨ ਜਿੱਥੇ ਵੀ ਕਾਨੂੰਨ ਦਾ ਸ਼ਾਸਨ ਲਾਗੂ ਹੁੰਦਾ ਹੈਗਾ ਤਾਂ ਉੱਥੇ ਮੰਨਿਆ ਜਾਂਦਾ ਵੀ ਕਾਨੂੰਨ ਹੀ ਸਭ ਤੋਂ ਜ਼ਿਆਦਾ ਉੱਪਰ ਹੈਗਾ। 38 ਨੰਬਰ, ਆਰਥਿਕ ਉਦਾਰਤਾ ਤੋਂ ਬਿਨਾਂ ਰਾਜਨੀਤਿਕ ਉਦਾਰਤਾ ਮਿੱਥ ਹੈ ਜਾਂ ਇੱਕ ਕਲਪਨਾ ਹੈ? ਤਾਂ ਇਹ ਕਿਹਦੇ ਵਿਚਾਰ ਸੀਗੇ? ਤਾਂ ਇਹ ਸੀ ਜੀ GDH ਕੋਲੇ। ਇਹਦਾ ਆਨਸਰ ਆਊਗਾ ਡੀ, GDH ਕੋਲੇ ਦੇ ਵਿਚਾਰ ਸੀ ਇਹ। 39 ਨੰਬਰ ਕੁਐਸਚਨ, ਲੋਕਤੰਤਰ ਵਿੱਚ ਆਖਰੀ ਅਧਿਕਾਰ ਰਹਿੰਦੇ ਹਨ, ਕਿਹਦੇ ਕੋਲ ਰਹਿੰਦੇ ਨੇ? ਸੰਸਦ ਕੋਲੇ ਰਹਿੰਦੇ ਨੇ, ਲੋਕਾਂ ਕੋਲ ਰਹਿੰਦੇ ਨੇ, ਅਫਸਰਸ਼ਾਹੀ ਕੋਲੇ ਜਾਂ ਮੰਤਰੀਆਂ ਦੀ ਕਮੇਟੀ ਕੋਲੇ? ਦੇਖੋ ਜੀ ਲੋਕਤੰਤਰ ਦੇ ਵਿੱਚ ਆਖਰੀ ਹਥਿਆਰ ਸਭ ਤੋਂ ਜ਼ਿਆਦਾ ਉਹ ਕਿਹਦੇ ਕੋਲ ਹੁੰਦੇ ਨੇ? ਲੋਕਾਂ ਕੋਲ ਹੀ ਹੁੰਦੇ ਨੇ। ਉਹ ਸ਼ਕਤੀਆਂ ਦੀ ਅਲਹਿਦਗੀ ਦਾ ਜਿਹੜਾ ਸਿਧਾਂਤ ਦਿੱਤਾ ਸੀ ਤਾਂ ਉਹ ਕਿਹਨੇ ਦਿੱਤਾ ਸੀਗਾ? ਤਾਂ ਉਹ ਹੋਊਗਾ ਜੀ ਸੈਪਰੇਸ਼ਨ ਆਫ ਪਾਵਰ ਦਾ, ਕਾਰਲ ਮਾਰਕਸ, ਮਾਰਕਸ ਤੁੰਗ ਜਾਂ ਮੌਂਟੈਸਕਿਊ। ਤੇ ਆਨਸਰ ਹੋਊਗਾ ਜੀ ਮੌਂਟੈਸਕਿਊ। ਤਾਂ ਮੌਂਟੈਸਕਿਊ ਨੇ ਇੱਕ ਸਿਧਾਂਤ ਦਿੱਤਾ ਸੀ ਸੈਪਰੇਸ਼ਨ ਆਫ ਪਾਵਰ ਦਾ। ਤਾਂ 40 ਦਾ ਹੋਊਗਾ ਬੀ ਆਨਸਰ। ਇੱਕ ਅਧਿਕੇਂਦਰਿਤ ਰਾਜ ਵਿੱਚ ਆਮ ਤੌਰ ਤੇ ਕੀ ਹੁੰਦੀ ਹੈ? ਮਤਲਬ ਇੱਕ ਜਿਹੜਾ ਅਧਿਕੇਂਦਰਿਤ ਰਾਜ ਹੁੰਦਾ ਜਿੱਥੇ ਪਾਵਰਾਂ ਜਿਹੜੀਆਂ ਹੁੰਦੀਆਂ ਨੇ ਇੱਕ ਹੱਥ ਦੇ ਵਿੱਚ ਕੇਂਦਰਿਤ ਹੁੰਦੀਆਂ ਨੇ ਤਾਂ ਉੱਥੇ ਆਮ ਤੌਰ ਤੇ ਕਿਹੜੀ ਪਾਰਟੀ ਪਾਈ ਜਾਂਦੀਆਂ ਨੇ? ਉੱਥੇ ਇੱਕ ਪਾਰਟੀ ਪ੍ਰਣਾਲੀ, ਬਹੁ ਪਾਰਟੀ ਜਾਂ ਫਿਰ ਦੋ ਪਾਰਟੀ ਕਿਸੇ ਰਾਜਨੀਤਿਕ ਅਣਹੋਂਦ ਦੀ ਹੋਂਦ ਪਾਈ ਜਾਂਦੀ। ਤਾਂ ਉੱਥੇ ਆਊਗਾ ਜੀ ਇਹਦਾ ਇੱਕ, ਜਿਵੇਂ ਚਾਈਨਾ ਦੇ ਵਿੱਚ ਹੈ ਤਾਂ ਉਹ ਅਧਿਕੇਂਦਰਿਤ ਰਾਜ ਹੈ ਇੱਕ। 42 ਨੰਬਰ ਕੁਐਸਚਨ, ਹੇਠਾਂ ਦਿੱਤਾ ਵੀ ਕਿਹੜੇ ਦੇਸ਼ ਵਿੱਚ ਸਰਕਾਰ ਦਾ ਇਕਾਤਮਕ ਰੂਪ ਹੈ? ਇਕਾਤਮਕ ਰੂਪ ਕਿੱਥੇ ਸਰਕਾਰ ਦਾ? ਤਾਂ ਉੱਥੇ ਆਊਗਾ ਜੀ ਆਨਸਰ ਇਹਦਾ ਚੀਨ। ਚੀਨ ਦੇ ਵਿੱਚ ਇਕਾਤਮਕ ਸਰਕਾਰ ਹੈ। ਪਾਕਿਸਤਾਨ ਦੇ ਵਿੱਚ ਵੀ ਸਟੇਟ ਗਵਰਨਮੈਂਟ ਹੈ, ਸੈਂਟਰਲ ਗਵਰਨਮੈਂਟ ਹੈ। ਅਮਰੀਕਾ ਦੇ ਵਿੱਚ ਵੀ ਤੇ ਸਵਿਟਜ਼ਰਲੈਂਡ ਦੇ ਵਿੱਚ, ਪਰ ਚੀਨ ਦੇ ਸਾਨੂੰ ਇੱਕ ਪ੍ਰਕਾਰ ਦੀ ਸਰਕਾਰ ਜਿਹੜੀ ਉਹ ਮਿਲਦੀ ਹੈ। ਹਾਂਜੀ, ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਸਮਾਜਿਕ ਇਕਰਾਰਨਾਮੇ ਦਾ ਸਿਧਾਂਤਕ ਨਹੀਂ ਹੈ? ਤਾਂ ਇਹਦਾ ਆਨਸਰ ਹੋਊਗਾ ਜੀ ਲੌਸਕੀ। ਲੌਸਕੀ ਇਹਦਾ। ਰਾਜ ਦੇ ਸਪਤਾਂਗ ਸਿਧਾਂਤ ਦਾ ਜਿਹੜਾ ਪ੍ਰਤੀਪਾਦਨ ਕੀਤਾ ਸੀ, ਸਪਤਾਂਗ ਥਿਊਰੀ ਜਿਹੜੀ ਦਿੱਤੀ ਸੀ ਉਹ ਕਿਹਨੇ ਦਿੱਤੀ ਸੀ? ਤਾਂ ਉਹ ਦਿੱਤੀ ਸੀ ਕੌਟਲਿਆ ਨੇ। ਤੇ ਆਨਸਰ ਹੋਊਗਾ ਕੌਟਲਿਆ, ਬੀ ਆਨਸਰ ਆਊਗਾ ਇਹਦਾ। 45 ਨੰਬਰ ਕੁਐਸਚਨ ਦੇਖ ਲੈਂਦੇ ਆ। ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਸ੍ਰੇਸ਼ਟ ਵਰਗ ਦਾ ਸਿਧਾਂਤਕਾਰ ਨਹੀਂ ਹੈ? ਸ੍ਰੇਸ਼ਟ ਵਰਗ ਦਾ ਸਿਧਾਂਤਕਾਰ ਇਹਨਾਂ ਵਿੱਚੋਂ ਕਿਹੜਾ ਨਹੀਂ ਹੈ? ਤਾਂ JS ਮਿਲ, ਪ੍ਰੈਟੋ, ਮੌਸਕਾ, ਸੀ ਰਾਈਟ ਮਿਲ। ਤੇ ਆਨਸਰ ਹੋਊਗਾ ਜੀ ਏ ਆਨਸਰ, JS ਮਿਲ। ਸ੍ਰੇਸ਼ਟ ਵਰਗ ਦਾ ਸਿਧਾਂਤਕਾਰ ਨਹੀਂ ਹੈ। ਰਾਜਨੀਤਿਕ ਵਿਕਾਸ ਦਾ ਜਿਹੜਾ ਸਿਧਾਂਤ ਪੁਸਤਕ ਸੀਗੀ ਉਹ ਕਿਹਨੇ ਦਿੱਤੀ ਸੀਗੀ? ਰਾਜਨੀਤਿਕ ਵਿਕਾਸ ਪੁਸਤਕ ਦਾ ਲੇਖਕ ਕੌਣ ਹੈ? ਤਾਂ ਡੇਵਿਡ ਈਸਟਨ, ਗੈਬਰੀਅਲ ਆਲਮੰਡ ਤੇ SP ਰਿਟਿੰਗਟਨ। ਤੇ ਆਨਸਰ ਹੋਊਗਾ ਜੀ ਸੀ ਆਨਸਰ। ਦੇਖੋ ਬੁੱਕਸ ਵਗੈਰਾ ਕਾਫੀ ਦਿੱਤੇ ਗਏ ਨੇ ਨਾਮ, ਠੀਕ ਹੈ, ਤਾਂ ਇੰਨੇ ਯਾਦ ਕਰਨੇ ਬਹੁਤ ਮੁਸ਼ਕਿਲ ਹੁੰਦੇ ਨੇਗੇ, ਪਰ ਫਿਰ ਵੀ ਆਪਾਂ ਨੂੰ ਇਹ ਯਾਦ ਕਰਨੇ ਪੈਣਗੇ, ਠੀਕ ਹੈ, ਤਾਂ ਕਾਫੀ ਮੁਸ਼ਕਿਲ ਹੁੰਦੇ ਨੇ। ਮੈਂ ਵੀ ਕਈ ਆਨਸਰ ਇਹਦੇ ਮਤਲਬ ਰੱਟੇ ਲਾਏ ਹੋਏ ਨੇ ਇਹਦੇ, ਠੀਕ ਹੈ। ਨੈਕਸਟ ਹੈ 47 ਨੰਬਰ, ਕਿਉਂਕਿ ਆਪਾਂ ਇਹਨਾਂ ਦੇ ਕੰਸੈਪਟ ਨੂੰ ਤਾਂ ਯਾਦ ਕਰ ਸਕਦੇ ਹਾਂ ਪਰ ਬੁੱਕਸ ਨੂੰ ਆਪਾਂ ਨੂੰ ਯਾਦ ਕਰਨਾ ਪਊਗਾ, ਠੀਕ ਹੈ। ਕਿਹੜੀ ਕਿਹੜੀ ਬੁੱਕਸ ਜਿਹੜੀ ਸਾਡੇ ਥਿੰਕਰਾਂ ਦੀਆਂ ਸੀਗੀਆਂ? ਉਦਾਰਤਾ, ਸਮਾਨਤਾ, ਭਾਈਚਾਰੇ ਦੇ ਸਿਧਾਂਤ ਜਿਹੜੇ ਛੱਡੇ ਗਏ ਸੀਗੇ। ਦੇਖੋ ਹੁਣ ਜਿਹੜੇ ਉਦਾਰਤਾ, ਸਮਾਨਤਾ ਤੇ ਭਾਈਚਾਰੇ ਦੇ ਸਿਧਾਂਤ ਸਾਨੂੰ ਮਿਲਦੇ ਨੇਗੇ, ਇਹਦਾ ਪ੍ਰਭਾਵ ਭਾਰਤ ਦੀ ਆਜ਼ਾਦੀ ਤੇ ਵੀ ਪਿਆ ਸੀਗਾ, ਤਾਂ ਇਹ ਸਾਨੂੰ ਆਨਸਰ ਆਊਗਾ ਇਹਦਾ 1799 ਦੇ ਫ੍ਰੈਂਚ ਅੰਦੋਲਨ ਤੋਂ। ਤਾਂ ਡੀ ਆਨਸਰ ਆਊਗਾ ਇਹਦਾ। ਕਾਨੂੰਨੀ ਸਮਾਨਤਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਜਿਹੜਾ ਆਦਰਸ਼ ਹੈ ਉਹ ਕਿੰਨਾ ਲੋਕਾਂ ਦਾ ਮੰਨਿਆ ਜਾਂਦਾ ਹੈਗਾ? ਮਤਲਬ ਕਹਿੰਦੇ ਕਾਨੂੰਨ ਦੇ ਸਾਹਮਣੇ ਸਮਾਨਤਾ ਹੋਣੀ ਚਾਹੀਦੀ ਸਾਰੇ ਲੋਕਾਂ ਨੂੰ। ਤਾਂ ਇਹ ਵਿਚਾਰ ਸੀ ਉਦਾਰਵਾਦੀਆਂ ਦਾ, ਲਿਬਰਲਿਜ਼ਮ ਦਾ ਵਿਚਾਰ ਸੀਗਾ ਇਹ, ਕਾਨੂੰਨ ਦੇ ਸਾਹਮਣੇ ਸਾਰੇ ਵਿਅਕਤੀਆਂ ਨੂੰ ਬਰਾਬਰਤਾ ਮਿਲਣੀ ਚਾਹੀਦੀ ਹੈ, ਠੀਕ ਹੈ। 49 ਕਹਿੰਦਾ ਲੌਕ ਕਹਿੰਦਾ 49 ਨੰਬਰ ਕੁਐਸਚਨ ਦੇ ਵਿੱਚ ਲੌਕ ਕਹਿੰਦਾ ਵੀ ਆਦਮੀ ਜਿਹੜਾ ਸੁਭਾਅ ਪੱਖੋਂ ਹੈਗਾ ਉਹ ਕੀ ਹੈਗਾ? ਉਹ ਸਮਾਜਿਕ ਹੈ ਤੇ ਮਦਦਗਾਰ ਹੈ, ਸਵਾਰਥੀ ਹੈ, ਬਹੁਤ ਸਵਾਰਥੀ ਹੈ, ਬਹੁਤ ਖਤਰਨਾਕ ਹੈ। ਤਾਂ ਲੌਕ ਮੰਨਦਾ ਸੀ ਵੀ ਜਿਹੜਾ ਆਦਮੀ ਵਿਅਕਤੀ ਹੈਗਾ ਉਹ ਸੁਭਾਅ ਪੱਖੋਂ ਸਮਾਜਿਕ ਵੀ ਹੈ ਤੇ ਉਹ ਮਦਦਗਾਰ ਵੀ ਹੈ। ਤਾਂ ਆਨਸਰ ਹੈ
ठीक है, क्योंकि उदारवादी थिंकर सी ਉਹ ਨਾ। 50 ਨੰਬਰ ਕੁਐਸਚਨ, ਭਾਰਤ ਦਾ ਸੰਸਦੀ ਰੂਪ ਉਤਪੰਨ ਹੋਇਆ ਸੀ, ਜਾਂ ਇਹ ਕਹਿ ਸਕਦੇ ਅਸੀਂ ਭਾਰਤ ਨੇ ਆਪਣਾ ਜਿਹੜਾ ਸੰਸਦੀ ਪ੍ਰਣਾਲੀ ਦਾ ਕਨਸੈਪਟ ਸੀ ਉਹ ਕਿਹੜੇ ਦੇਸ਼ ਤੋਂ ਉਧਾਰ ਲਿਆ ਸੀਗਾ? ਤਾਂ ਉਧਾਰ ਲਿਆ ਸੀ ਅਸੀਂ ਇੰਗਲੈਂਡ ਤੋਂ। ਇੰਗਲੈਂਡ ਮਤਲਬ ਬਰਤਾਨੀਆ ਤੋਂ ਲਿਆ ਸੀ। ਤਾਂ ਆਨਸਰ ਆ ਜਾਊਗਾ ਜੀ ਸੀ ਆਨਸਰ। ਢਾਂਚਾਗਤ ਕਿਰਿਆਸ਼ੀਲਤਾ ਵਿੱਚ ਪਹੁੰਚ ਦਿੱਤੇ ਗਏ ਇਨਪੁਟ ਫੰਕਸ਼ਨਾਂ ਦੀ ਸੰਖਿਆ ਕਿੰਨੀ ਹੈ? ਤਾਂ ਇਹਦਾ ਆਨਸਰ ਆਊਗਾ ਜੀ 4 ਆਨਸਰ। 51 ਦਾ 4 ਆਨਸਰ। ਸ਼੍ਰੋਮਣੀ ਅਕਾਲੀ ਦਲ ਦੀ ਖੋਜ ਨਹੀਂ, ਮਤਲਬ ਇੱਥੇ ਇਹਦਾ ਗਠਨ ਹੋਇਆ ਸੀ ਤਾਂ ਕਦੋਂ ਹੋਇਆ ਸੀ? ਸ਼੍ਰੋਮਣੀ ਅਕਾਲੀ ਦਲ ਦਾ ਗਠਨ 1920 ਦੇ ਵਿੱਚ ਹੋਇਆ ਸੀ। ਤਾਂ ਇਹਦਾ ਆਨਸਰ ਆ ਜਾਊਗਾ ਜੀ ਡੀ ਆਨਸਰ। ਪਹਿਲਾ ਸਿੰਘ ਸਭਾ ਜਿਹੜਾ ਅੰਦੋਲਨ ਸੀ ਕਦੋਂ ਹੋਇਆ ਸੀ? ਪਹਿਲਾ ਸਿੰਘ ਸਭਾ ਅੰਦੋਲਨ 1873 ਦੇ ਵਿੱਚ, 57 ਦੇ ਵਿੱਚ, 90 ਦੇ ਵਿੱਚ ਜਾਂ 85? ਇਹਦਾ ਆਨਸਰ ਆਊਗਾ ਜੀ 1873 ਦੇ ਵਿੱਚ ਹੋਇਆ ਸੀਗਾ ਪਹਿਲਾ ਸਿੰਘ ਸਭਾ ਅੰਦੋਲਨ। ਪੈਪਸੂ ਨੂੰ ਕਦੋਂ ਮਰਜ ਕੀਤਾ ਗਿਆ ਸੀ? ਪੈਪਸੂ 8 ਰਾਜਾਂ ਦਾ 8 ਜਿਹੜੀਆਂ ਰਿਆਸਤਾਂ ਸੀ ਉਹਨਾਂ ਦਾ ਇੱਕ ਸੰਗਠਨ ਸੀਗਾ। ਤਾਂ 1948 ਦੇ ਵਿੱਚ ਫਾਰਮ ਦੇ ਵਿੱਚ ਆਇਆ ਸੀ ਤੇ ਉਸ ਤੋਂ ਬਾਅਦ ਇਹਨੂੰ 1956 ਦੇ ਵਿੱਚ ਪੰਜਾਬ ਦੇ ਵਿੱਚ ਮਰਜ ਕਰ ਲਿਆ ਗਿਆ ਸੀਗਾ। 55 ਨੰਬਰ ਕੁਐਸਚਨ, 1985 ਦੀਆਂ ਰਾਜ ਅਸੈਂਬਲੀ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਕੌਣ ਬਣਿਆ ਸੀਗਾ? ਤਾਂ ਉਸ ਟਾਈਮ ਮੁੱਖ ਮੰਤਰੀ ਬਣੇ ਸੀ ਜੀ ਸੁਰਜੀਤ ਸਿੰਘ ਬਰਨਾਲਾ। ਇਹ ਸਾਡੇ ਸੀਐਮ ਬਣੇ ਸੀਗੇ 1985 ਦੀ ਇਲੈਕਸ਼ਨ ਤੋਂ ਬਾਅਦ। ਪੰਜਾਬ ਸੰਧੀ ਹਸਤਾਖਰ ਕੀਤੀ ਗਈ ਸੀ। ਪੰਜਾਬ ਸੰਧੀ ਹਸਤਾਖਰ ਕੀਤੀ ਗਈ ਸੀਗੀ, ਇਹਦੀ ਡੇਟ ਹੈ ਪ੍ਰੋਪਰ 24 ਜੁਲਾਈ 1885 ਦੀ। ਠੀਕ ਹੈ, ਪੰਜਾਬ ਸੰਧੀ ਜਿਹੜੀ ਹਸਤਾਖਰ ਕੀਤੀ ਗਈ ਸੀ ਤਾਂ ਇਹ 24 ਜੁਲਾਈ 1885 ਨੂੰ। ਨੈਕਸਟ ਹੈ ਜੀ ਨਾਈਟ ਆਫ ਫਾਲਸੁੱਡ। ਨਾਈਟਸ ਆਫ ਫਾਲਸੁੱਡ ਇੱਕ ਬੁੱਕ ਸੀਗੀ, ਉਹ ਲਿਖੀ ਸੀ KPS ਗਿੱਲ ਦੁਆਰਾ। KPS ਗਿੱਲ ਪੰਜਾਬ ਪੁਲਿਸ ਦੇ DGP ਰਹੇ ਨੇਗੇ। ਅੱਤਵਾਦ ਦੇ ਟਾਈਮ ਦੇ ਵਿੱਚ ਇਹਨਾਂ ਨੇ ਉਸ ਟਾਈਮ ਪੰਜਾਬ ਪੁਲਿਸ ਦੇ DGP ਤੌਰ ਤੇ ਕੰਮ ਕੀਤਾ ਸੀਗਾ। ਤਾਂ 57 ਦਾ ਆਨਸਰ ਆਊਗਾ D। 58 ਨੰਬਰ ਕੁਐਸਚਨ, ਹੇਠਾਂ ਦਿੱਤੇ ਭਾਰਤੀ ਪ੍ਰਸ਼ਾਸਨ ਦੀ ਇੱਕ ਵਿਸ਼ੇਸ਼ਤਾ ਨਹੀਂ ਇਹਨਾਂ ਦੇ ਵਿੱਚੋਂ? ਇਕਸਾਰਤਾ, ਵਿਕੇਂਦਰੀਕਰਨ, 2 ਅਮਲੀ ਰਾਜ ਜਾਂ ਸੁਤੰਤਰ ਨਿਆਂਪਾਲਿਕਾ? ਤਾਂ ਦੇਖੋ ਇੱਥੇ ਇਹਦੀ ਜਿਹੜੀ ਸਾਨੂੰ ਵਿਸ਼ੇਸ਼ਤਾ, ਵਿਕੇਂਦਰੀਕਰਨ ਵੀ ਹੈਗਾ ਇੱਥੇ, ਠੀਕ ਹੈ, ਸੁਤੰਤਰ ਨਿਆਂਪਾਲਿਕਾ ਵੀ ਹੈਗਾ, 2 ਅਮਲੀ ਰਾਜ ਵੀ ਹੈਗੇ। ਡਾਇਰ 'ਚ ਨਹੀਂ ਇੱਥੇ ਮਿਲਦੀ ਸਾਨੂੰ, ਇਕਸਾਰਤਾ ਤਾਂ ਹੈਗੀ, ਡਾਇਰ 'ਚ ਨਹੀਂ ਮਿਲਦੀ ਹੈਗੀ। ਠੀਕ ਹੈ, ਡਾਇਰ 'ਚ ਦਾ ਮਤਲਬ ਕੀ ਹੁੰਦਾ ਵੀ ਜਿਵੇਂ ਬੰਗਾਲ ਦੇ ਵਿੱਚ ਡਾਇਰ 'ਚ ਲਾਗੂ ਕੀਤੀ ਗਈ ਸੀ, ਦੁਆਰਾ ਸ਼ਾਸਨ ਪ੍ਰਣਾਲੀ ਲਾਗੂ ਕੀਤੀ ਗਈ ਸੀ, ਤਾਂ ਇੱਥੇ ਸਾਨੂੰ ਉਹ ਦੇਖਣ ਨੂੰ ਮਿਲਦੀ। ਤਾਂ ਇਹਦਾ ਆਨਸਰ ਆਊਗਾ ਜੀ ਸੀ ਆਨਸਰ। ਨੌਕਰਸ਼ਾਹੀ ਜਿਹੜਾ ਸ਼ਬਦ ਹੈ ਇਹ ਕਿਹਨੇ ਘੜਿਆ ਸੀ? ਤਾਂ ਨੌਕਰਸ਼ਾਹੀ ਜਿਹੜਾ ਸ਼ਬਦ ਦਿੱਤਾ ਗਿਆ ਸੀ, ਇਹ ਦਿੱਤਾ ਗਿਆ ਸੀ ਮੈਕਸ ਵੈਬਰ ਵੱਲੋਂ। ਠੀਕ ਹੈ, ਤਾਂ ਮੈਕਸ ਵੈਬਰ ਕਹਿੰਦਾ ਵੀ ਜਿਹੜੀ ਨੌਕਰਸ਼ਾਹੀ ਹੁੰਦੀ ਹੈ ਕਿ ਪਿਰਾਮਿਡ ਦੀ ਸ਼ੇਪ ਦੇ ਵਿੱਚ ਹੁੰਦੀ ਹੈ, ਜਿਹਦੇ ਉੱਪਰ ਸਭ ਤੋਂ ਟੌਪ ਦੇ ਉੱਪਰ ਬੰਦਾ ਬੈਠਾ ਹੁੰਦਾ। ਮੰਨ ਲਓ ਜ਼ਿਲ੍ਹਾ ਲੈਵਲ ਦੀ ਗੱਲ ਕਰ ਦਿੰਦਾ DC ਅਤੇ ਇਸ ਤੋਂ ਨੀਚੇ ਜਿਵੇਂ ਜਿਵੇਂ ਤੁਸੀਂ ਨੀਚੇ ਆਈ ਜਾਓਗੇ ਉਵੇਂ ਪਾਵਰਾਂ ਘਟਦੀਆਂ ਜਾਣਗੀਆਂ, ਪਰ ਸੰਖਿਆ ਉਹਨਾਂ ਦੀ ਵੱਧਦੀ ਜਾਊਗੀ। ਵਿਅਕਤੀਆਂ ਦੀ ਸੰਖਿਆ ਵੱਧਦੀ ਜਾਊਗੀ, ਪਾਵਰਾਂ ਘਟਦੀਆਂ ਜਾਣਗੀਆਂ। ਪਰ ਜਿਵੇਂ ਅਸੀਂ ਉੱਪਰ ਜਾਵਾਂਗੇ ਤਾਂ ਪਾਵਰਾਂ ਵੱਧਦੀਆਂ ਜਾਣਗੀਆਂ, ਸੰਖਿਆ ਉੱਪਰ ਜਾ ਕੇ ਕੀ ਕਰੂਗੀ? ਘਟ ਜੂਗੀ। ਜਿਵੇਂ DC ਹੈ ਤਾਂ DC ਸਭ ਤੋਂ ਪਾਵਰਫੁਲ ਹੈ ਡਿਸਟ੍ਰਿਕਟ ਲੈਵਲ ਤੇ। ਤਾਂ ਮੈਕਸ ਵੈਬਰ ਨੇ ਦਿੱਤਾ ਸੀ ਇਹ। ਹੇਠਾਂ ਤੋਂ ਕਿਸ ਨੇ ਨਿੱਜੀ ਅਤੇ ਸਾਰਵਜਨਿਕ ਪ੍ਰਸ਼ਾਸਨ ਦੇ ਵਿਚਕਾਰ ਜਿਹੜਾ ਉਹ ਅੰਤਰ ਸਾਫ਼ ਕੀਤਾ ਸੀਗਾ? ਤਾਂ ਇਹਦਾ ਆਨਸਰ ਆਊਗਾ ਜੀ ਮੈਰੀ P. ਫੋਲੇਟ। ਮੈਰੀ P. ਫੋਲੇਟ ਇਹ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਥਿੰਕਰ ਹੈਗੀ ਇੱਕ, ਮੈਰੀ P. ਫੋਲੇਟ। ਇਹਦਾ ਆਨਸਰ ਆਊਗਾ B ਆਨਸਰ। 61 ਨੰਬਰ ਕੁਐਸਚਨ ਦੇਖ ਲੈਂਦੇ ਆ। ਸਰਕਾਰ ਦੇ ਸੰਸਦੀ ਰੂਪ ਦੀ ਵਿਸ਼ੇਸ਼ਤਾ ਦਾ ਵਰਣਨ ਕੀਤਾ ਜਾਂਦਾ ਹੈ। ਮਤਲਬ ਇਹਦੇ ਵਿੱਚੋਂ ਕਿਹੜੀ ਵਿਸ਼ੇਸ਼ਤਾ ਦਾ ਵਰਣਨ ਕੀਤਾ ਜਾਂਦਾ ਹੈ? ਰਾਜਨੀਤਿਕ ਸਮਰੂਪਤਾ ਪਾਈ ਜਾਂਦੀ, ਇਹ ਵੀ ਠੀਕ ਹੈ। ਰਾਜਨੀਤਿਕ ਪ੍ਰਬੰਧਕ ਅਤੇ ਵਿਧਾਨ ਸਭਾ ਦੇ ਭੇਦ ਪਾਇਆ ਜਾਂਦਾ ਹੈ। ਰਾਜਨੀਤਿਕ ਪ੍ਰਬੰਧਕ ਅਤੇ ਨਿਆਂ ਪ੍ਰਣਾਲੀ 'ਚ ਭੇਦ ਪਾਇਆ ਜਾਂਦਾ ਹੈ। ਠੀਕ ਹੈ, ਜਾਂ ਉਪਰੋਕਤ ਸਾਰੇ? ਤਾਂ ਆਨਸਰ ਆਊਗਾ ਜੀ ਉਪਰੋਕਤ ਸਾਰੇ। D ਆਨਸਰ ਆਊਗਾ ਇਹਦਾ 61 ਦਾ D ਆਨਸਰ। 62 ਭਾਰਤ ਦੇ ਕਿਹੜੇ ਉਪ ਰਾਸ਼ਟਰਪਤੀ ਨੇ ਰਾਸ਼ਟਰਪਤੀ ਦੇ ਦਫ਼ਤਰ ਲਈ ਵਿਵਾਦ ਆਪਣਾ ਅਸਤੀਫਾ ਦੇ ਦਿੱਤਾ ਸੀਗਾ? ਤਾਂ ਉਪ ਰਾਸ਼ਟਰਪਤੀ ਦੁਆਰਾ ਅਸਤੀਫਾ ਦਿੱਤਾ ਗਿਆ ਸੀ। ਤੇ ਪਹਿਲੇ ਉਪ ਰਾਸ਼ਟਰਪਤੀ ਕੌਣ ਸੀ ਜਿਨ੍ਹਾਂ ਨੇ ਵਿਵਾਦ ਹੋ ਗਿਆ ਸੀਗਾ ਉਸ ਟਾਈਮ ਤਾਂ ਉਹ ਅਸਤੀਫਾ ਦਿੱਤਾ ਸੀ? ਤਾਂ ਉਹ ਸੀਗੇ ਜੀ VV ਗਿਰੀ। ਭਾਰਤ ਦੇ ਪਹਿਲੇ ਕਾਰਜਕਾਰੀ ਰਾਸ਼ਟਰਪਤੀ ਹੋਏ ਨੇ ਤੇ ਇਹ ਅਸਤੀਫਾ ਦੇਣ ਵਾਲੇ ਪਹਿਲੇ ਉਪ ਰਾਸ਼ਟਰਪਤੀ ਹੋਏ ਸੀਗੇ। ਤੇ ਆਜ਼ਾਦ ਜਿੱਤਣ ਵਾਲੇ ਵੀ ਸੀਗੇ ਇਹ, ਮਤਲਬ ਕਿਸੇ ਵੀ ਕੈਂਡੀਡੇਟ ਵੱਲੋਂ ਖੜੇ ਨਹੀਂ ਹੋਏ ਸੀਗੇ। ਤੇ ਦੂਸਰੀ ਵਾਰ ਦੀ ਗਣਨਾ ਦੇ ਜਿੱਤਣ ਵਾਲੇ ਵੀ ਸੀਗੇ ਉਪ ਰਾਸ਼ਟਰਪਤੀ VV ਗਿਰੀ। 63 ਨੰਬਰ ਕੁਐਸਚਨ ਦੇਖ ਲੈਂਦੇ ਆ। ਭਾਰਤ ਵਿੱਚ ਨਾਮਜ਼ਦ ਲੋਕ ਸਭਾ ਦੇ ਵਿੱਚ ਨਾਮਜ਼ਦ ਮੈਂਬਰਾਂ ਦੀ ਸੰਖਿਆ ਕਿੰਨੀ ਹੈ? ਤਾਂ ਦੇਖੋ ਇਹਦਾ ਆਨਸਰ ਆਉਣਾ ਸੀ ਵੈਸੇ 2, ਪਰ ਉਹਨਾਂ ਦਾ ਆਨਸਰ ਆਊਗਾ 0, ਕਿਉਂਕਿ ਜਿਹੜੇ ਐਂਗਲੋ ਇੰਡੀਅਨ ਮੈਂਬਰ ਸੀ ਇਹਨਾਂ ਦਾ ਖਾਤਮਾ ਕਰ ਦਿੱਤਾ ਗਿਆ। ਮਤਲਬ ਇਹ ਹੁਣ ਲੋਕ ਸਭਾ ਦੇ ਵਿੱਚ ਨਹੀਂ ਚੁਣੇ ਜਾਂਦੇ ਹੈਗੇ। 64 ਨੰਬਰ, ਭਾਰਤੀ ਸੰਵਿਧਾਨ ਅਣਵੰਡੀਆਂ ਸ਼ਕਤੀਆਂ ਰਾਖਵੀਆਂ ਕਰਦਾ ਹੈ। ਕਿਹਨੂੰ ਕਰਦਾ ਹੈ? ਅਣਵੰਡੀਆਂ ਸ਼ਕਤੀਆਂ ਦੇਖੋ ਕਿਹਦੇ ਕੋਲ ਹੁੰਦੀਆਂ ਨੇ? ਮਤਲਬ ਹੁਣ ਸਾਨੂੰ ਪਤਾ ਵੀ ਸਾਡੇ ਸੰਵਿਧਾਨ ਦੇ ਅਨੁਸਾਰ ਜਿਹੜੀ ਹੈ ਉਹ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ। ਤਾਂ ਸ਼ਕਤੀਆਂ ਦੀ ਵੰਡ ਕਿਹੜੀ ਕਿਹੜੀ ਕੀਤੀ ਗਈ ਹੈਗੀ? ਉਹ ਤਾਂ ਇੱਕ ਸੰਘ ਸੂਚੀ ਦੇ ਵਿੱਚ ਕੀਤੀ ਗਈ, ਇੱਕ ਸਮਵਰਤੀ ਸੂਚੀ ਦੇ ਵਿੱਚ ਕੀਤੀ ਗਈ ਹੈ। ਠੀਕ ਹੈ, ਪਰ ਜਿਹੜੀ ਵਾਧੂ ਸ਼ਕਤੀਆਂ ਵੱਜ ਜਾਣਗੀਆਂ ਉਹ ਕਿਹਦੇ ਕੋਲ ਆਣੀ ਹੈ? ਉਹ ਸੰਘ ਕੋਲੇ ਆਣੀ ਹੈ। ਤੇ ਇਹਦਾ ਆਨਸਰ ਆ ਜਾਊਗਾ ਜੀ C ਆਨਸਰ। 65 ਨੰਬਰ ਕੁਐਸਚਨ ਦੇਖ ਲੈਂਦੇ ਆ। ਸੁਤੰਤਰਤਾ ਤੋਂ ਬਾਅਦ ਭਾਰਤ ਦਾ ਪਹਿਲਾ ਚੀਫ ਜਸਟਿਸ ਕੌਣ ਸੀ? ਤਾਂ ਇਹਦਾ ਆਨਸਰ ਆਊਗਾ ਜੀ ਹੀਰਾ ਲਾਲ ਕਾਨੀਆ। ਤਾਂ ਭਾਰਤ ਦੇ ਪਹਿਲੇ ਜਿਹੜੇ ਸਾਡੇ CJI ਬਣੇ ਸੀ ਉਹ ਤੋਂ ਕੌਣ ਸੀਗੇ? ਹੀਰਾ ਲਾਲ ਕਾਨੀਆ ਸੀਗੇ। 66 ਨੰਬਰ ਕੁਐਸਚਨ ਦੇਖ ਲੈਂਦੇ ਆ। ਭਾਰਤ ਵਿੱਚ ਇੱਕ ਵਿਅਕਤੀ ਸੰਸਦ ਦਾ ਮੈਂਬਰ ਬਣੇ ਬਿਨਾਂ
ਵੱਧ ਤੋਂ ਵੱਧ ਕਿੰਨੇ ਸਮੇਂ ਲਈ ਕੈਬਨਿਟ ਦਾ ਮੈਂਬਰ ਰਹਿ ਸਕਦਾ ਹੈ? ਤਾਂ ਦੇਖੋ ਭਾਰਤ ਦਾ ਕੋਈ ਵੀ ਲੋਕ ਸਭਾ ਮੈਂਬਰ ਜਾਂ ਰਾਜ ਸਭਾ ਮੈਂਬਰ ਹੈਗਾ ਉਹੀ ਮੰਤਰੀ ਬਣ ਸਕਦਾ, ਪਰ ਜੋ ਮੰਤਰੀ ਨਾ ਵੀ ਬਣਦਾ ਹੈ ਤਾਂ ਵੀ ਉਹ ਕਿੰਨੇ ਸਮੇਂ ਲਈ ਕੈਬਨਿਟ ਮੰਤਰੀ ਬਣ ਸਕਦਾ ਜਾਂ ਫਿਰ ਉਹ ਪ੍ਰਧਾਨ ਮੰਤਰੀ ਬਣ ਸਕਦਾ ਹੈਗਾ? ਤਾਂ ਉਹਦਾ ਆਨਸਰ ਹੋਊਗਾ 6 ਮਹੀਨੇ। 6 ਮਹੀਨੇ ਤੱਕ ਉਹ ਵਿਅਕਤੀ ਉਹ ਮੰਤਰੀ ਜਾਂ ਫਿਰ ਪ੍ਰਧਾਨ ਮੰਤਰੀ ਬਣਿਆ ਰਹਿ ਸਕਦਾ ਹੈਗਾ। ਇਹੀ ਰੂਲ ਬਿਲਕੁਲ ਸੇਮ ਸਟੇਟਾਂ ਦੇ ਲਾਗੂ ਹੁੰਦਾ ਹੈ। ਸਟੇਟਾਂ ਦੇ ਵਿੱਚ ਤੁਸੀਂ ਮੰਤਰੀ ਬਣਨਾ ਜਾਂ ਫਿਰ ਤੁਸੀਂ ਮੁੱਖ ਮੰਤਰੀ ਬਣਨਾ ਤਾਂ ਤੁਸੀਂ 6 ਮਹੀਨੇ ਦੇ ਅੰਦਰ ਤੁਹਾਨੂੰ ਵਿਧਾਨ ਸਭਾ ਦਾ ਜਾਂ ਵਿਧਾਨ ਪਰਿਸ਼ਦ ਦਾ ਮੈਂਬਰ ਬਣਨਾ ਪਊਗਾ। ਇਹ ਰੂਲ ਲਾਗੂ ਹੁੰਦਾ ਹੈਗਾ ਸੈਂਟਰ ਦੇ ਵਿੱਚ। ਤੁਸੀਂ ਬਿਨਾਂ ਲੋਕ ਸਭਾ ਰਾਜ ਸਭਾ ਮੈਂਬਰ ਬਣੇ ਬਿਨਾਂ ਤੁਸੀਂ ਮੰਤਰੀ ਜਾਂ ਫਿਰ ਪ੍ਰਧਾਨ ਮੰਤਰੀ ਬਣ ਸਕਦੇ ਹੋਗੇ। 6 ਮਹੀਨਿਆਂ ਦੇ ਅੰਦਰ ਤੁਹਾਨੂੰ ਫਿਰ ਮੈਂਬਰ ਬਣਨਾ ਪੈਂਦਾ ਹੈ। 67 ਨੰਬਰ ਕੁਐਸਚਨ ਕੀ ਕਹਿ ਰਿਹਾ ਹੈ? ਭਾਰਤ ਦੀ ਸਰਵਉੱਚ ਅਦਾਲਤ ਰਾਸ਼ਟਰਪਤੀ ਨੂੰ ਕਾਨੂੰਨ ਜਾਂ ਤੱਥ ਦੇ ਮਾਮਲਿਆਂ ਦੇ ਵਿੱਚ ਸਲਾਹ ਦਿੰਦੀ ਹੈ। ਆਪਣੀ ਪਹਿਲ ਤੇ ਦਿੰਦੀ ਹੈ, ਸਿਰਫ ਜੇਕਰ ਉਹ ਆਪਣੀ ਸਲਾਹ ਚਾਹੁੰਦਾ ਹੈ, ਸਿਰਫ ਜੇਕਰ ਮਸਲਾ ਨਾਗਰਿਕਾਂ ਦੇ ਬੁਨਿਆਦੀ ਅਧਿਕਾਰਾਂ ਨਾਲ ਸੰਬੰਧਿਤ ਹੈ, ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਹੈ। ਤਾਂ ਦੇਖੋ ਇਹਦਾ ਆਨਸਰ ਆਊਗਾ ਬੀ ਆਨਸਰ, ਜੇਕਰ ਉਹ ਅਜਿਹੀ ਸਲਾਹ ਚਾਹੁੰਦਾ ਹੈ। ਹੁਣ ਇੱਥੇ ਗੱਲ ਕਲੀਅਰ ਹੋਣੀ ਚਾਹੀਦੀ ਹੈ ਵੀ ਸੁਪਰੀਮ ਕੋਰਟ ਜਿਹੜੀ ਹੈ ਉਹ ਰਾਸ਼ਟਰਪਤੀ ਨੂੰ ਸਲਾਹ ਦੇਣ ਲਈ ਕੰਪਲਸਰੀ ਨਹੀਂ ਹੈਗੀ, ਠੀਕ ਹੈ, ਤੇ ਰਾਸ਼ਟਰਪਤੀ ਸੁਪਰੀਮ ਕੋਰਟ ਦੀ ਸਲਾਹ ਮੰਨਣ ਨੂੰ ਵੀ ਕੰਪਲਸਰੀ ਨਹੀਂ ਹੈਗਾ। ਦੋਨੇ ਗੱਲਾਂ ਨੇ ਇੱਥੇ। 68 ਨੰਬਰ ਕੁਐਸਚਨ ਹੈ, ਰਾਜ ਪ੍ਰਸ਼ਾਸਨ ਦਾ ਕਾਨੂੰਨੀ ਮੁਖੀ ਕੌਣ ਹੈ ਜਾਂ ਰਾਜ ਦਾ ਜਿਹੜਾ ਮੁਖੀ ਕੌਣ ਮੰਨਿਆ ਜਾਂਦਾ? ਤਾਂ ਇਹਦਾ ਆਨਸਰ ਆਊਗਾ ਜੀ ਰਾਜ ਦਾ ਗਵਰਨਰ, ਕਿਉਂਕਿ ਸੰਵਿਧਾਨਿਕ ਸ਼ਕਤੀਆਂ ਜਿਹੜੀਆਂ ਹੁੰਦੀਆਂ ਨੇ ਉਹ ਰਾਜ ਦੀਆਂ ਉਹ ਕਿਹਦੇ ਕੋਲ ਹੁੰਦੀਆਂ ਨੇ? ਉਹ ਰਾਜ ਦੇ ਗਵਰਨਰ ਕੋਲ ਹੁੰਦੀਆਂ ਨੇ। 69 ਨੰਬਰ ਕੁਐਸਚਨ, ਭਾਰਤ ਦਾ ਰਾਸ਼ਟਰਪਤੀ ਚੋਣ ਵਿਧੀ ਵਿੱਚ ਫਰਾਂਸ ਦੇ ਰਾਸ਼ਟਰਪਤੀ ਦੇ ਸਮਾਨ ਹੈ, ਸੰਸਦ ਦਾ ਹਿੱਸਾ ਹੈ, ਦੋਵੇਂ ਸਦਨਾਂ ਦੀ ਸਾਂਝੀ ਬੈਠਕ ਦੀ ਪ੍ਰਧਾਨਗੀ ਕਰਦਾ ਹੈ। ਤਾਂ ਇਹਦਾ ਆਨਸਰ ਵੀ ਨਹੀਂ ਆਊਗਾ ਜੀ, ਤਾਂ ਇਹ ਆਨਸਰ ਵੀ ਨਹੀਂ ਆਊਗਾ, ਤਾਂ ਇਹਦਾ ਆਨਸਰ ਆਊਗਾ ਜੀ ਬੀ ਆਨਸਰ। 69 ਦਾ ਬੀ ਆਨਸਰ ਆਊਗਾ। 70 ਨੰਬਰ ਕੁਐਸਚਨ ਦੇਖਦੇ ਹਾਂ, ਭਾਰਤ ਵਿੱਚ ਸੰਵਿਧਾਨ ਦੇ ਵਿੱਚ ਸ਼ੋਧ ਦਾ ਅਧਿਕਾਰ ਇਸ ਆਰਟੀਕਲ ਦੇ ਵਿੱਚ ਹੈ। ਤਾਂ ਸ਼ੋਧ ਕਰਨ ਦਾ ਜਿਹੜਾ ਆਰਟੀਕਲ ਹੈਗਾ ਜੀ ਉਹ ਕਿਹੜਾ ਆਰਟੀਕਲ ਹੈ? 368 ਨੰਬਰ ਆਰਟੀਕਲ ਹੈ। 368 ਆਰਟੀਕਲ ਦੇ ਤਹਿਤ ਭਾਰਤ ਦੇ ਸੰਵਿਧਾਨ ਦੇ ਵਿੱਚ ਸ਼ੋਧ ਕੀਤੀ ਜਾ ਸਕਦੀ ਹੈ। 71 ਨੰਬਰ ਕੁਐਸਚਨ ਦੇਖ ਲੈਂਦੇ ਹਾਂ, ਭਾਰਤੀ ਸੰਵਿਧਾਨ ਦੇ ਡਾਇਰੈਕਟਿਵ ਪ੍ਰਿੰਸੀਪਲ ਸਟੇਟ ਪਾਲਿਸੀ ਕਿਹੜੇ ਦੇਸ਼ ਤੋਂ ਲਏ ਗਏ ਸੀਗੇ? ਤਾਂ ਸਾਨੂੰ ਪਤਾ ਹੈ ਜੀ ਸਾਡੇ ਸੰਵਿਧਾਨ ਦੇ ਭਾਗ ਨੰਬਰ 4 ਆਰਟੀਕਲ ਨੰਬਰ 36 ਤੋਂ ਲੈ ਕੇ 51 ਤੱਕ ਇਹ ਅਸੀਂ ਕਿਹੜੇ ਦੇਸ਼ ਤੋਂ ਉਧਾਰ ਲਏ ਨੇ? ਇਹ ਅਸੀਂ ਮਤਲਬ ਆਇਰਲੈਂਡ ਤੋਂ ਉਧਾਰ ਲਏ ਸੀਗੇ। 72 ਨੰਬਰ ਕੁਐਸਚਨ ਦੇਖ ਲੈਂਦੇ ਹਾਂ, ਬੁਨਿਆਦੀ ਕਰਤੱਵਾਂ ਨੂੰ ਸਾਡੇ ਦੇਸ਼ ਦੇ ਸੰਵਿਧਾਨ ਵਿੱਚ ਸ਼ਾਮਲ ਕੀਤਾ ਗਿਆ ਸੀਗਾ। ਜਿਹੜੇ ਸਾਡੇ ਫੰਡਾਮੈਂਟਲ ਡਿਊਟੀਜ਼ ਸੀਗੀਆਂ ਇਹ ਅਸੀਂ USSR ਤੋਂ ਉਧਾਰ ਲਿਆ। ਇਹਨੂੰ ਸਾਡੇ ਸੰਵਿਧਾਨ ਦੇ ਭਾਗ ਨੰਬਰ 4A ਤੇ ਆਰਟੀਕਲ ਨੰਬਰ 51A ਦੇ ਤਹਿਤ ਸ਼ਾਮਲ ਕੀਤਾ ਗਿਆ। 51A 51A ਦੇ ਤਹਿਤ। ਤਾਂ ਇਹ ਕਦੋਂ ਸ਼ੋਧ, ਕਿਹੜੀ ਸ਼ੋਧ ਹੋਈ ਸੀ? ਤਾਂ ਇਹ ਹੋਈ ਸੀ ਜੀ 42 ਅਮੈਂਡਮੈਂਟ, 44ਵੀਂ ਸ਼ੋਧ 1976 ਦੇ ਵਿੱਚ। 73 ਇਹਨਾਂ ਵਿੱਚੋਂ ਕਿਹੜੇ ਰਾਜਾਂ ਵਿੱਚ ਦੋ ਸਦਨੀ ਵਿਧਾਨ ਮੰਡਲ ਹੈ? ਦੋ ਸਦਨੀ ਵਿਧਾਨ ਮੰਡਲ ਹੈ, ਸਾਨੂੰ ਪਤਾ ਵੀ ਦੋ ਸਦਨੀ ਵਿਧਾਨ ਮੰਡਲ ਵਿਧਾਨ ਸਭਾ ਤੇ ਵਿਧਾਨ ਪਰਿਸ਼ਦ ਹੈ, ਤਾਂ 6 ਰਾਜਾਂ ਦੇ ਵਿੱਚ ਹੈ। ਤਾਂ ਇਹਨਾਂ ਵਿੱਚੋਂ ਤਾਮਿਲਨਾਡੂ 'ਚ ਨਹੀਂ ਹੈਗਾ, ਪੱਛਮੀ ਬੰਗਾਲ 'ਚ ਵੀ ਨਹੀਂ ਹੈਗਾ, ਕੇਰਲਾ ਦੇ ਵਿੱਚ ਨਹੀਂ ਹੈਗਾ, ਤਾਂ ਇੱਥੇ ਆਊਗਾ ਜੀ ਬਿਹਾਰ ਆਨਸਰ ਇਹਦਾ, ਠੀਕ ਹੈ। ਤਾਂ 6 ਰਾਜ ਕਿਹੜੇ ਕਿਹੜੇ ਆ ਉਹ ਤੁਸੀਂ ਕਮੈਂਟ ਬਾਕਸ 'ਚ ਦੱਸਣਾ ਵੀ 6 ਰਾਜ ਉਹ ਕਿਹੜੇ ਕਿਹੜੇ ਨੇਗੇ ਜਿਹਦੇ ਵਿੱਚੋਂ ਦੋ ਸਦਨੀ ਵਿਧਾਨ ਮੰਡਲ ਪਾਇਆ ਜਾਂਦਾ ਹੈ। 74 ਨੰਬਰ ਕੁਐਸਚਨ ਦੇਖ ਲੈਂਦੇ ਆ, ਭਾਰਤ ਦੇ ਰਾਸ਼ਟਰਪਤੀ ਦਾ ਖਿਮਾ ਮਤਲਬ ਮਾਫੀ ਦਾ ਅਧਿਕਾਰ ਜਿਹੜਾ ਨਿਆਇਕ ਅਧਿਕਾਰ ਹੈ ਉਹ ਸੰਵਿਧਾਨ ਦੇ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ ਹੈ? ਤਾਂ ਆਰਟੀਕਲ ਨੰਬਰ 72 ਜਿਹੜਾ ਹੈਗਾ ਇਹਦੇ ਤਹਿਤ ਭਾਰਤ ਦਾ ਰਾਸ਼ਟਰਪਤੀ ਕਿਸੇ ਵੀ ਵਿਅਕਤੀ ਦੀ ਸਜ਼ਾ ਨੂੰ ਮਾਫ ਕਰ ਸਕਦਾ ਹੈਗਾ, ਉਹਨੂੰ ਘਟਾ ਸਕਦਾ, ਉਹਨੂੰ ਬਦਲ ਸਕਦਾ, ਸਸਪੈਂਡ ਕਰ ਸਕਦਾ, ਤੇ ਪਾਵਰ ਭਾਰਤ ਦੇ ਰਾਸ਼ਟਰਪਤੀ ਕੋਲੇ ਹੈਗੀਆਂ ਨੇ। ਭਾਰਤ ਦੇ ਸੰਵਿਧਾਨ ਦਾ ਰਖਵਾਲਾ ਕੌਣ ਮੰਨਿਆ ਜਾਂਦਾ ਹੈ? ਠੀਕ ਹੈ, ਸੰਵਿਧਾਨ ਦਾ ਰਖਵਾਲਾ ਮੰਨਿਆ ਜਾਂਦਾ 72 ਕੁਐਸਚਨ ਦੇ ਵਿੱਚ ਹੈ। ਇਹਦਾ ਆਨਸਰ ਆਊਗਾ ਜੀ ਸੁਪਰੀਮ ਕੋਰਟ। ਸੁਪਰੀਮ ਕੋਰਟ ਭਾਰਤ ਦੇ ਸੰਵਿਧਾਨ ਦਾ ਰਖਵਾਲਾ ਮੰਨਿਆ ਜਾਂਦਾ ਹੈਗਾ, ਕਿਉਂਕਿ ਜਦੋਂ ਵੀ ਕਦੇ ਸੰਵਿਧਾਨ ਦੇ ਤੋਂ ਬਾਹਰ ਜਾ ਕੇ ਕੋਈ ਕਾਨੂੰਨ ਬਣਦਾ ਹੈ ਤਾਂ ਸੁਪਰੀਮ ਕੋਰਟ ਆਪਣੇ ਨਿਆਇਕ ਪੁਨਰ ਨਿਰੀਖਣ ਦੇ ਅਧਿਕਾਰ ਦੁਆਰਾ ਉਹਨੂੰ ਪਾਵਰਾਂ ਦੁਆਰਾ ਕੀ ਕਰ ਸਕਦਾ? ਉਹਨੂੰ ਖਤਮ ਕਰ ਸਕਦਾ ਹੈਗਾ, ਉਸ ਕਾਨੂੰਨ ਨੂੰ ਖਤਮ ਕਰ ਸਕਦਾ ਜਿਹੜਾ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਬਣਿਆ ਹੋਇਆ। 76 ਨੰਬਰ ਕੁਐਸਚਨ ਦੇਖ ਲੈਣੇ ਆ, ਸਾਲ 1973 ਦੇ ਵਿੱਚ ਪੰਚਾਇਤੀ ਰਾਜ ਦੀ ਜਾਂਚ ਕਰਨ ਦੇ ਲਈ ਇੱਕ ਦਫ਼ਤਰੀ ਕਮੇਟੀ ਦਾ ਗਠਨ ਕੀਤਾ ਗਿਆ ਸੀਗਾ, ਜਾਂ ਇਹ ਕਹ ਲਓ ਵੀ ਪੰਚਾਇਤੀ ਰਾਜ ਬਾਰੇ ਇੱਕ ਕਮੇਟੀ ਬਣਾਈ ਗਈ ਸੀ 1977 ਦੇ ਵਿੱਚ ਮੁਰਾਰਜੀ ਦੇਸਾਈ ਸਰਕਾਰ ਦੇ ਵਿੱਚ। ਤਾਂ ਕਿਹੜੀ ਕਮੇਟੀ ਸੀਗੀ? ਤੇ ਇਹਦਾ ਆਨਸਰ ਹੋਊਗਾ ਜੀ ਬਲਵੰਤ ਰਾਏ ਮਹਿਤਾ ਕਮੇਟੀ। ਬਲਵੰਤ ਰਾਏ ਮਹਿਤਾ ਕਮੇਟੀ 1977 ਚ ਬਣੀ ਹੈ ਇਹ। ਸੂਚਨਾ ਦਾ ਅਧਿਕਾਰ ਕਾਨੂੰਨ ਕਦੋਂ ਪਾਸ ਹੋਇਆ ਸੀ? ਤਾਂ ਇਹਦਾ ਆਨਸਰ ਆਊਗਾ ਜੀ 2005 ਦੇ ਵਿੱਚ, ਠੀਕ ਹੈ, 15 ਜੂਨ ਸ਼ਾਇਦ ਇਹਦਾ ਆਨਸਰ ਹੈ। ਐਗਜ਼ੈਕਟ ਆਨਸਰ ਦੱਸ ਦਿਓ ਸੀ ਜੇ ਤੁਹਾਨੂੰ ਪਤਾ ਇਹਦਾ। 2005 ਦੇ ਵਿੱਚ ਪਾਸ ਹੋਇਆ ਸੀ। ਪਰ ਇਹ 78 ਨੰਬਰ ਕੁਐਸਚਨ ਦੇਖ ਲੈਣੇ ਆ, 73 ਅਮੈਂਡਮੈਂਟ ਜਿਹੜੀ ਹੋਈ ਸੀ ਕਦੋਂ ਹੋਈ ਸੀਗੀ? ਤਾਂ 1992, 1993, 1994, 1997। ਤਾਂ ਇਹਦਾ ਆਨਸਰ ਆਊਗਾ ਜੀ ਇਹ ਆਨਸਰ। ਜਿਹੜੀ 73 ਅਮੈਂਡਮੈਂਟ ਹੋਈ ਸੀ ਇਹ ਹੋਈ ਸੀ ਪੰਚਾਇਤੀ ਰਾਜ ਨਾਲ ਸੰਬੰਧਿਤ ਇਹ। ਤਾਂ ਅਮੈਂਡਮੈਂਟ 1992 ਦੀ ਹੈ, ਪਰ ਇਹ ਇੰਪਲੀਮੈਂਟ ਕਦੋਂ ਹੋਈ ਸੀ? ਇੰਪਲੀਮੈਂਟ ਹੋਈ ਸੀ 24 ਅਪ੍ਰੈਲ ਨੂੰ। 24 ਅਪ੍ਰੈਲ 1993 ਨੂੰ ਇੰਪਲੀਮੈਂਟ ਹੋਈ ਸੀ। ਪਰ ਇਹਦਾ ਆਨਸਰ ਆਊਗਾ ਇਹ ਆਨਸਰ 1992। ਮੌਜੂਦਾ ਮੁੱਖ ਚੋਣ ਕਮਿਸ਼ਨਰ ਕੌਣ ਹੈ? ਤਾਂ ਉਸ ਟਾਈਮ ਦਾ ਕੁਐਸਚਨ ਸੀ 2016 ਦਾ। ਤਾਂ ਪਰ ਹੁਣ ਸਾਨੂੰ ਹੁਣ ਪਤਾ ਹੋਣਾ ਚਾਹੀਦਾ ਕੌਣ ਹੈ ਹੁਣ ਸਾਡਾ। ਹੁਣ ਤੁਹਾਨੂੰ ਪਤਾ ਹੈਗਾ, ਕਈ ਵਾਰ ਪਹਿਲਾਂ ਵੀ ਕੁਐਸਚਨ ਆ ਚੁੱਕਿਆ ਹੈ। ਤਾਂ ਹੁਣ ਹੈਗੇ ਨੇ ਸਾਡੇ ਸੁਸ਼ੀਲ ਚੰਦਰਾ। ਕਿੰਨਵੇਂ ਨੇ ਇਹ? ਤਾਂ ਹੈਗੇ ਨੇ ਇਹ 23ਵੇਂ। ਜੇ ਕਿਸੇ ਨੂੰ ਪਹਿਲੇ ਪਤਾ ਤਾਂ ਪਹਿਲੇ ਤੁਸੀਂ ਦੱਸੋ ਕਮੈਂਟ ਬਾਕਸ ਦੇ ਵਿੱਚ ਪਹਿਲੇ ਕੌਣ ਸੀਗੇ ਸਾਡੇ ਸਾਡੇ ਜਿਹੜੇ ਮੁੱਖ ਚੋਣ ਕਮਿਸ਼ਨਰ ਸੀਗੇ। 80 ਨੰਬਰ ਕੁਐਸਚਨ ਦੇਖ ਲੈਣੇ ਆ, ਭਾਰਤ ਦੇ ਮੁੱਖ ਚੋਣ ਅਧਿਕਾਰੀ ਨੂੰ ਉਸਦੇ ਕਾਰਜਕਾਲ
ਦੌਰਾਨ ਅਹੁਦੇ ਤੋਂ ਜਾਂ ਪਦ ਤੋਂ ਹਟਾਇਆ ਜਾ ਸਕਦਾ ਹੈ। ਭਾਰਤ ਦੇ ਚੀਫ ਜਸਟਿਸ ਦੁਆਰਾ ਜੇਕਰ ਉਸ ਦੇ ਖਿਲਾਫ ਕੋਈ ਇਲਜ਼ਾਮ ਸਾਬਿਤ ਹੁੰਦਾ, ਦੇਖੋ ਚੀਫ ਜਸਟਿਸ ਦਾ ਇਸ 'ਚ ਕੋਈ ਰੋਲ ਨਹੀਂ ਹੁੰਦਾ। ਯੂਨੀਅਨ ਕੈਬਨਿਟ ਦੇ ਮਤ ਦੁਆਰਾ, ਇਹ ਵੀ ਯੂਨੀਅਨ ਕੈਬਨਿਟ ਦਾ ਇਹ 'ਚ ਕੋਈ ਰੋਲ ਨਹੀਂ ਹੁੰਦਾ। ਸੰਸਦ ਦੇ 2/3 ਬਹੁਮਤ ਦੁਆਰਾ ਪਾਸ ਪ੍ਰਸਤਾਵ ਤੇ ਰਾਸ਼ਟਰਪਤੀ ਦੁਆਰਾ ਹਟਾਇਆ ਜਾ ਸਕਦਾ। ਤਾਂ ਆਨਸਰ ਆਊਗਾ ਜੀ ਸੀ ਆਨਸਰ। 2/3 ਮੈਜੋਰਟੀ ਦੇ ਨਾਲ ਜੋ ਲੋਕ ਸਭਾ ਤੇ ਰਾਜ ਸਭਾ ਪਾਸ ਕਰ ਦਿੰਦੀਆਂ ਨੇ ਤੇ ਉਸ ਤੋਂ ਬਾਅਦ ਭਾਰਤ ਦਾ ਰਾਸ਼ਟਰਪਤੀ ਉਸ ਨੂੰ ਹਟਾ ਸਕਦਾ ਹੈਗਾ। 81 ਨੰਬਰ, ਭਾਰਤ ਦੇ ਸੰਵਿਧਾਨ ਦਾ ਕਿਹੜਾ ਆਰਟੀਕਲ ਚੋਣ ਆਯੋਗ ਦੇ ਨਾਲ ਸੰਬੰਧਿਤ ਹੈ? ਤਾਂ ਆਨਸਰ ਆਊਗਾ ਜੀ ਆਰਟੀਕਲ ਨੰਬਰ 324 ਦੇ ਵਿੱਚ 25 ਜਨਵਰੀ 1950 ਨੂੰ ਸਾਡੇ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਸਥਾਪਨਾ ਸੀ ਉਹ ਕੀਤੀ ਗਈ ਸੀ। ਮੌਜੂਦਾ ਸਮੇਂ ਦੇ ਵਿੱਚ ਭਾਰਤ ਦੇ ਵਿੱਚ ਰਾਜਾਂ ਦੀ ਸੰਖਿਆ ਕਿੰਨੀ ਹੈ? ਤਾਂ 2016 ਦਾ ਕੁਐਸਚਨ ਹੈ। ਇਹਦੇ ਅਕੋਰਡਿੰਗ ਦੇਖੋ 2016 ਚ 29 ਸੀਗੇ, ਪਰ ਹੁਣ ਜੇ ਪੁੱਛਦਾ ਤਾਂ ਆਪਸ਼ਨ ਦੇ ਵਿੱਚ 28 ਵੀ ਹੈਗੀ ਹੈ। ਤਾਂ 28 ਸਾਡੇ ਸਟੇਟ ਨੇ ਤੇ 8 ਸਾਡੇ ਯੂਨੀਅਨ ਟੈਰੀਟਰੀਜ਼ ਨੇ, ਠੀਕ ਹੈ, 8 ਸਾਡੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ। 83 ਨੰਬਰ ਕੁਐਸਚਨ ਦੇਖ ਲੈਂਦੇ ਆ। ਭਾਰਤ ਵਿੱਚ ਚੋਣ ਆਯੋਗ ਦੀ ਮੁੱਖ ਜ਼ਿੰਮੇਵਾਰੀ ਹੈ ਕਿਹੜੀ ਹੈ? ਰਾਜਨੀਤਿਕ ਪਾਰਟੀਆਂ ਨੂੰ ਵਿੱਤ ਉਪਲਬਧ ਕਰਾਉਣਾ ਹੈ, ਠੀਕ ਹੈ, ਦੇਖੋ ਇਹ ਤਾਂ ਜ਼ਿੰਮੇਵਾਰੀ ਹੈ ਨਹੀਂ ਗੀ। ਸੁਤੰਤਰ ਤੇ ਨਿਰਪੱਖ ਚੋਣਾਂ ਕਰਾਉਣਾ ਇਹ ਹੈਗੀ ਹੈ। ਰਾਜਨੀਤਿਕ ਪਾਰਟੀਆਂ ਲਈ ਪ੍ਰਚਾਰ ਕਰਨਾ ਇਹ ਵੀ ਨਹੀਂ ਹੈਗੀ। ਤੋਂ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਆਨਸਰ ਆਊਗਾ ਜੀ ਬੀ ਆਨਸਰ, ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣਾ ਇਲੈਕਸ਼ਨ ਕਮਿਸ਼ਨ ਦਾ ਕੰਮ ਹੈ। ਜੇਕਰ ਪੰਚਾਇਤਾਂ ਭੰਗ ਹੋ ਜਾਂਦੀਆਂ ਨੇ ਤਾਂ ਚੋਣਾਂ ਹੋਣੀ ਚਾਹੀਦੀਆਂ ਨੇ। ਦੇਖੋ 5 ਸਾਲ ਦਾ ਕਾਰਜਕਾਲ ਹੁੰਦਾ ਪੰਚਾਇਤਾਂ ਦਾ, ਜਦੋਂ ਇਹ ਭੰਗ ਹੋ ਜਾਂਦੀਆਂ ਜਾਂ ਇਹਨਾਂ ਦਾ ਕਾਰਜਕਾਲ ਪੂਰਾ ਹੋ ਜਾਂਦਾ ਤਾਂ 6 ਮਹੀਨੇ ਦੇ ਅੰਦਰ ਅੰਦਰ ਇਲੈਕਸ਼ਨ ਕਰਾਉਣੀ ਹਰ ਹਾਲ ਦੇ ਵਿੱਚ ਲਾਜ਼ਮੀ ਹੁੰਦੀ ਹੈ। 85 ਨੰਬਰ ਕੁਐਸਚਨ ਦੇਖ ਲੈਂਦੇ ਆ। ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਸੰਵਿਧਾਨ ਦੀ ਰਾਜ ਸੂਚੀ ਦੇ ਵਿੱਚ ਸ਼ਾਮਲ ਨਹੀਂ ਹੈ? ਤਾਂ ਪੁਲਿਸ, ਜੇਲਾਂ, ਕਾਨੂੰਨ ਅਪਰਾਧਿਕ, ਜਿਹੜਾ ਕ੍ਰਿਮੀਨਲ ਪ੍ਰੋਸੀਜਰ ਕੋਡ ਹੈਗਾ ਤਾਂ ਇਹ ਸੈਂਟਰ ਗਵਰਨਮੈਂਟ ਦੀ ਸੂਚੀ ਦੇ ਵਿੱਚ ਸ਼ਾਮਲ ਹੁੰਦਾ ਹੈਗਾ। ਤਾਂ ਇਹਦਾ ਆਨਸਰ ਆਊਗਾ ਜੀ ਡੀ ਆਨਸਰ, ਕਿਉਂਕਿ ਇਹਦੇ ਵਿੱਚ ਕ੍ਰਿਮੀਨਲ ਪ੍ਰੋਸੀਜਰ ਕੋਡ ਦੇ ਵਿੱਚ ਸਿਰਫ ਸੈਂਟਰ ਗਵਰਨਮੈਂਟ ਹੀ ਅਮੈਂਡਮੈਂਟ ਕਰ ਸਕਦੀ ਹੈ। 86 ਨੰਬਰ ਕੁਐਸਚਨ ਦੇਖ ਲੈਂਦੇ ਆ। ਆਦਮੀ ਸੁਤੰਤਰ ਪੈਦਾ ਹੋਇਆ ਹੈ ਉਹ ਹਰ ਜਗ੍ਹਾ ਜੰਜੀਰਾਂ ਦੇ ਵਿੱਚ ਹੀ ਹੈ। ਤਾਂ ਇਹ ਸ਼ਬਦ ਜਿਹੜੇ ਕਹੇ ਗਏ ਸੀ ਕਿਹਦੇ ਵੱਲੋਂ ਕਹੇ ਗਏ ਸੀਗੇ? ਇਹ ਕਹੇ ਗਏ ਸੀ ਜੀ ਰੋਸਕਿਓ ਵੱਲੋਂ। ਇਹਦਾ ਆਨਸਰ ਆਊਗਾ ਸੀ ਆਨਸਰ। 87 ਨੰਬਰ ਕੁਐਸਚਨ ਦੇਖਦੇ ਆ। ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਉਦਾਰਵਾਦੀ ਲੋਕਤੰਤਰ ਦਾ ਸਿਧਾਂਤ ਨਹੀਂ ਹੈ? ਤਾਂ ਰਜਾਮੰਦੀ ਦੁਆਰਾ ਸਰਕਾਰ, ਪਬਲਿਕ ਜਵਾਬਦੇਹੀ, ਅਲਪਸੰਖਿਅਕ ਨਿਯਮ ਜਾਂ ਸੰਵਿਧਾਨਿਕ ਸਰਕਾਰ। ਹੁਣ ਦੇਖੋ ਜਿਹੜੇ ਲੋਕਤੰਤਰ ਦੇ ਸਿਧਾਂਤ ਨੇ ਤਾਂ ਹੈ ਰਜਾਮੰਦੀ ਦੁਆਰਾ, ਠੀਕ ਹੈ, ਗਵਰਨਮੈਂਟ ਬਾਈ ਕੰਸੈਂਟ, ਇਹ ਵੀ ਆਊਗਾ। ਪਬਲਿਕ ਜਵਾਬਦੇਹੀ ਹੁੰਦੀ ਹੈ ਸਰਕਾਰ ਦੀ ਤੇ ਸੰਵਿਧਾਨਿਕ ਸਰਕਾਰ ਵੀ ਹੁੰਦੀ ਹੈ। ਤਾਂ ਇਹਦਾ ਆਨਸਰ ਆਊਗਾ ਜੀ ਅਲਪਸੰਖਿਅਕ ਨਿਯਮ। ਇਹਦੇ ਵਿੱਚ ਕੋਈ ਵੀ ਜਿਹੜੇ ਮਿਨੋਰਟੀਜ਼ ਰੂਲ ਨੇ ਉਹਦੇ ਵਿੱਚ ਨਹੀਂ ਸ਼ਾਮਿਲ ਕੀਤੇ ਜਾਂਦੇ ਹੈਗੇ। 88 ਦਾ ਦੇਖ ਲੈਂਦੇ ਆ। ਲੋਕਤੰਤਰ ਤੋਂ ਭਾਵ ਹੈ ਸਹਿਨਸ਼ੀਲਤਾ। ਸਹਿਨਸ਼ੀਲਤਾ ਸਿਰਫ ਉਹਨਾਂ ਲਈ ਨਹੀਂ ਜੋ ਸਾਡੇ ਨਾਲ ਸਹਿਮਤ ਹਨ, ਪਰੰਤੂ ਉਹਨਾਂ ਦੀ ਜੋ ਸਾਡੇ ਨਾਲ ਸਹਿਮਤ ਨਹੀਂ ਵੀ ਹਨ, ਠੀਕ ਹੈ। ਤਾਂ ਇਹ ਜਿਹੜੇ ਵਰਡ ਸੀਗੇ ਤਾਂ ਕਿਹਦੇ ਵੱਲੋਂ ਕਹੇ ਗਏ ਸੀ? ਤਾਂ ਇਹ ਕਹੇ ਗਏ ਸੀਗੇ ਜਵਾਹਰ ਲਾਲ ਨਹਿਰੂ ਵੱਲੋਂ। ਲੋਕਤੰਤਰ ਤੋਂ ਭਾਵ ਹੈ ਸਹਿਨਸ਼ੀਲਤਾ। ਸਹਿਨਸ਼ੀਲਤਾ ਸਿਰਫ ਉਹਨਾਂ ਦੀ ਨਹੀਂ ਜੋ ਸਾਡੇ ਨਾਲ ਸਹਿਮਤ ਹਨ, ਪਰੰਤੂ ਉਹਨਾਂ ਦੀ ਜੋ ਸਾਡੇ ਨਾਲ ਸਹਿਮਤ ਨਹੀਂ ਹਨ। ਤਾਂ ਇਹ ਵਰਡ ਕਹੇ ਸੀ ਜਵਾਹਰ ਲਾਲ ਨਹਿਰੂ ਦੁਆਰਾ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਪੁੱਛਿਆ ਗਿਆ ਸੀ ਕੁਐਸਚਨ ਉਸ ਟਾਈਮ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਿਹੜੇ ਸੀਗੇ ਤਾਂ ਉਸ ਟਾਈਮ ਦਾ ਆਨਸਰ ਤਾਂ ਬਣਦਾ ਸੀ ਚੰਦਰ ਬਾਬੂ ਨਾਇਡੂ। ਪਰ ਜੇ ਹੁਣ ਅਸੀਂ ਗੱਲ ਕਰਦੇ ਹਾਂ ਤਾਂ ਹੁਣ ਇਹਦੇ ਚੰਦਰ ਬਾਬੂ ਨਾਇਡੂ ਦੀ ਜਗ੍ਹਾ ਤੇ ਹੈਗੇ ਨੇ ਵੀ ਚੰਦਰ ਸ਼ੇਖਰ ਰਾਓ। ਵੀ ਚੰਦਰ ਸ਼ੇਖਰ ਰਾਓ, ਠੀਕ ਹੈ। ਤਾਂ ਇਹ ਆਨਸਰ ਆਣਾ ਇਹਦਾ। 90 ਨੰਬਰ ਕੁਐਸਚਨ ਦੇਖਦੇ ਹਾਂ। ਰਾਜ ਸਭਾ 'ਚ ਲੋੜੀਂਦਾ ਕੋਰਮ ਹੈ। ਕੋਰਮ ਦਾ ਮਤਲਬ ਕੀ ਹੈ? ਵੀ ਰਾਜ ਸਭਾ ਦੀ ਕਾਰਵਾਈ ਚਲਾਉਣ ਲਈ ਕਿੰਨੇ ਲੋਕਾਂ ਦਾ ਉੱਥੇ ਮਤਲਬ ਹੋਣਾ ਜ਼ਰੂਰੀ ਹੈਗਾ? ਤਾਂ ਦੇਖੋ ਕਿਸੇ ਵੀ ਸਦਨ ਦਾ ਕੋਰਮ ਚਲਾਉਣ ਲਈ 10% ਸੰਖਿਆ ਜ਼ਰੂਰੀ ਹੈ। ਤਾਂ ਰਾਜ ਸਭਾ ਦੀ ਕੁੱਲ ਸੰਖਿਆ ਕਿੰਨੀ ਹੈ? 250 ਹੈ। ਤਾਂ 250 ਦਾ 10% ਕਿੰਨਾ ਹੋ ਗਿਆ? 25 ਬੰਦੇ, ਠੀਕ ਹੈ। ਤਾਂ ਇਹਦਾ ਆਨਸਰ ਆਊਗਾ ਜੀ 25 ਸੀ ਆਨਸਰ ਆਊਗਾ ਇਹਦਾ। ਪ੍ਰਤੱਖ ਲੋਕਤੰਤਰ ਕਿੱਥੇ ਪਾਇਆ ਜਾਂਦਾ ਹੈ? ਪ੍ਰਤੱਖ ਲੋਕਤੰਤਰ ਦਾ ਮਤਲਬ ਹੁੰਦਾ ਹੈ ਵੀ ਜਿੱਥੇ ਆਪਣੇ ਨੁਮਾਇੰਦੇ ਦੀ ਚੋਣ ਲੋਕ ਡਾਇਰੈਕਟ ਤੌਰ ਤੇ ਕਰਦੇ ਆ। ਤਾਂ ਇਹਦਾ ਆਨਸਰ ਆਊਗਾ ਜੀ ਅਮਰੀਕਾ। ਅਮਰੀਕਾ ਦੇ ਵਿੱਚ ਅਮਰੀਕਾ ਦੀ ਰਾਸ਼ਟਰਪਤੀ ਚੋਣ ਜਿਹੜੀ ਕੀਤੀ ਜਾਂਦੀ ਹੈ ਉਹ ਲੋਕਾਂ ਦੁਆਰਾ ਡਾਇਰੈਕਟ ਤੌਰ ਤੇ ਕੀਤੀ ਜਾਂਦੀ ਹੈ। ਭਾਰਤ ਦੇ ਵਿੱਚ ਰਾਸ਼ਟਰਪਤੀ ਦੀ ਚੋਣ ਅਪ੍ਰਤੱਖ ਪ੍ਰਣਾਲੀ ਦੁਆਰਾ ਹੁੰਦੀ ਹੈ ਤੇ ਪ੍ਰਧਾਨ ਮੰਤਰੀ ਦੀ ਚੋਣ ਵੀ ਅਪ੍ਰਤੱਖ ਪ੍ਰਣਾਲੀ ਦੁਆਰਾ ਹੁੰਦੀ ਹੈ। ਤੇ ਇਹਦਾ ਆਨਸਰ ਆਊਗਾ ਜੀ ਅਮਰੀਕਾ। ਸ਼ਾਰਕ ਜਿਹੜਾ ਹੈਗਾ, ਸ਼ਾਰਕ ਦਾ ਹੈਡਕੁਆਟਰ ਜਿਹੜਾ ਸ਼ਾਰਕ ਹੈਗਾ ਸਾਊਥ ਏਸ਼ੀਅਨ ਐਸੋਸੀਏਸ਼ਨ ਫॉर ਰੀਜਨਲ ਕੋਆਪਰੇਸ਼ਨ ਜਿਹੜਾ ਸੰਸਥਾ ਹੈਗੀ, ਤਾਂ ਇਹਦਾ ਹੈਡਕੁਆਟਰ ਕਿੱਥੇ ਹੈਗਾ? ਇਹਦਾ ਹੈਡਕੁਆਟਰ ਹੈਗਾ ਜੀ ਕਾਠਮੰਡੂ ਦੇ ਵਿੱਚ। ਇਹਦਾ ਆਨਸਰ ਆਊਗਾ ਜਿਹੜੀ ਆਨਸਰ ਇਹ 1985 ਦੇ ਵਿੱਚ ਫਾਰਮ ਦੇ ਵਿੱਚ ਆਇਆ ਸੀ ਸੰਗਠਨ ਇਹ। ਅੱਜ ਕੱਲ੍ਹ ਤਾਂ ਖੈਰ ਇਹਦਾ ਜਿਹੜੀ ਵੈਲਿਊ ਇਹਦੀ ਕਾਫੀ ਘਟੀ ਹੋਈ ਹੈਗੀ। ਤਾਂ ਇਹਦੇ 8 ਮੈਂਬਰ ਦੇਸ਼ ਨੇ। 93 ਨੰਬਰ ਕੁਐਸਚਨ ਦੇਖਦੇ ਹਾਂ। UNO ਦੇ ਵਿੱਚ ਅਸੈਂਬਲੀ ਨੇ ਮਨੁੱਖੀ ਅਧਿਕਾਰਾਂ ਦੀ ਘੋਸ਼ਣਾ ਕਦੋਂ ਕੀਤੀ ਸੀ? ਤਾਂ 10 ਦਸੰਬਰ 1948 ਨੂੰ ਘੋਸ਼ਣਾ ਕੀਤੀ ਸੀ ਤੇ 10 ਦਸੰਬਰ ਨੂੰ ਕੀ ਮਨਾਇਆ ਜਾਂਦਾ? ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਂਦਾ ਹੈ। 94 ਨੰਬਰ ਕੁਐਸਚਨ ਤੇ ਆਏ ਨੇ ਆਪਾਂ। ਪਹਿਲਾ ਗੈਰ ਪੱਖੀ ਸਿਖਰ ਸੰਮੇਲਨ ਮਤਲਬ ਨੈਮ, ਨੌਨ ਲੀਗਲ ਮੂਵਮੈਂਟ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਗੁੱਟਨ ਲੇਪਤਾ ਦਾ ਅੰਦੋਲਨ ਆਖ ਦਿੰਦੇ ਹਾਂ। ਤਾਂ ਕਿੱਥੇ ਹੋਇਆ ਸੀ ਤੁਹਾਨੂੰ ਪਤਾ ਹੈ? ਇਹ 1961 ਦੇ ਵਿੱਚ ਹੋਇਆ ਸੀ ਬੈਲਗ੍ਰੇਡ ਦੇ ਵਿੱਚ। ਬੈਲਗ੍ਰੇਡ ਯੂਗੋਸਲਾਵੀਆ ਦੀ ਜਿਹੜੀ ਸੀਗੀ ਰਾਜਧਾਨੀ ਸੀ ਇਹ, ਉੱਥੇ ਉਹਦਾ ਸੰਮੇਲਨ ਹੋਇਆ ਸੀਗਾ। ਤੇ ਕਾਫੀ ਮੈਂਬਰ ਇਹਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਪਹਿਲੇ ਹੋਏ ਨੇ, ਪੰਡਿਤ ਜਵਾਹਰ ਲਾਲ ਨਹਿਰੂ, ਅਬਦੁਲ ਨਾਸਿਰ, ਜੋਸਫ ਟੀਟੋ ਵਗੈਰਾ ਕਾਫੀ ਇਹਦੇ ਵਿੱਚ ਸ਼ਾਮਲ ਸੀਗੇ ਲੋਕ। ਉਹਨਾਂ ਦੀ ਬਦੌਲਤ ਇਹ ਸੰਗਠਨ ਜਿਹੜਾ ਸੀ ਹੋਂਦ ਦੇ ਵਿੱਚ ਆਇਆ ਸੀ। 95 ਨੰਬਰ ਕੁਐਸਚਨ। ਸ਼ਾਰਕ ਮੈਂਬਰਾਂ ਦੀ ਸੰਖਿਆ ਕਿੰਨੀ ਹੈ? ਤਾਂ ਇਹ ਦੱਸ ਚੁੱਕੇ ਆਪਾਂ 8,
ਠੀਕ ਹੈ। ਤਾਂ 8 ਮੈਂਬਰ ਨੇ ਇਹਦੇ, ਪਹਿਲਾਂ 7 ਮੈਂਬਰ ਸੀ, ਬਾਅਦ ਦੇ ਵਿੱਚ ਇੱਕ ਸੰਖਿਆ ਹੋਰ ਵੱਧ ਗਈ। ਤਾਂ ਇੱਕ ਲਾਸਟ ਜਿਹੜਾ ਅਫਗਾਨਿਸਤਾਨ ਦੇ ਵਿੱਚ ਸ਼ਾਮਲ ਹੋਇਆ ਸੀ 2008 ਦੇ ਵਿੱਚ, ਅਫਗਾਨਿਸਤਾਨ ਦੇ ਸ਼ਾਮਲ ਹੋਣ ਤੋਂ ਬਾਅਦ ਇਹਦੀ ਸੰਖਿਆ ਵੱਧ ਕੇ ਕਿੰਨੀ ਹੋ ਗਈ ਸੀ, ਇਹ 2008 ਤੋਂ ਬਾਅਦ 8 ਹੋ ਗਈ ਸੀ। UN ਦਾ ਹੈੱਡਕੁਆਟਰ ਪੁੱਛਿਆ ਗਿਆ ਹੈਗਾ। UN ਹੈੱਡਕੁਆਟਰ ਤੁਹਾਨੂੰ ਪਤਾ ਕਿੱਥੇ, ਨਿਊਯਾਰਕ ਦੇ ਵਿੱਚ ਹੈ, ਠੀਕ ਹੈ। ਤੇ ਇਹਦੇ 6 ਅੰਗ ਨੇ, 6 ਅੰਗਾਂ ਦਾ ਵਿੱਚੋਂ 5 ਅੰਗਾਂ ਦਾ ਨਿਊਯਾਰਕ ਦੇ ਵਿੱਚ ਹੈ, ਤੇ ਇੱਕ ਅੰਗ ਜਿਹੜਾ ਹੈਗਾ ਇਹਦਾ ਇੰਟਰਨੈਸ਼ਨਲ ਅਦਾਲਤ ਹੈ ਜਿਹੜੀ ਉਹਦਾ ਹੇਗ ਦੇ ਵਿੱਚ ਹੈ। ਇਹਨਾਂ ਵਿੱਚੋਂ ਦੇਖੋ ਕਈ ਵਾਰ ਕੁਐਸਚਨ ਪੁੱਛ ਲਿਆ ਗਿਆ, ਇਹਨਾਂ ਵਿੱਚੋਂ UNO ਦੇ ਵਿੱਚੋਂ ਕਿਹੜਾ ਪਰਮਾਨੈਂਟ ਮੈਂਬਰ ਨਹੀਂ ਹੈ। ਤਾਂ ਅਮਰੀਕਾ ਵੀ ਹੈਗਾ, ਰੂਸ ਵੀ ਹੈਗਾ, ਚੀਨ ਵੀ ਹੈਗਾ, ਪਰ ਬ੍ਰਾਜ਼ੀਲ ਨਹੀਂ ਹੈਗਾ। ਤਾਂ ਇਹਦਾ ਆਨਸਰ ਹੋਗਾ ਜੀ ਬ੍ਰਾਜ਼ੀਲ। ਇਹਨਾਂ ਵਿੱਚੋਂ ਕਿਹੜਾ ਮੈਂਬਰ, ਦੇਖੋ ਇੱਥੇ ਮਿਸਟੇਕ ਹੋ ਗਈ, ਕਿਹੜਾ ਦੇਸ਼ ਸ਼ਾਰਕ ਦਾ ਅਖੀਰ ਮੈਂਬਰ ਬਣਿਆ ਹੈ, ਮਤਲਬ ਸ਼ਾਰਕ ਦਾ ਅਖੀਰ ਮੈਂਬਰ ਬਣਨ ਵਾਲਾ ਦੇਸ਼ ਕਿਹੜਾ ਸੀ, ਤਾਂ ਅਫਗਾਨਿਸਤਾਨ ਆਊਗਾ। ਅਫਗਾਨਿਸਤਾਨ 2008 ਦੇ ਵਿੱਚ ਇਹਦਾ ਮੈਂਬਰ ਬਣਿਆ ਸੀਗਾ, ਤੇ ਆਨਸਰ ਆਊ ਜੀ ਅਫਗਾਨਿਸਤਾਨ। ਬ੍ਰਿਕਸ ਦੇਸ਼, ਜਿਹੜੇ ਬ੍ਰਿਕਸ ਨੇਗੇ, ਵੈਸੇ ਤਾਂ ਬ੍ਰਿਕ ਨਹੀਂ ਹੈਗਾ, ਇੱਥੇ ਬ੍ਰਿਕਸ ਆਊਗਾ, ਠੀਕ ਹੈ। ਇਹ ਇਹਨਾਂ ਦੇ ਨਾਮ ਤੋਂ ਲੈ ਕੇ ਜਿਵੇਂ ਬ੍ਰਾਜ਼ੀਲ ਹੈ, R ਰਸ਼ੀਆ ਹੈ, I ਤੇ ਇੰਡੀਆ ਹੈ, C ਤੇ ਚਾਈਨਾ ਹੈ, S ਤੇ ਸਾਊਥ ਅਫਰੀਕਾ ਹੈ। ਤਾਂ ਦੇਖੋ ਇਹ ਇਕਨੋਮਿਕਲ ਲੈਵਲ ਤੇ ਇਹਨਾਂ ਦਾ ਸੰਗਠਨ ਬਣਿਆ ਸੀਗਾ, ਠੀਕ ਹੈ। ਤੇ ਇਹਦਾ ਆਨਸਰ ਆਊਗਾ ਜੀ ਆਰਥਿਕ ਵਿਕਾਸ ਤੋਂ। ਤਾਂ ਇਹਨੇ ਆਪਣੇ ਆਰਥਿਕ ਵਿਕਾਸ ਨੂੰ ਕੀ ਕਰ ਲਈ, ਕਾਫੀ ਡਿਵੈਲਪਿੰਗ ਕੰਟਰੀ ਮੰਨੇ ਜਾਂਦੇ ਨੇ ਤੇ ਵੱਡੀ ਇਕਨੋਮੀ ਮੰਨੀ ਜਾਂਦੀ ਦੁਨੀਆ ਦੀ ਇਹ, ਇਹਨਾਂ ਦੀ ਅਸੀਂ 5 ਦੇਸ਼ਾਂ ਨੂੰ ਮਿਲਾ ਦਈਏ। ਨਾਟੋ ਦਾ ਹੈੱਡਕੁਆਟਰ ਹੈ ਜਿਹੜਾ, ਨਾਟੋ ਦਾ ਮਤਲਬ ਸੀ ਨਾਰਥ ਅਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ। ਇਹ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਅਮਰੀਕਾ ਦੇ ਅਗਵਾਈ 'ਚ ਬਣਨ ਵਾਲਾ ਇੱਕ ਜਿਹੜਾ ਸੈਨਿਕ ਸੰਗਠਨ ਸੀਗਾ। ਤਾਂ ਇਹਦਾ ਜਿਹੜਾ ਆਊਗਾ ਜੀ, ਇਹ ਆਊਗਾ ਬ੍ਰਸੈਲਸ ਦੇ ਵਿੱਚ, ਬੈਲਜੀਅਮ ਦੀ ਰਾਜਧਾਨੀ ਬ੍ਰਸੈਲਸ, ਉਹਦੇ ਵਿੱਚ ਇਹਦਾ ਹੈੱਡਕੁਆਟਰ ਬਣਿਆ ਹੋਇਆ ਨਾਟੋ ਦਾ। ਨਾਟੋ, ਸੀਟੋ, ਸੈਂਟੋ, ਵਾਰਸਾ ਸੰਧੀ ਵਗੈਰਾ ਇਹ ਸਾਰੇ ਕੋਲਡ ਵਾਰ ਦੇ ਦੌਰਾਨ ਹੀ ਬਣੇ ਸੀਗੇ। UNO ਦੇ ਵਿੱਚ ਜਨਰਲ ਅਸੈਂਬਲੀ ਦੇ ਮੈਂਬਰਾਂ ਦੀ ਸੰਖਿਆ ਕਿੰਨੀ ਹੈ, ਜਾਂ ਇਹ ਕਹ ਲਓ ਵੀ UNO ਦੇ ਮੈਂਬਰਾਂ ਦੀ ਸੰਖਿਆ ਕਿੰਨੀ ਹੈ, ਤਾਂ ਇਹਦਾ ਆਨਸਰ ਆਊਗਾ ਜੀ 193 ਜਿਹੜਾ 193 ਮੈਂਬਰ ਇਹਦੇ ਦੇਸ਼ ਸੀ, ਹੁਣ ਹੈਗੇ ਨੇ। ਮੁੱਢਲੇ ਮੈਂਬਰ ਕਿੰਨੇ ਸੀ ਇਹਦੇ, 51 ਸੀਗੇ। 102 ਨੰਬਰ ਕੁਐਸਚਨ ਦੇਖ ਲੈਣੇ ਆ। ਭਾਰਤ ਤੇ ਅਮਰੀਕਾ ਦੇ ਵਿਚਕਾਰ 123 123 ਸਮਝੌਤਾ ਹੋਇਆ ਸੀ, ਤਾਂ ਕਿਹਦੇ ਨਾਲ ਸੰਬੰਧੀ ਸੀਗਾ ਇਹ 123, ਤੇ ਸੰਬੰਧੀ ਸੀਗਾ ਨਿਊਕਲੀਅਰ ਦੇ ਨਾਲ, ਠੀਕ ਹੈ। ਨਿਊਕਲੀਅਰ ਇੱਕ ਭਾਰਤ ਦੀ ਜਿਹੜੀ ਟ੍ਰੀਟੀ ਹੋਈ ਸੀਗੀ ਅਮਰੀਕਾ ਤੇ ਭਾਰਤ ਦੀ 2009 ਦੇ ਵਿੱਚ ਹੋਈ ਸੀਗੀ, ਜਦੋਂ ਮਨਮੋਹਨ ਸਿੰਘ ਸਾਡੇ ਪ੍ਰਧਾਨ ਮੰਤਰੀ ਸੀਗੇ ਤੇ ਅਮਰੀਕਾ ਦੇ ਰਾਸ਼ਟਰਪਤੀ ਸੀਗੇ ਬਰਾਕ ਓਬਾਮਾ। ਤਾਂ ਦੋਨਾਂ ਵਿਚਕਾਰ ਹੋਇਆ ਸੀ ਨਿਊਕਲੀਅਰ ਸਹਿਯੋਗ। ਇਹਦਾ ਆਨਸਰ ਹੋਊਗਾ ਜੀ ਇਹ ਆਨਸਰ। ਪੰਚਸ਼ੀਲ ਦਾ ਸਿਧਾਂਤ ਸਭ ਤੋਂ ਪਹਿਲਾਂ ਹਸਤਾਖਰ ਕੀਤਾ ਗਿਆ ਸੀ ਕਿਹਦੇ ਦੁਆਰਾ, ਤਾਂ ਤੁਹਾਨੂੰ ਪਤਾ ਜੀ 1954 ਦੇ ਵਿੱਚ ਚਾਓ ਐਨ ਲਾਈ ਚੀਨ ਦੇ ਪ੍ਰਧਾਨ ਮੰਤਰੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਸੀਗੇ ਪੰਡਿਤ ਜਵਾਹਰ ਲਾਲ ਨਹਿਰੂ, ਉਹਨਾਂ ਵਿਚਕਾਰ ਹੋਇਆ ਸੀਗਾ ਇਹ। ਤਾਂ ਇਹਦਾ ਆਨਸਰ ਹੋਊਗਾ ਜੀ ਭਾਰਤ ਤੇ ਚੀਨ ਦੇ ਦੁਆਰਾ। ਰੈੱਡ ਕਲਿਫ ਜਿਹੜੀ ਰੇਖਾ ਹੈਗੀ ਕਿਹਨੂੰ ਨਿਰਧਾਰਿਤ ਕਰਦੀ, ਕਈ ਵਾਰ ਅਸੀਂ ਨਾ ਉਲਝ ਜਾਂਦੇ ਹਾਂ ਰੈੱਡ ਕਲਿਫ, ਮੈਕਮੋਹਨ ਤੇ ਡੋਰੈਂਟ ਲਾਈਨ ਦੇ ਵਿੱਚ। ਤਾਂ ਰੈੱਡ ਕਲਿਫ ਜਿਹੜੀ ਹੈ ਇਹ ਆਊਗੀ ਭਾਰਤ ਤੇ ਪਾਕਿਸਤਾਨ ਦੀ ਰੇਖਾ ਹੈ। ਜੇ ਮੈਕਮੋਹਨ ਪੁੱਛਦਾ ਹੈ ਤਾਂ ਮੈਕਮੋਹਨ ਹੈਗੀ ਹੈ ਚੀਨ ਤੇ ਭਾਰਤ ਦੀ, ਤੇ ਜੇ ਡੋਰੈਂਟ ਲਾਈਨ ਪੁੱਛਦਾ ਤਾਂ ਉਹ ਅਫਗਾਨਿਸਤਾਨ ਤੇ ਭਾਰਤ ਦੀ ਰੇਖਾ ਹੈ, ਡੋਰੈਂਟ ਲਾਈਨ, ਠੀਕ ਹੈ। ਸੁਰੱਖਿਆ ਪਰਿਸ਼ਦ ਦੇ ਸਥਾਈ ਮੈਂਬਰਾਂ ਦੀ ਸੰਖਿਆ ਕੁੱਲ ਕਿੰਨੀ ਹੈ, ਤਾਂ ਇਹਦਾ ਆਨਸਰ ਆਊਗਾ ਜੀ 5। ਤੁਹਾਨੂੰ ਪਤਾ ਵੀ 5 ਮੈਂਬਰ ਨੇ ਪਰਮਾਨੈਂਟ, ਜਿਨ੍ਹਾਂ ਕੋਲ ਵੀਟੋ ਪਾਵਰ ਹੈਗੀ ਹੈ, ਤਾਂ ਡੀ ਆਨਸਰ ਆਊਗਾ ਇਹਦਾ। ਭਾਰਤ ਦਾ ਵਿਦੇਸ਼ ਮੰਤਰੀ ਕੌਣ ਹੈ, ਤਾਂ 2016 ਚ ਪੁੱਛਿਆ ਗਿਆ ਸੀ ਕੁਐਸਚਨ ਇਹ, ਠੀਕ ਹੈ। ਤਾਂ 2016 ਦੇ ਅਕੋਰਡਿੰਗ ਸੁਸ਼ਮਾ ਸਵਰਾਜ ਸੀਗੀ। ਹੁਣ ਜਿਹੜਾ ਪੁੱਛਿਆ ਜਾਊਗਾ ਤਾਂ ਹੁਣ ਇਹਦਾ ਆਪਸ਼ਨ ਇਹਦੇ ਵਿੱਚ ਪਈ ਹੈ ਰਾਜਨਾਥ ਸਿੰਘ ਇਹਦਾ ਆਨਸਰ, ਵਿਦੇਸ਼ ਮੰਤਰੀ। ਸਾਡੇ ਮੰਤਰੀਆਂ ਬਾਰੇ ਕੁਐਸਚਨ ਪੁੱਛੇ ਜਾ ਸਕਦੇ ਨੇ। ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਸੋਵੀਅਤ ਸੰਘ ਵੱਲ ਆਰੰਭਿਕ ਜਿਹੜੀ US ਪਾਲਿਸੀ ਸੀ ਤਾਂ ਕੀ ਖਵਾਉਂਦੀ ਸੀ ਇਹ, ਠੀਕ ਹੈ। ਤਾਂ ਇਹਨੂੰ ਅਸੀਂ ਬਾਇਲੈਟਰਲ ਪਾਲਿਸੀ ਬੋਲ ਦਿੰਦੇ ਹਾਂ, ਦੋ ਤਰਫਾ ਪਾਲਿਸੀ ਬੋਲ ਦਿੰਦੇ ਹਾਂ, ਠੀਕ ਹੈ। ਸੁਲ੍ਹਾ ਸੁਲਾਈ ਪਾਲਿਸੀ ਨੂੰ ਵੱਡਾ ਧੱਕਾ ਲੱਗਣਾ ਪਿਆ ਜਦੋਂ 1979 ਦੇ ਵਿੱਚ ਸੋਵੀਅਤ ਸੰਘ ਨੇ ਕਿਸ ਦੇਸ਼ ਤੇ ਚੜ੍ਹਾਈ ਕਰ ਦਿੱਤੀ ਸੀ, ਤਾਂ 1979 ਦੇ ਵਿੱਚ ਸੋਵੀਅਤ ਸੰਘ ਨੇ ਅਫਗਾਨਿਸਤਾਨ ਦੇ ਉੱਪਰ ਚੜ੍ਹਾਈ ਕੀਤੀ ਸੀ। ਤਾਂ ਇਹਦੇ ਨਾਲ ਫਿਰ ਜਿਹੜੀ ਸੁਲ੍ਹਾ ਸੁਲਾਈ ਜਿਹੜੀ ਸੀਗੀ ਸਮਝੌਤੇ ਵਾਲੀ ਜਿਹੜੀ ਇੱਕ ਇਹਨਾਂ ਨੇ ਇੱਕ ਸੰਗਠਨ, ਮਤਲਬ ਸੁਲ੍ਹਾ ਸੁਲਾਈ ਦਾ ਮਤਲਬ ਕੀ ਸੀਗਾ ਵੀ ਇਹਨਾਂ ਨੇ ਸ਼ਾਂਤੀ ਲਈ ਇੱਕ ਯਤਨ ਕੀਤੇ ਸੀ, ਤਾਂ ਉਸ ਨੂੰ ਕਾਫੀ ਧੱਕਾ ਲੱਗਿਆ ਤਾਂ ਜਦੋਂ ਅਫਗਾਨਿਸਤਾਨ ਦੇ ਉੱਪਰ 1979 ਦੇ ਵਿੱਚ ਸੋਵੀਅਤ ਸੰਘ ਨੇ ਅਟੈਕ ਕਰਤਾ ਸੀਗਾ। ਹੁਣ ਕੋਈ ਕੁਐਸਚਨ ਕਈ ਵਾਰ ਇਹ ਬਣ ਜਾਂਦਾ ਹੈ, 2001 ਦੇ ਵਿੱਚ ਅਮਰੀਕਾ ਦੇ ਉੱਪਰ ਹਮਲਾ ਹੋਇਆ ਸੀਗਾ ਲਾਦੇਨ ਵੱਲੋਂ, ਇਹਦੇ ਵਰਲਡ ਟ੍ਰੇਡ ਸੈਂਟਰ ਢਾਹ ਦਿੱਤੇ ਗਏ ਸੀ। ਤਾਂ ਉਸ ਤੋਂ ਬਾਅਦ 2001 ਦੇ ਵਿੱਚ ਹੀ ਫਿਰ ਅਮਰੀਕਾ ਨੇ ਦੁਬਾਰਾ ਅਫਗਾਨਿਸਤਾਨ ਦੇ ਉੱਪਰ ਹਮਲਾ ਕੀਤਾ ਸੀ, ਤੇ ਲਾਸਟ ਈਅਰ ਹੀ ਫਿਰ ਅਫਗਾਨਿਸਤਾਨ ਤੋਂ ਅਮਰੀਕਾ ਜਿਹੜਾ ਉਹ ਬਾਹਰ ਆਏਗਾ 2021 ਦੇ ਵਿੱਚ ਹੀ। ਸ਼ੀਤ ਯੁੱਧ, ਕੋਲਡ ਵਾਰ ਦੇ ਵਿੱਚ ਜਿਹੜੇ ਮੁੱਖ ਵਿਰੋਧੀ ਸੀਗੇ ਕਿਹੜੇ ਕਿਹੜੇ ਸੀਗੇ, ਤਾਂ 1945 ਤੋਂ ਬਾਅਦ ਤੁਹਾਨੂੰ ਪਤਾ ਵੀ ਕੋਲਡ ਵਾਰ ਸ਼ੁਰੂ ਹੋ ਗਿਆ ਸੀ, ਤਾਂ ਉਹਦੇ ਵਿੱਚ ਮੁੱਖ ਵਿਰੋਧੀ ਜਿਹੜੇ ਮੰਨੇ ਜਾਂਦੇ ਨੇ ਉਹ ਅਮਰੀਕਾ ਤੇ ਸੋਵੀਅਤ ਯੂਨੀਅਨ ਮੰਨੇ ਜਾਂਦੇ ਨੇ, ਤਾਂ ਵੀ ਆਨਸਰ ਆਊਗਾ ਇਹਦਾ। ਨੈਕਸਟ ਇਹਨਾਂ ਵਿੱਚੋਂ ਕਿਹੜੀ ਆਰਥਿਕ ਸੰਸਥਾ ਨਹੀਂ ਹੈ, ਤਾਂ ਆਰਥਿਕ ਸੰਸਥਾ ਪੁੱਛੀ ਗਈ। OAS ਵੀ ਆਰਥਿਕ ਹੈ, ਸ਼ਾਰਕ ਵੀ ਇੱਕ ਆਰਥਿਕ ਤੌਰ ਤੇ ਅੱਗੇ ਵਧਣ ਲਈ ਬਣਾਈ ਗਈ ਸੀ, ਏਸ਼ੀਅਨ ਵੀ ਆਰਥਿਕ ਹੈਗੀ, ਤੇ ਨਾਟੋ ਜਿਹੜੀ ਹੈ ਇਹ ਸੈਨਿਕ ਸੰਗਠਨ ਸੀਗਾ, ਤਾਂ ਆਨਸਰ ਆਊਗਾ ਜੀ ਨਾਟੋ, ਡੀ ਆਨਸਰ ਆਊਗਾ ਇਹਦਾ। ਕਿਹੜਾ ਸ਼ਬਦ ਵਿਕਾਸਸ਼ੀਲ ਵਿਸ਼ਵ ਦੀ ਮਾਨਤਾ ਨੂੰ ਸੰਕੇਤ ਕਰਦਾ ਹੈ ਕਿ
ਪਹਿਲਾ ਵਿਸ਼ਵ ਯੁੱਧ ਹਾਲੇ ਵੀ ਬੁਰੀ ਤਰ੍ਹਾਂ ਆਰਥਿਕ ਤੌਰ ਤੇ ਇਸ ਦਾ ਸ਼ੋਸ਼ਣ ਕਰ ਰਿਹਾ ਹੈ। ਤੇ ਇਹਦਾ ਆਨਸਰ ਆਊਗਾ ਜੀ ਉਪਨਿਵੇਸ਼ਵਾਦ। ਕਿਉਂਕਿ ਉਪਨਿਵੇਸ਼ਵਾਦ ਦੇ ਵਿੱਚ ਕੋਈ ਦੇਸ਼ ਦੂਸਰੇ ਦੇਸ਼ ਨੂੰ ਆਪਣੀ ਬਸਤੀ ਬਣਾ ਲੈਂਦਾ ਹੈ ਤੇ ਫਿਰ ਉਹਦਾ ਕੀ ਕਰਦਾ ਹੈਗਾ, ਉਹ ਆਰਥਿਕ ਤੌਰ ਤੇ ਸ਼ੋਸ਼ਣ ਕਰਦਾ ਹੁੰਦਾ ਹੈ। 112 ਨੰਬਰ ਕੁਐਸਚਨ ਪੁੱਛ ਰਿਹਾ ਹੈ, ਸਮਾਜਵਾਦ ਪੂੰਜੀਵਾਦ ਦਾ ਉੱਚਤਮ ਪੜਾਅ ਹੈ। ਹੁਣ ਸਮਾਜਵਾਦ ਦੇ ਜਿੰਨੇ ਵੀ ਕੋਟੇਸ਼ਨਸ ਨੇ ਉਹ ਇਹਦਾ ਮਤਲਬ ਇਹ ਨਹੀਂ ਹੈ ਵੀ ਉਹ ਸਾਰੇ ਮਾਰਕਸ ਦੇ ਨਾਲ ਜੁੜੇ ਹੋਏ ਨੇ। ਤਾਂ ਕੋਟੇਸ਼ਨ ਸੀਗੀ VI ਲੈਨਿਨ, ਠੀਕ ਹੈ ਜੀ, ਵਲਾਦੀਮੀਰ ਲੈਨਿਨ ਦੀ ਸੀਗੀ ਇਹ, ਜਿਨ੍ਹਾਂ ਦੀ ਅਗਵਾਈ ਦੇ ਵਿੱਚ 1917 ਦੇ ਵਿੱਚ ਰਸ਼ੀਆ ਦੇ ਵਿੱਚ ਬੋਲਸ਼ੇਵਿਕ ਕ੍ਰਾਂਤੀ ਹੋਈ ਹੈ। ਇਹਨਾਂ ਵਿੱਚੋਂ ਕਿਹੜਾ ਮੈਂਬਰ G8 ਦਾ ਮੈਂਬਰ ਨਹੀਂ? ਹੁਣ G8 ਨਹੀਂ ਹੈਗਾ, ਵੈਸੇ G7 ਹੈ ਇਹ, ਠੀਕ ਹੈ। ਤਾਂ ਇਹਦੇ ਵਿੱਚੋਂ ਆਨਸਰ ਆਊਗਾ ਇਹਦਾ ਇਟਲੀ ਦਾ ਹੈਗਾ, ਇਹਦਾ ਫਰਾਂਸ ਵੀ ਹੈਗਾ, ਚੀਨ ਇਹਦਾ ਮੈਂਬਰ ਨਹੀਂ ਹੈਗਾ G7 ਤਾਂ ਇਹ ਗਰੁੱਪ ਜਿਹੜਾ 7 ਹੈ ਇਹ ਦੁਨੀਆ ਦੇ ਜਿਹੜੇ ਕਾਫੀ ਰਿਚ ਕੰਟਰੀਜ਼ ਨੇ ਉਹਨਾਂ ਦਾ ਇੱਕ ਸੰਗਠਨ ਹੈਗਾ। ਪਹਿਲਾਂ ਦੇ ਵਿੱਚ ਰੂਸ ਸ਼ਾਮਲ ਸੀਗਾ, ਉਸ ਟਾਈਮ ਇਹਨੂੰ G8 ਦੇ ਨਾਮ ਨਾਲ ਬੁਲਾਇਆ ਜਾਂਦਾ ਸੀ, ਪਰ ਰੂਸ ਨੂੰ ਇਹਨਾਂ ਨੇ ਬਾਹਰ ਕੱਢਤਾ। ਤਾਂ ਜਾਪਾਨ ਇਹਦਾ ਹੈਗਾ, ਤਾਂ ਚੀਨ ਇਹਦਾ ਮੈਂਬਰ ਨਹੀਂ ਹੈਗਾ, ਠੀਕ ਹੈ। ਅਮਰੀਕਾ ਵੀ ਇਹਦਾ ਮੈਂਬਰ ਹੈਗਾ, ਜਰਮਨੀ ਨਹੀਂ ਹੈਗਾ ਇਹਦਾ ਮੈਂਬਰ, ਠੀਕ ਹੈ। ਤੇ 7 ਮੈਂਬਰ ਇਹਦੇ ਦੇਸ਼ ਨੇ, ਯੂਰਪੀਅਨ ਯੂਨੀਅਨ ਇਹਦੇ ਵਿੱਚ ਹੈਗੀ, ਸ਼ਾਮਲ ਹੈ। ਨੈਕਸਟ ਹੈ ਜੀ ਸੱਭਿਆਚਾਰ ਕ੍ਰਾਂਤੀ, ਜਿਹੜੀ ਕਲਚਰਲ ਰੈਵੋਲੂਸ਼ਨ ਦਾ ਸੰਬੰਧ ਕਿਹਦੇ ਦੇਸ਼ ਨਾਲ ਹੈ? ਤਾਂ ਕਲਚਰਲ ਰੈਵੋਲੂਸ਼ਨ ਦਾ ਸੰਬੰਧ ਹੈਗਾ ਜੀ ਚਾਈਨਾ ਦੇ ਨਾਲ। ਕਈ ਵਾਰ ਕੁਐਸਚਨ ਪੁੱਛਿਆ ਗਿਆ, ਸ਼ਕਤੀਆਂ ਦੇ ਵੱਖ ਹੋਣ ਦਾ ਸਿਧਾਂਤ ਕਿਸ ਰਾਜਨੀਤਿਕ ਪ੍ਰਣਾਲੀ ਦੀ ਇੱਕ ਮੁੱਖ ਵਿਸ਼ੇਸ਼ਤਾ ਹੈ? ਭਾਰਤ, ਫਰਾਂਸ, UK ਜਾਂ ਅਮਰੀਕਾ? ਤੇ ਇਹਦਾ ਆਨਸਰ ਆਊਗਾ D, ਕਿਉਂਕਿ ਅਮਰੀਕਾ ਦੇ ਵਿੱਚ ਫੈਡਰਲ ਸਿਸਟਮ ਨੂੰ ਅਪਣਾਇਆ ਗਿਆ ਤਾਂ ਉੱਥੇ ਜਿਹੜੀ ਪਾਵਰਾਂ ਨੇ ਉਹ ਬਰਾਬਰ ਰਾਜਾਂ ਤੇ ਕੇਂਦਰ ਦੇ ਵਿਚਕਾਰ ਵੰਡੀਆਂ ਜਾਂਦੀਆਂ ਨੇ। ਤੇ ਇਹਦਾ ਆਨਸਰ ਆਊਗਾ ਜੀ D ਆਨਸਰ। 116 ਨੰਬਰ ਕੁਐਸਚਨ ਦੇਖ ਲੈਂਦੇ ਆ, ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਰਾਜਨੀਤਿਕ ਪ੍ਰਣਾਲੀ ਵਿੱਚ ਵਿਧਾਨ ਸਭਾ ਅਤੇ ਰਾਜ ਕਾਨੂੰਨ ਪ੍ਰਬੰਧਕ ਵਿਚਕਾਰ ਗੂੜਾ ਸੰਬੰਧ ਹੁੰਦਾ? ਇਹ ਦੇਖੋ ਇੱਥੇ ਤੁਹਾਨੂੰ ਪੰਜਾਬੀ ਦਾ ਨਾ ਕਲੀਅਰ ਹੋਵੇ ਮਤਲਬ, ਪਰ ਇੱਥੇ ਰਿਲੇਸ਼ਨਸ਼ਿਪ ਬਿਟਵੀਨ ਲੈਜਿਸਲੇਟਿਵ ਐਂਡ ਐਕਸੀਕਿਊਟਿਵ, ਮਤਲਬ ਕਾਰਜਪਾਲਿਕਾ ਤੇ ਜਿਹੜੀ ਵਿਧਾਨ ਪਾਲਿਕਾ ਉਹਦੇ ਵਿਚਕਾਰ ਗੂੜਾ ਸੰਬੰਧ ਹੁੰਦਾ। ਤਾਂ ਕਿਹੜੀ ਪ੍ਰਣਾਲੀ ਦੇ ਵਿੱਚ ਹੁੰਦਾ ਇਹ UK ਦੇ ਵਿੱਚ ਹੈ। ਸੰਸਦੀ ਪ੍ਰਣਾਲੀ ਵਾਲੇ ਜਿੰਨੇ ਵੀ ਦੇਸ਼ ਨੇ ਉਹਦੇ ਵਿਚਕਾਰ ਕਾਰਜਪਾਲਿਕਾ ਤੇ ਵਿਧਾਨ ਪਾਲਿਕਾ ਵਿਚਕਾਰ ਗੂੜਾ ਸੰਬੰਧ ਜਿਹੜਾ ਪਾਇਆ ਜਾਂਦਾ ਹੈ। ਤਾਂ UK ਦੇ ਵਿੱਚ ਪਾਇਆ ਜਾਂਦਾ, ਕਿਉਂਕਿ UK ਦੇ ਵਿੱਚ ਕੀ ਹੈਗੀ, UK ਦੇ ਵਿੱਚ ਸੰਸਦੀ ਪ੍ਰਣਾਲੀ ਨੂੰ ਅਪਣਾਇਆ ਗਿਆ ਹੈ। 117 ਨੰਬਰ ਕੁਐਸਚਨ ਦੇਖ ਲੈਣੇ ਆ, ਜੁਡੀਸ਼ੀਅਲ ਰਿਵਿਊ, ਠੀਕ ਹੈ। ਜੁਡੀਸ਼ੀਅਲ ਰਿਵਿਊ ਕਿਹੜੇ ਦੇਸ਼ 'ਚ ਪਾਇਆ ਜਾਂਦਾ ਹੈ? ਜੁਡੀਸ਼ੀਅਲ ਰਿਵਿਊ ਤੇ ਪਾਇਆ ਜਾਂਦਾ ਅਮਰੀਕਾ ਦੇ ਵਿੱਚ। ਜੁਡੀਸ਼ੀਅਲ ਰਿਵਿਊ ਅਸੀਂ ਭਾਰਤ ਨੇ ਵੀ ਅਮਰੀਕਾ ਤੋਂ ਹੀ ਅਡਾਪਟ ਕੀਤਾ ਹੈ, ਜਿਹਨੂੰ ਅਸੀਂ ਨਿਆਇਕ ਪੁਨਰ ਨਿਰੀਖਣ ਦਾ ਅਧਿਕਾਰ ਆਖ ਦਿੰਦੇ ਹਾਂ। 118 ਨੰਬਰ ਕੁਐਸਚਨ ਤੇ ਆਉਂਦੇ ਆ, ਸੰਵਿਧਾਨ ਦੇ ਵਿੱਚ ਸ਼ੋਧ ਬਹੁਤ ਮੁਸ਼ਕਲ ਹੈ। ਕਿਹੜੇ ਦੇਸ਼ ਦੇ ਵਿੱਚ ਸੰਵਿਧਾਨ ਦੇ ਵਿੱਚ ਸ਼ੋਧ ਕਰਨੀ ਬਹੁਤ ਔਖੀ ਹੁੰਦੀ ਹੈਗੀ? ਸਿਰਫ ਅਜੇ ਉੱਥੇ 10-12 ਸ਼ੋਧਾਂ ਹੀ ਹੋਈਆਂ ਨੇਗੀਆਂ। ਤਾਂ ਸਭ ਤੋਂ ਜ਼ਿਆਦਾ ਕਠਿਨ ਜਿਹੜੀ ਮੰਨੀ ਜਾਂਦੀ ਸ਼ੋਧ ਅਮਰੀਕਾ 'ਚ ਮੰਨੀ ਜਾਂਦੀ ਹੈ, ਤੇ ਸਭ ਤੋਂ ਸੌਖੀ ਜਿਹੜੀ ਸ਼ੋਧ ਮੰਨੀ ਜਾਂਦੀ ਉਹ ਮੰਨੀ ਜਾਂਦੀ ਇੰਗਲੈਂਡ ਦੇ ਵਿੱਚ। ਤਾਂ ਇਹਦਾ ਆਨਸਰ ਆਊਗਾ ਜੀ B ਆਨਸਰ, ਅਮਰੀਕਾ ਦੇ ਵਿੱਚ। 1945 ਦੇ ਵਿੱਚ UNO ਦੇ ਜਿਹੜੇ ਜਨਰਲ ਅਸੈਂਬਲੀ ਦੇ ਮੌਲਿਕ ਮੈਂਬਰ ਸੀ ਉਹਨਾਂ ਦੀ ਸੰਖਿਆ ਕਿੰਨੀ ਸੀ ਕੁੱਲ? ਤਾਂ ਇਹਦਾ ਆਨਸਰ ਆਊਗਾ ਜੀ 51। ਪਹਿਲਾਂ 50 ਸੀ, ਫਿਰ ਇੱਕ ਬਾਅਦ 'ਚ ਪੋਲੈਂਡ ਵੀ ਸ਼ਾਮਲ ਹੋ ਗਿਆ ਸੀ, ਤਾਂ 51 ਦੀ ਟੋਟਲ ਸੰਖਿਆ ਮੰਨੀ ਜਾਂਦੀ ਹੈ। ਤਾਂ 51 ਦਾ ਆਨਸਰ ਆ ਜਾਊਗਾ ਜੀ। ਨੈਕਸਟ ਹੈ 120 ਨੰਬਰ ਕੁਐਸਚਨ ਦੇਖ ਲੈਂਦੇ ਆ, ਪੋਲਿਟਿਕਸ ਅਮੰਗ ਨੇਸ਼ਨਸ ਦਾ ਸਟਰਗਲ ਆਫ ਪਾਵਰ ਐਂਡ ਪੀਸ। ਤੇ ਇਹਦਾ ਆਨਸਰ ਆਊਗਾ ਜੀ D ਆਨਸਰ, ਹੰਸ ਜੇ ਮੌਰਗਥਾਨੀਓ ਦੁਆਰਾ ਇਹ ਬੁੱਕਸ ਲਿਖੀ ਗਈ ਸੀਗੀ। ਨੈਕਸਟ ਹੈ ਨੇਮ ਦਾ ਆਥਰ ਆਫ ਬੁੱਕ ਐਂਡ ਆਫ ਆਈਡੀਓਲੋਜੀ। ਤਾਂ ਐਂਡ ਆਫ ਆਈਡੀਓਲੋਜੀ ਦਾ ਜਿਹੜਾ ਲੇਖਕ ਮੰਨਿਆ ਜਾਂਦਾ ਹੈਗਾ ਉਹ ਮੰਨਿਆ ਜਾਂਦਾ ਡੈਨੀਅਲ ਬੈਲ ਦਾ ਲੇਖਕ ਮੰਨਿਆ ਜਾਂਦਾ ਹੈ। 122 ਨੰਬਰ ਕੁਐਸਚਨ ਦੇਖ ਲੈਂਦੇ ਆ, ਭਾਰਤੀ ਸੰਵਿਧਾਨ ਦਾ ਆਰਟੀਕਲ ਜਿਹੜਾ 370 ਹੈ, ਠੀਕ ਹੈ। ਇੱਥੇ ਹੋਰ ਹੀ ਭਾਸ਼ਾ ਜਿਹਨਾਂ ਲਿਖਤਾ ਆਰਟੀਕਲ 370 ਜਿਹੜਾ, ਤਾਂ ਕਿਹੜੇ ਰਾਜ ਨਾਲ ਸੰਬੰਧੀ ਸੀਗਾ? ਹੁਣ ਤੁਹਾਨੂੰ ਪਤਾ ਵੀ 2019 ਦੇ ਵਿੱਚ ਇਸ ਦਾ ਪੁਨਰਗਠਨ ਕਰ ਦਿੱਤਾ ਗਿਆ, ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਇਹ ਜੰਮੂ ਐਂਡ ਕਸ਼ਮੀਰ। ਇੱਕ ਆਰਟੀਕਲ ਹੋਰ ਵੀ ਇਸੇ ਨਾਲ ਜੁੜਿਆ ਹੋਇਆ, ਉਹ ਆਰਟੀਕਲ ਨੰਬਰ 35A, ਠੀਕ ਹੈ। 35A ਤੇ 370 ਦੋਨਾਂ ਦਾ ਸੰਬੰਧ ਕਿਹਦੇ ਨਾਲ ਸੀਗਾ? ਜੰਮੂ ਐਂਡ ਕਸ਼ਮੀਰ ਦੇ ਨਾਲ ਸੀਗਾ। ਇੱਕ ਬੁੱਕ ਹੈਗੀ ਕੰਪੈਰੇਟਿਵ ਪੋਲਿਟਿਕਸ ਏ ਡਿਵੈਲਪਮੈਂਟ ਅਪਰੋਚ। ਕੰਪੈਰੇਟਿਵ ਪੋਲਿਟਿਕਸ ਐਂਡ ਡਿਵੈਲਪਮੈਂਟ ਅਪਰੋਚ ਦਾ ਜਿਹੜਾ ਲੇਖਕ ਮੰਨਿਆ ਜਾਂਦਾ ਉਹ ਮੰਨਿਆ ਜਾਂਦਾ G ਆਲਮੰਡ ਅਤੇ ਪਾਵਲ, ਠੀਕ ਹੈ। ਤਾਂ ਇਹਦਾ ਆਨਸਰ ਆਊਗਾ A ਆਨਸਰ। ਕਿਹੜਾ ਸਮਾਜ ਵਿਗਿਆਨ ਉਤਪਤੀ ਵਿੱਚ ਰਾਜਨੀਤਿਕ ਸਮਾਜ ਸ਼ਾਸਤਰ ਤੋਂ ਪਹਿਲਾਂ ਦਾ ਸੀਗਾ? ਰਾਜਨੀਤੀ ਸ਼ਾਸਤਰ ਤੋਂ ਪਹਿਲਾਂ ਉਸ ਵਿਸ਼ੇ ਦੀ ਉਤਪਤੀ ਹੋਈ ਹੈ, ਤਾਂ ਇਹ ਆਊਗਾ ਜੀ ਸੋਸ਼ੋਲੋਜੀ, ਕਿਉਂਕਿ ਸੋਸ਼ੋਲੋਜੀ ਰਾਜਨੀਤਿਕ ਸ਼ਾਸਤਰ ਤੋਂ ਵੀ ਪਹਿਲਾਂ ਦਾ ਪਾਇਆ ਜਾਂਦਾ ਹੈ, ਸਮਾਜ ਦਾ ਅਧਿਐਨ ਕਰਦਾ ਜਿਹੜਾ। ਕਿਸ ਰਾਜਨੀਤਿਕ ਸ਼ਾਸਤਰੀ ਨੇ ਕਿਹਾ ਸੀ, ਰਾਜਨੀਤਿਕ ਸ਼ਾਸਤਰ ਤੋਂ ਬਿਨਾਂ ਇਤਿਹਾਸ ਦਾ ਕੋਈ ਫਲ ਨਹੀਂ ਹੈ, ਇਤਿਹਾਸ ਤੋਂ ਬਿਨਾਂ ਰਾਜਨੀਤਿਕ ਸ਼ਾਸਤਰ ਦੀ ਜੜ ਵੀ ਨਹੀਂ ਹੈ? ਤੇ ਜੌਨ ਸੀਲੇ ਦੇ ਵਰਡ ਸੀਗੇ, ਇਹਦਾ ਆਨਸਰ ਆਊਗਾ ਜੀ ਜੌਨ ਸੀਲੇ ਵੀ। ਦਵੈਤਵਾਦੀ ਜਿਹੜੇ ਪੋਲਿਟਿਸਟ ਸੀਗੇ ਆਰ ਇਨ ਦਾ ਫੇਵਰ ਆਫ, ਦਵੈਤਵਾਦੀ ਇਸ ਦੇ ਪੱਖ ਵੀ ਸੀਗੇ, ਉਹ ਚਾਹੁੰਦੇ ਸੀ ਰਾਜ ਦਾ ਖਾਤਮਾ ਹੋ ਜੇ। ਨਹੀਂ, ਇਹ ਰਾਜ ਦੇ ਖਾਤਮੇ ਦੀ ਗੱਲ ਨਹੀਂ ਕਰਦੇ ਸੀ ਦਵੈਤਵਾਦੀ। ਦਵੈਤਵਾਦ ਮਤਲਬ ਕੀ ਹੁੰਦਾ ਵੀ ਦੋਹਰੀ ਵੰਡ, ਮਤਲਬ ਉਹ ਇਹ ਕਹਿੰਦੇ ਸੀ ਵੀ ਜਿਹੜਾ ਰਾਜ ਦੀਆਂ ਸ਼ਕਤੀਆਂ ਨੂੰ ਘਟਾਉਣਾ, ਰਾਜ ਦੀ ਸ਼ਕਤੀਆਂ ਨੂੰ ਬਰਾਬਰ ਅਸੀਂ ਮਤਲਬ 2 ਭਾਗਾਂ 'ਚ ਵੰਡ ਦਿਓ, ਮਤਲਬ ਰਾਜ ਨੂੰ ਇੰਨੀ ਸ਼ਕਤੀ ਨਹੀਂ ਹੋਣੀ ਚਾਹੀਦੀ ਕਿਸੇ ਦਾ ਸ਼ੋਸ਼ਣ ਕਰ ਸਕੇ। ਤਾਂ ਉਹਦਾ ਆਨਸਰ ਹੋਊਗਾ ਜੀ C ਆਨਸਰ। ਮਾਰਕਸਵਾਦ ਦੇ ਵਿਚਾਰ ਅਨੁਸਾਰ ਰਾਜ ਹੈ ਇੱਕ ਸ਼੍ਰੇਣੀ ਰਚਨਾ ਹੈ, ਇੱਕ ਸ਼ਕਤੀ ਪ੍ਰਣਾਲੀ ਹੈ, ਸ਼ੋਸ਼ਕਾਂ ਦੀ ਸੱਤਾ ਹੈ, ਇੱਕ ਕਲਿਆਣਕਾਰੀ ਸੰਸਥਾ। ਤਾਂ ਕਲਿਆਣਕਾਰੀ ਸੰਸਥਾ ਤਾਂ ਕਹਿੰਦੇ ਨਹੀਂ ਹੈਗੇ, ਦੇਖੋ ਨਾ
ਤਾਂ ਇਹ ਕਹਿੰਦਾ ਵੀ ਇੱਕ ਸ਼੍ਰੇਣੀ ਰਚਨਾ, ਇੱਕ ਵਰਗ, ਮਤਲਬ ਜਿਹੜਾ ਵਰਗ ਜਿਹੜਾ ਲੋਕਾਂ ਦਾ ਸ਼ੋਸ਼ਣ ਕਰਦਾ ਹੈ ਤਾਂ ਉਹਦੀ ਇੱਕ ਰਚਨਾ ਹੈਗੀ ਹੈ। ਤਾਂ ਇਹਦਾ ਆਨਸਰ ਹੋਊਗਾ ਇੱਕ ਸ਼੍ਰੇਣੀ ਰਚਨਾ। ਸਰਵਾਈਵਲ ਆਫ ਦਾ ਫਿਟੈਸਟ, ਸਰਵਾਈਵਲ ਆਫ ਦਾ ਫਿਟੈਸਟ ਜਿਹੜਾ ਸਿਧਾਂਤ ਦਿੱਤਾ ਗਿਆ ਸੀ 28 ਨੰਬਰ ਕੁਐਸਚਨ ਦਾ, ਇਹ ਆਊਗਾ ਜੀ ਹਰਬਰਟ ਸਪੈਂਸਰ ਦੁਆਰਾ। ਕਾਫੀ ਫੇਮਸ ਸਿਧਾਂਤ ਹੈ, ਹਰਬਰਟ ਸਪੈਂਸਰ ਨੇ ਦਿੱਤਾ ਸੀ ਇਹ। 129 ਨੰਬਰ ਕੁਐਸਚਨ ਦੇਖ ਲੈਂਦੇ ਆ। ਭਾਰਤੀ ਸੰਵਿਧਾਨ ਦੇ ਆਰਟੀਕਲ 18 ਦਾ ਸੰਬੰਧ ਕਿਹਦੇ ਨਾਲ ਹੈ? ਤਾਂ ਆਰਟੀਕਲ 18 ਦੇਖੋ ਕੀ ਕਹਿੰਦਾ, ਉਪਾਧੀਆਂ ਦਾ ਖਾਤਮਾ ਕਰਦਾ ਹੈ ਨਾ, ਸੀ ਆਨਸਰ, ਤੁਹਾਨੂੰ ਪੜਿਆ ਹੋਊਗਾ ਸਾਰਿਆਂ ਨੇ। 129 ਦਾ ਆਊਗਾ ਸੀ ਆਨਸਰ। 130 ਨੰਬਰ ਕੁਐਸਚਨ, ਇਹਨਾਂ ਵਿੱਚੋਂ ਕਿਹੜਾ ਪੰਚਾਇਤੀ ਰਾਜ ਕਮੇਟੀ ਦੇ ਨਾਲ ਸੰਬੰਧਿਤ ਹੈ? ਤਾਂ ਪੰਚਾਇਤੀ ਰਾਜ ਕਮੇਟੀ ਦੇ ਨਾਲ ਵੈਸੇ ਇਹਨਾਂ ਵਿੱਚੋਂ ਕਿਹੜਾ ਪੰਚਾਇਤੀ ਰਾਜ ਕਮੇਟੀ ਦੇ ਨਾਲ ਸੰਬੰਧਿਤ ਹੈ? ਤਾਂ ਦੇਖੋ ਪੰਚਾਇਤੀ ਰਾਜ ਕਮੇਟੀ ਦੇ ਨਾਲ ਸਾਰੀ ਸੰਬੰਧਿਤ ਨੇ ਇਹ, ਤਾਂ ਇਹਦੀ ਗ੍ਰੇਸ ਨੰਬਰ ਮਿਲਣੀ ਚਾਹੀਦੀ ਸੀ ਮੇਰੇ ਅਕੋਰਡਿੰਗ, ਕਿਉਂਕਿ ਬਲਵੰਤ ਰਾਏ ਮਹਿਤਾ ਕਮੇਟੀ ਵੀ ਹੈਗੀ ਹੈ, ਅਸ਼ੋਕ ਮਹਿਤਾ ਕਮੇਟੀ ਵੀ ਹੈਗੀ ਹੈ, ML ਸਿੰਧੀ ਵੀ ਕਮੇਟੀ ਵੀ ਹੈਗੀ ਹੈ। ਠੀਕ ਹੈ, ਤਾਂ ਇਹਦੇ ਨਾਲ ਜਾਂ ਤਾਂ ਇਹ ਆਉਣਾ ਸੀ, ਹਾਂ ਸੌਰੀ, ਇੰਗਲਿਸ਼ ਦਾ ਤੁਸੀਂ ਦੇਖੋ, ਹੂ ਅਮੰਗ ਦਾ ਫੋਲੋਇੰਗ ਇਜ਼ ਨੋਟ ਐਸੋਸੀਏਟਡ ਵਿਦ ਪੰਚਾਇਤੀ ਰਾਜ। ਤਾਂ ਕਈ ਵਾਰ ਤੁਸੀਂ ਨਾ ਇੰਗਲਿਸ਼ ਵੀ ਪੜ੍ਹ ਲਿਆ ਕਰੋ ਇਹਦੀ, ਹੈ ਨਾ। ਤਾਂ ਇੱਥੇ ਨੋਟ ਕਹਿ ਰਿਹਾ, ਇੱਥੇ ਨੋਟ ਐਸੋਸੀਏਟਡ, ਤਾਂ ਇਹਦਾ ਆਨਸਰ ਆਊਗਾ ਜੀ ਲਾਰਡ ਐਕਟਨ, ਕਿਉਂਕਿ ਤਿੰਨੇ ਬੰਦੇ ਇਹ ਪੰਚਾਇਤੀ ਰਾਜ ਨਾਲ ਸੰਬੰਧਿਤ ਨੇਗੇ, ਇੱਕ ਲਾਰਡ ਐਕਟਨ ਜਿਹੜਾ ਹੈਗਾ ਉਹ ਇਹਦੇ ਨਾਲ ਸੰਬੰਧਿਤ ਨਹੀਂ ਹੈਗਾ। ਪੋਲੀਟੀਕਲ ਮੈਨ ਜਿਹੜੀ ਬੁੱਕ ਲਿਖੀ ਸੀ ਤਾਂ ਕਿਹਨੇ ਲਿਖੀ ਸੀ ਇਹ? SM ਲਿਪਸੈਟ। ਤਾਂ ਇਹਦਾ ਆਨਸਰ ਆਊਗਾ, ਦੇਖੋ ਕਾਫੀ ਸਾਰੀਆਂ ਬੁੱਕਸ ਦੇ ਨਾਮ ਇਹਦੇ ਵਿੱਚ ਪੁੱਛੇ ਗਏ ਨੇ, ਤਾਂ ਤੁਹਾਨੂੰ ਯਾਦ ਹੀ ਕਰਨੇ ਪੈਣਗੇ। 132 ਨੰਬਰ, ਰਾਸ਼ਟਰਾਂ ਦਾ ਹੋਂਦ, ਲੀਗ ਆਫ ਨੇਸ਼ਨ ਜਿਹੜਾ ਹੋਂਦ ਦੇ ਵਿੱਚ ਆਇਆ ਸੀਗਾ, ਤਾਂ 1914 ਤੋਂ ਲੈ ਕੇ 1918 ਤੱਕ ਜਿਹੜਾ ਫਸਟ ਵਰਲਡ ਵਾਰ ਲੜਿਆ ਗਿਆ, ਤਾਂ ਉਸ ਤੋਂ ਬਾਅਦ ਉਹਦੀ ਸਮਾਪਤੀ ਤੋਂ ਬਾਅਦ 1919 ਦੇ ਵਿੱਚ ਜਿਹੜਾ ਲੀਗ ਆਫ ਨੇਸ਼ਨ ਸੀ ਉਹ ਹੋਂਦ ਦੇ ਵਿੱਚ ਆਇਆ ਸੀਗਾ, ਪਰ ਇਹ ਕਾਫੀ ਵਧੀਆ ਕੰਮ ਨਹੀਂ ਕਰ ਸਕਿਆ ਜਿਹਦੀ ਹੋਂਦ ਦੇ ਵਿੱਚ ਫਿਰ ਉਹ ਕੀ ਹੋਇਆ ਸੀਗਾ, ਸੈਕੰਡ ਵਰਲਡ ਵਾਰ ਜਿਹੜਾ ਸ਼ੁਰੂ ਹੋ ਗਿਆ ਸੀ। 133 ਨੰਬਰ ਕੁਐਸਚਨ, ਰਾਜਾਂ ਚੋਣਾਂ ਦੀ ਰਾਜ ਦੁਆਰਾ ਫੰਡਿੰਗ ਕੀਤੀ, ਮਤਲਬ ਉੱਥੇ ਰਾਜ ਹੀ ਪਾਰਟੀਆਂ ਨੂੰ ਫੰਡ ਦਿੰਦਾ, ਤਾਂ ਕਿਹੜੇ ਦੇਸ਼ਾਂ ਦੇ ਵਿੱਚ ਹੁੰਦਾ? ਜਰਮਨੀ ਦੇ ਵਿੱਚ ਹੁੰਦਾ ਉਹ, ਤੇ ਆਸਟਰੀਆ ਦੇ ਵਿੱਚ ਹੁੰਦਾ। ਜਿਵੇਂ ਭਾਰਤ ਦੇ ਵਿੱਚ ਤਾਂ ਜਿਹੜੇ ਉਮੀਦਵਾਰ ਨੇ ਉਹ ਆਪ ਆਪਣਾ ਖਰਚਾ ਕਰਦੇ ਨੇ, ਤਾਂ ਇੱਥੇ ਜਰਮਨੀ ਤੇ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੂੰ ਦਿੱਤੀ ਜਾਂਦੀ ਹੈ ਫੰਡਿੰਗ। ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਕਥਨ ਅਮਰੀਕਾ ਦੇ ਸੰਬੰਧ ਵਿੱਚ ਸਹੀ ਨਹੀਂ ਹੈ? ਅਮਰੀਕਾ ਦਾ ਬਿੱਲ, ਅਧਿਕਾਰਾਂ ਦਾ ਬਿੱਲ ਅਮਰੀਕੀ ਸੰਵਿਧਾਨ ਦੇ ਵਿੱਚ ਸ਼ਾਮਲ ਕੀਤਾ ਗਿਆ, ਬਿਲਕੁਲ ਕੀਤਾ ਗਿਆ। 1791 ਸਾਨੂੰ ਪਤਾ ਹੈ ਸ਼ਾਮਲ ਕੀਤਾ ਗਿਆ ਇਸ ਨੂੰ। ਅਮਰੀਕੀ ਸੰਵਿਧਾਨ ਧਰਤੀ ਦਾ ਸਰਵਉੱਚ ਸੰਵਿਧਾਨ ਹੈ, ਠੀਕ ਹੈ ਜੀ। ਦ ਕੰਸਟੀਟਿਊਸ਼ਨ ਇਜ਼ ਦ ਸੁਪਰੀਮ ਲਾਅ ਆਫ ਲੈਂਡ, ਠੀਕ ਹੈ, ਹਾਂ ਵੀ ਬਿਲਕੁਲ ਠੀਕ ਹੈ ਬਈ, ਠੀਕ ਹੈ। ਅਮਰੀਕਾ ਵਿੱਚ ਇਕਾਇਰੀ ਨਾਗਰਿਕਤਾ, ਇਹ ਦੇਖੋ ਗਲਤ ਹੈ ਇੱਥੇ, ਤਾਂ ਆਪਸ਼ਨ ਨਹੀਂ ਆਊਗੀ। ਪ੍ਰਤੀਨਿਧੀ ਮੰਡਲ ਦੇ ਮੈਂਬਰ ਜਿਹੜੇ 2 ਸਾਲਾਂ ਲਈ ਚੁਣੇ ਜਾਂਦੇ ਨੇ, ਹਾਂ ਬਿਲਕੁਲ ਚੁਣੇ ਜਾਂਦੇ ਨੇ ਜੀ, ਠੀਕ ਹੈ ਜੀ, ਇਹ ਵੀ ਠੀਕ ਹੈ। ਤਾਂ ਇਹਦਾ ਆਨਸਰ ਆਊਗਾ ਜੀ ਸੀ ਆਨਸਰ, 134 ਦਾ ਸੀ ਆਨਸਰ। 135 ਨੰਬਰ ਕੁਐਸਚਨ ਦੇਖਦੇ ਹਾਂ। ਯੋਜਨਾਬੱਧ ਅਰਥਵਿਵਸਥਾ ਦੀ ਧਾਰਨਾ ਨੂੰ ਸਭ ਤੋਂ ਪਹਿਲਾਂ ਕਿਹਨੇ ਲਾਗੂ ਕੀਤਾ ਸੀਗਾ? JL ਨਹਿਰੂ ਨੇ। ਯੋਜਨਾਬੱਧ ਮਤਲਬ ਇੱਕ ਪਲੈਨਡ ਇਕੋਨਮੀ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਵਿਕਸਿਤ ਕੀਤੀ ਸੀ ਉਹ ਰਸ਼ੀਆ 'ਚ ਕੀਤੀ ਸੀ ਜੇ ਸਟਾਲਿਨ ਨੇ, ਠੀਕ ਹੈ। ਤਾਂ ਕਾਫੀ ਇੰਪੋਰਟੈਂਟ ਹੈ ਜੇ ਸਟਾਲਿਨ ਦਾ। ਇਹਨਾਂ ਵਿੱਚੋਂ ਕਿਹੜਾ ਅਮਰੀਕੀ ਸੰਵਿਧਾਨਿਕ ਕਾਰਵਾਈ ਦਾ ਹਿੱਸਾ ਨਹੀਂ? ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਸੰਵਿਧਾਨਿਕ ਕਾਰਵਾਈ ਨਹੀਂ ਕੀਤੀ ਜਾਂਦੀ ਹੈਗੀ। ਤਾਂ ਦੇਖੋ ਸਮੂਹਿਕ ਜ਼ਿੰਮੇਵਾਰੀ, ਤਾਂ ਇਹਦਾ ਆਨਸਰ ਸਮੂਹਿਕ ਜ਼ਿੰਮੇਵਾਰੀ ਬਣ ਜਾਊਗਾ, ਕਿਉਂਕਿ ਸਮੂਹਿਕ ਜ਼ਿੰਮੇਵਾਰੀ ਜਿਹੜੀ ਹੁੰਦੀ ਹੈ ਉਹ ਹਮੇਸ਼ਾ ਸੰਸਦੀ ਪ੍ਰਣਾਲੀ ਵਾਲੇ ਦੇਸ਼ਾਂ 'ਚ ਹੁੰਦੀ ਹੈ। ਅਮਰੀਕਾ ਦੇ ਵਿੱਚ ਜਿਹੜੀ ਪ੍ਰਣਾਲੀ ਅਪਣਾਈ ਗਈ ਉਹ ਅਪਣਾਈ ਗਈ ਹੈ ਪ੍ਰਧਾਨਗੀ ਪ੍ਰਣਾਲੀ। ਤਾਂ ਇਹਦਾ ਆਨਸਰ ਆਊਗਾ ਜੀ ਸਮੂਹਿਕ ਪ੍ਰਣਾਲੀ, ਕਿਉਂਕਿ ਸਮੂਹਿਕ ਪ੍ਰਣਾਲੀ ਦਾ ਜਿਹੜਾ ਕੰਸੈਪਟ ਆਉਂਦਾ ਹੈ, ਜਿਹੜੀ ਸਾਡੀ ਮੰਤਰੀ ਮੰਡਲ ਹੈ ਜਾਂ ਮੰਤਰੀ ਪ੍ਰੀਸ਼ਦ ਹੈ ਕਿਹਦੇ ਪ੍ਰਤੀ ਜ਼ਿੰਮੇਵਾਰ ਹੋਊਗੀ? ਇਹ ਜ਼ਿੰਮੇਵਾਰ ਹੁੰਦੀ ਹੈ ਸਾਂਝੇ ਰੂਪ ਦੇ ਵਿੱਚ ਲੋਕ ਸਭਾ ਪ੍ਰਤੀ। ਤਾਂ ਇੱਥੇ ਸਮੂਹਿਕ ਜ਼ਿੰਮੇਵਾਰੀ ਦਾ ਕਲੈਕਟਿਵ ਰਿਸਪੌਂਸਿਬਿਲਿਟੀ ਜਿਹੜੀ ਆਊਗੀ ਸਾਡੇ ਉਹ ਭਾਰਤ 'ਚ ਜਾਂ ਫਿਰ ਸੰਸਦੀ ਪ੍ਰਣਾਲੀ ਵਾਲੇ ਇੰਗਲੈਂਡ ਵਰਗੇ ਦੇਸ਼ਾਂ ਦੇ ਵਿੱਚ ਹੁੰਦੀ ਹੈ। 20ਵੀਂ ਸਦੀ ਵਿੱਚ ਮਾਰਕਸਵਾਦੀਆਂ ਨੂੰ ਸਾਰਥਕ ਯੋਗਦਾਨਾਂ ਵਿੱਚੋਂ ਇੱਕ ਇੰਟੈਲੈਕਚੁਅਲਸ ਦਾ ਜਿਹੜਾ ਵਿਕਾਸ ਕੀਤਾ ਗਿਆ ਸੀ, ਤਾਂ ਇਹ ਕਿਹਦੇ ਦੁਆਰਾ ਕੀਤਾ ਗਿਆ ਸੀ? ਤਾਂ ਇਹ ਗ੍ਰਾਮੈਕਸੀ ਦੁਆਰਾ ਕੀਤਾ ਗਿਆ ਸੀ, ਠੀਕ ਹੈ। ਆਨਸਰ ਆ ਜਾਊਗਾ ਡੀ ਆਨਸਰ। ਪਹਿਲੇ ਰਾਜ ਪੁਨਰ ਗਠਨ ਕਮਿਸ਼ਨ ਦਾ ਜਿਹੜਾ ਚੇਅਰਮੈਨ ਸੀ ਤੁਹਾਨੂੰ ਪਤਾ ਹੈ ਕਾਫੀ ਇੰਪੋਰਟੈਂਟ ਹੈ, 1953 ਦੇ ਵਿੱਚ ਗਠਨ ਹੋਇਆ ਸੀ। 1955 ਜਿਹਨੇ ਆਪਣੀ ਰਿਪੋਰਟ ਦਿੱਤੀ ਸੀ, ਤੇ 56 ਦੇ ਵਿੱਚ 14 ਰਾਜ ਤੇ 6 ਯੂਟੀਜ਼ ਦੇ ਨਾਲ ਭਾਰਤ ਦੇ ਵਿੱਚ ਰਾਜਾਂ ਦਾ ਪੁਨਰ ਗਠਨ ਕੀਤਾ ਗਿਆ ਸੀ ਜਸਟਿਸ ਫਜ਼ਲ ਅਲੀ ਸ਼ਾਹਯੋਗ ਦੀ ਅਗਵਾਈ ਦੇ ਵਿੱਚ। 139 ਨੰਬਰ ਕੁਐਸਚਨ, ਹੇਠਾਂ ਦਿੱਤਾ ਵੀ ਕਿਹੜੀ ਕਿਸਮ ਦੀ ਸਮਾਨਤਾ ਦੇ ਉਦਾਰ ਮਤ ਦੇ ਅਨੁਸਾਰ ਨਹੀਂ ਹੈ? ਠੀਕ ਹੈ, ਤਾਂ ਕਾਨੂੰਨੀ ਸਮਾਨਤਾ, ਰਾਜਨੀਤਿਕ ਸਮਾਨਤਾ, ਸਮਾਜਿਕ ਸਮਾਨਤਾ ਤੇ ਫਿਰ ਆਰਥਿਕ ਸਮਾਨਤਾ। ਦਾ ਆਨਸਰ ਹੋਇਆ ਜੀ ਬੀ, ਠੀਕ ਹੈ, ਕਿਉਂਕਿ ਆਰਥਿਕ ਸਮਾਨਤਾ ਜਿਹੜੀ ਇਹ ਸਮਾਨਤਾ ਦੇ ਉਦਾਰ ਮਤ ਦੇ ਅਨੁਸਾਰ ਨਹੀਂ ਮੰਨੀ ਜਾਂਦੀ। 140 ਨੰਬਰ ਕੁਐਸਚਨ ਹੈ ਪੋਸਟ ਬਿਹੇਵਰਿਜ਼ਮ। ਤਾਂ ਪੋਸਟ ਬਿਹੇਵਰਿਜ਼ਮ ਦਾ ਜਿਹੜਾ ਲੇਖਕ ਮੰਨਿਆ ਜਾਂਦਾ ਉਹ ਮੰਨਿਆ ਜਾਂਦਾ ਡੇਵਿਡ ਈਸਟਨ ਨੂੰ। ਤਾਂ ਆਨਸਰ ਹੋਇਆ ਜੀ, ਕਾਫੀ ਜ਼ਿਆਦਾ ਕੁਐਸਚਨ ਪੁੱਛੇ ਗਏ ਨੇ ਦੇਖੋ ਇਹਦੇ ਵਿੱਚ, ਇਹਦੇ ਬਾਰੇ ਬੁੱਕਸ ਬਾਰੇ ਕੁਐਸਚਨ ਪੁੱਛੇ ਗਏ ਨੇਗੇ। ਨੈਕਸਟ ਐਗਜ਼ਾਮ ਮੈਂ ਐਕਸਪੈਕਟ ਕਰਦਾ ਵੀ ਜੇ ਤੁਹਾਡਾ ਲੈਕਚਰ ਦਾ ਪੇਪਰ ਹੋਇਆ ਤਾਂ ਇਹਦੇ ਵਿੱਚ ਵੀ ਬੁੱਕਸ ਦੇ ਕਾਫੀ ਕੁਐਸਚਨ ਪੁੱਛੇ ਜਾ ਸਕਦੇ ਨੇ, ਤਾਂ ਬੁੱਕਸ ਨੂੰ ਤੁਸੀਂ ਤਿਆਰ ਕਰਨਾ ਸ਼ੁਰੂ ਕਰੋ ਹੁਣੇ ਤੋਂ ਹੀ। ਭਾਰਤ ਵਿੱਚ 2014 ਦੀ ਜਿਹੜੀ ਸੰਸਦੀ ਲੋਕ ਚੋਣਾਂ ਸੀਗੀਆਂ ਤਾਂ ਕਿੰਨੀ ਸੀਗੀਆਂ? ਹੁਣ ਜਿਹੜੀ 17ਵੀਂ ਲੋਕ ਸਭਾ ਸਾਡੀ, ਠੀਕ ਹੈ, ਉਸ ਟਾਈਮ ਕਿੰਨੀ ਸੀ? 16ਵੀਂ ਸੀ। ਤਾਂ ਸਾਨੂੰ 17ਵੀਂ ਬਾਰੇ ਪਤਾ ਹੋਣਾ ਚਾਹੀਦਾ। ਜਿਹੜੀ ਸਾਡੀ 2019 ਦੇ ਵਿੱਚ ਇਲੈਕਸ਼ਨ ਹੋਈ ਹੈ ਤਾਂ ਇਹ 17ਵੀਂ ਲੋਕ ਸਭਾ ਦਾ ਇਲੈਕਸ਼ਨ ਸੀ ਜੀ। ਅਮਰੀਕਾ ਵਿੱਚ ਰਾਜਾਂ ਦੀ ਕੁੱਲ ਗਿਣਤੀ ਕਿੰਨੀ ਹੈ? ਤਾਂ ਅਮਰੀਕਾ ਵਿੱਚ ਰਾਜਾਂ ਦੀ ਕੁੱਲ ਗਿਣਤੀ ਹੈਗੀ ਹੈ 50, ਠੀਕ ਹੈ। ਸਟਾਰਟਿੰਗ ਦੀ 50 ਹੈ ਤਾਂ ਹੁਣ ਵੀ 50 ਇਹਦੇ ਵਿੱਚ।
143 ਨੰਬਰ ਡਿਸਕਵਰੀ ਆਫ ਇੰਡੀਆ, ਕਾਫੀ ਫੇਮਸ ਬੁੱਕ ਹੈਗੀ ਡਿਸਕਵਰੀ ਆਫ ਇੰਡੀਆ, ਤਾਂ ਲਿਖੀ ਸੀ ਜੀ ਪੰਡਿਤ ਜਵਾਹਰ ਲਾਲ ਨਹਿਰੂ ਦੁਆਰਾ, ਤਾਂ ਐਲ ਕੇ ਨਹਿਰੂ, JL ਨਹਿਰੂ, ਜਵਾਹਰ ਲਾਲ ਨਹਿਰੂ, ਠੀਕ ਹੈ, ਪੰਡਿਤ ਜਵਾਹਰ ਲਾਲ ਨਹਿਰੂ। 144 ਨੰਬਰ ਕੁਐਸਚਨ ਦੇਖ ਲੈਣੇ, ਹੇਠਾਂ ਵਿੱਚੋਂ ਕਿਹੜੀ ਭਾਰਤੀ ਸੰਵਿਧਾਨਿਕ ਸ਼ੋਧ ਨੇ ਸਿੱਖਿਆ ਦੇ ਅਧਿਕਾਰ ਨੂੰ ਬੁਨਿਆਦੀ ਅਧਿਕਾਰ ਬਣਾਤਾ ਸੀ? ਤੇ ਇਹਦਾ ਆਨਸਰ ਆਊਗਾ ਜੀ 86 ਅਮੈਂਡਮੈਂਟ, ਜਿਹੜੀ 2002 ਦੇ ਵਿੱਚ ਹੋਈ ਹੈ। ਤਾਂ ਇਹਦੇ ਤਹਿਤ ਆਰਟੀਕਲ ਨੰਬਰ 21A ਨੂੰ ਸਾਡੇ ਮੌਲਿਕ ਅਧਿਕਾਰਾਂ ਵਿੱਚ ਸ਼ਾਮਲ ਕੀਤਾ ਗਿਆ ਸੀਗਾ, ਤਾਂ ਹੁਣ ਸਾਡੇ ਇਹ ਫੰਡਾਮੈਂਟਲ ਡਿਊਟੀਜ਼, ਸਾਡੇ ਫੰਡਾਮੈਂਟਲ ਰਾਈਟਸ ਦੇ ਵਿੱਚ ਸ਼ਾਮਲ ਕੀਤਾ ਗਿਆ। 145 ਨੰਬਰ ਕੁਐਸਚਨ ਦੇਖ ਲੈਣੇ ਆ, ਭਾਰਤ ਦੀ ਵਿਦੇਸ਼ ਨੀਤੀ ਦੇ ਤੌਰ ਤੇ ਅਸਹਿਯੋਗ, ਜਿਹੜੀ ਨੌਨ ਲੀਗਲ ਮੂਵਮੈਂਟ ਸੀ ਜਿਹੜੀ ਸਾਡਾ, ਉਹਦਾ ਕੀ ਅਰਥ ਸੀ ਇੱਥੇ? ਨਿਰਪੱਖ, ਸਾਡੇ ਰਾਸ਼ਟਰੀ ਹਿੱਤਾਂ ਦੇ ਪੱਖ ਵਿੱਚ ਹਰੇਕ ਮੁੱਦੇ ਤੇ ਨਿਰਣਾ ਲੈਣਾ ਤੇ ਸੁਤੰਤਰਤਾ, ਸ਼ੀਤ ਯੁੱਧ ਦੌਰਾਨ ਤਿੰਨੇ ਖੰਡਾਂ ਨਾਲ ਬਰਾਬਰ ਦਾ ਫਾਸਲਾ, ਹੋਰਨਾਂ ਰਾਜਾਂ ਦੇ ਅੰਦਰੂਨੀ ਮਸਲਿਆਂ ਵਿੱਚ ਦਖਲ। ਦੇਖੋ ਇਹ ਵੀ ਨਹੀਂ ਆਉਂਦਾ, ਇਹ ਵੀ ਨਹੀਂ ਆਉਂਦਾ। ਸਾਡੇ ਰਾਸ਼ਟਰੀ ਹਿੱਤਾਂ ਦੇ ਪੱਖ ਵਿੱਚ ਹਰੇਕ ਮੁੱਦੇ ਤੇ ਨਿਰਣਾ ਲੈਣਾ ਤੇ ਸੁਤੰਤਰਤਾ, ਠੀਕ ਹੈ ਜੀ, ਮਤਲਬ ਅਸੀਂ ਇੰਡੀਪੈਂਡੈਂਟ ਤੌਰ ਤੇ ਅਸੀਂ ਆਪ ਫੈਸਲਾ ਕਰਾਂਗੇ, ਨਾ ਕਿ ਅਸੀਂ ਕਿਸੇ ਜਿਹੜੇ ਗੁੱਟ ਨੇ ਉਹਨਾਂ ਦੇ ਪ੍ਰਭਾਵ ਹੇਠ ਆ ਕੇ ਫੈਸਲਾ ਕਰਾਂਗੇ, ਠੀਕ ਹੈ। ਤੇ ਆਨਸਰ ਆ ਜਾਊਗਾ ਜੀ B ਆਨਸਰ। 46 ਨੰਬਰ 146 ਨੰਬਰ ਕੁਐਸਚਨ ਦੇਖ ਲੈਣੇ, ਸ਼ੀਤ ਯੁੱਧ ਵਾਲਾ ਅਮਰੀਕਾ ਦਾ ਪੱਖ ਮੌਲਿਕ ਰੂਪ ਵਿੱਚ ਸ਼ਾਮਲ ਸੀ, ਠੀਕ ਹੈ, ਤਾਂ ਅਮਰੀਕਾ ਦਾ ਪੱਖ ਮੌਲਿਕ ਰੂਪ ਦੇ ਵਿੱਚ ਕਿਹਦੇ ਪ੍ਰਤੀ ਸ਼ਾਮਲ ਸੀਗਾ? ਨਿਕਸਨ, ਮੋਨਰੋ ਜਾਂ ਫਿਰ ਮਾਸਕਲ ਜਾਂ ਫਿਰ ਟਰੂਮੈਨ। ਤੇ ਇਹਦਾ ਆਨਸਰ ਹੋਈ ਟਰੂਮੈਨ, ਅਮਰੀਕਾ ਦਾ ਰਾਸ਼ਟਰਪਤੀ ਹੋਏਗਾ ਹੈਰੀ ਟਰੂਮੈਨ, 1947 ਦੇ ਵਿੱਚ ਇਹਨੇ ਇੱਕ ਪਲਾਨ ਬਣਾਇਆ ਸੀਗਾ। ਤਾਂ ਇਹਦੇ ਤਹਿਤ ਕੀ ਸੀਗਾ ਵੀ ਜਿਹੜੇ ਵੀ ਅਮਰੀਕਾ ਦੇ ਨਾਲ ਸ਼ਾਮਲ ਹੋਣਗੇ ਦੇਸ਼, ਉਹਨਾਂ ਨੂੰ ਆਰਥਿਕ ਮਦਦ ਦਿੱਤੀ ਜਾਊਗੀ, ਤਾਂ ਇਹ ਟਰੂਮੈਨ ਦਾ ਪਲਾਨ ਸੀ ਇੱਕ। ਨੈਕਸਟ ਹੈ 147 ਨੰਬਰ ਕੁਐਸਚਨ, ਪੰਜਾਬ ਵਿੱਚ ਭੂਗੋਲਿਕ ਖੰਡਾਂ ਦੀ ਕੁੱਲ ਗਿਣਤੀ ਕਿੰਨੀ ਹੈ? ਤਾਂ ਇਹਦਾ ਆਨਸਰ ਹੋਊਗਾ ਜੀ 30। ਪੰਜਾਬ 'ਚ 3 ਭੂਗੋਲਿਕ ਖੰਡ ਨੇ, ਕਿਹੜੇ-ਕਿਹੜੇ ਨੇ? ਮਾਝਾ, ਮਾਲਵਾ ਤੇ ਦੁਆਬਾ। 148 ਨੰਬਰ ਕੁਐਸਚਨ ਦੇਖ ਲੈਣੇ, ਪੰਜਾਬ ਦੀ ਰਾਖਵੇਂ ਸੰਸਦੀ ਚੋਣ ਹਲਕਿਆਂ ਦੀ ਕੁੱਲ ਗਿਣਤੀ ਕਿੰਨੀ ਹੈ? ਟੋਟਲ ਦੇਖੋ ਚੋਣ ਹਲਕੇ ਕਿੰਨੇ ਨੇ ਪੰਜਾਬ ਦੇ ਵਿੱਚ? ਤਾਂ 13 ਨੇ ਲੋਕ ਸਭਾ, ਤੇ ਇਹਦੇ ਵਿੱਚੋਂ ਰਾਖਵੇਂ ਕੀਤੇ ਗਏ ਨੇ 4, ਤਾਂ 4 ਰਾਖਵੇਂ ਖੇਤਰ ਨੇ ਇਹਦੇ ਵਿੱਚੋਂ। ਨੈਕਸਟ ਹੈ ਜੀ 149 ਨੰਬਰ ਕੁਐਸਚਨ ਦੇਖ ਲੈਣੇ ਆਪਾਂ, ਤ੍ਰਿਪੁਰਾ ਦੇ ਵਿੱਚ ਜਿਹੜੀ ਸ਼ਾਸਕੀ ਪਾਰਟੀ ਹੈ, ਮਤਲਬ ਹੁਣ ਜਿਹੜੀ ਰਾਜ ਕਰ ਰਹੀ ਪਾਰਟੀ ਕਿਹੜੀ ਕਰ ਰਹੀ ਹੈ? ਤਾਂ ਉੱਥੇ ਰਾਜ ਕਰ ਰਹੀ ਹੈ BJP, ਠੀਕ ਹੈ। ਵਿਪਲਵ ਕੁਮਾਰ ਦੇਵ ਉੱਥੋਂ ਦਾ ਮੁੱਖ ਮੰਤਰੀ ਹੈਗਾ, ਠੀਕ ਹੈ, ਤਾਂ ਇਹਦਾ ਆਨਸਰ ਆਊਗਾ ਜੀ BJP। ਉਸ ਟਾਈਮ ਦਾ ਕੁਐਸਚਨ ਜਿਹੜਾ ਬਣਦਾ ਸੀ ਉਹ CPI-M ਸੀ ਇੱਥੇ, ਠੀਕ ਹੈ, ਤਾਂ ਕਮਿਊਨਿਸਟ ਪਾਰਟੀ ਮਾਰਕਸਵਾਦੀ ਦਾ ਰਾਜ ਸੀ ਉੱਥੇ। ਤਾਂ ਹੁਣ ਜਿਹੜਾ ਆਊਗਾ ਆਨਸਰ ਉਹਦਾ B ਆਊਗਾ, BJP ਉੱਥੇ ਰਾਜ ਕਰ ਰਹੀ ਹੈ। ਲਾਸਟ ਕੁਐਸਚਨ ਦੇਖ ਲੈਣੇ ਆਪਾਂ, 167 ਦੀਆਂ ਅਸੈਂਬਲੀ ਚੋਣਾਂ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਕੌਣ ਬਣਿਆ ਸੀ? ਤਾਂ 1967 ਦੇ ਵਿੱਚ ਜਦੋਂ ਇਲੈਕਸ਼ਨ ਹੋਈਆਂ ਸੀਗੀਆਂ, ਜਾਂ ਕਰੋ ਨਵੇਂ ਪੰਜਾਬ ਦੀ ਇਲੈਕਸ਼ਨ ਹੋਈ ਸੀ, ਤਾਂ ਉੱਥੇ ਜਿਹੜਾ ਮੁੱਖ ਮੰਤਰੀ ਬਣਿਆ ਸੀ ਤਾਂ ਉਹ ਬਣਿਆ ਸੀ ਜਸਟਿਸ ਗੁਰਨਾਮ ਸਿੰਘ, ਠੀਕ ਹੈ ਜੀ। ਜਸਟਿਸ ਗੁਰਨਾਮ ਸਿੰਘ ਜਿਹੜੇ ਸੀ ਪੰਜਾਬ ਦੇ ਮੁੱਖ ਮੰਤਰੀ ਬਣੇ ਸੀ, ਇਹ 1966 ਤੋਂ ਬਾਅਦ ਨਵੇਂ ਪੰਜਾਬ ਦੇ ਮੁੱਖ ਮੰਤਰੀ ਬਣੇ ਸੀ ਜਸਟਿਸ ਗੁਰਨਾਮ ਸਿੰਘ, ਠੀਕ ਹੈ ਜੀ। ਤਾਂ ਇਹ ਸੀ ਤੁਹਾਡੇ 150 ਕੁਐਸਚਨ ਲੈਕਚਰਾਂ ਦੇ, ਤੇ ਆਈ ਹੋਪ ਕਿ ਤੁਹਾਨੂੰ ਕਲਾਸ ਅੱਜ ਦੀ ਪਸੰਦ ਆਈ ਹੋਊਗੀ। ਤੁਹਾਡੇ ਲਈ ਕਾਫੀ ਬੈਨੀਫੀਸ਼ੀਅਲ ਕਲਾਸ ਹੈ ਇਹ। ਇਹਦੇ ਵਿੱਚੋਂ 2-3 ਚੀਜ਼ਾਂ ਦਾ ਧਿਆਨ ਰੱਖਣਾ ਆਪਾਂ। ਇੱਕ ਤਾਂ ਦੇਖੋ ਇੰਡੀਅਨ ਕੰਸਟੀਟਿਊਸ਼ਨ ਦੇ ਨਾਲ ਰਿਲੇਟਡ ਬਹੁਤ ਸਾਰੇ ਕੁਐਸਚਨ, ਮਤਲਬ ਮੈਨੂੰ ਲੱਗਦਾ ਵੀ ਲਗਭਗ 100 ਦੇ ਕਰੀਬ ਜਿਹੜੇ ਕੁਐਸਚਨ ਨੇ ਉਹ ਭਾਰਤੀ ਸੰਵਿਧਾਨ ਦੇ ਨਾਲ ਰਿਲੇਟਡ ਪੁੱਛੇ ਗਏ ਨੇਗੇ। 100 ਤੋਂ ਵੀ ਜ਼ਿਆਦਾ ਕੁਐਸਚਨ, 110 ਦੇ ਕਰੀਬ ਹੋਣੇ ਕੁਐਸਚਨ ਇਹ ਜਿਹੜੇ ਭਾਰਤੀ ਸੰਵਿਧਾਨ ਦੇ ਨਾਲ ਰਿਲੇਟਡ ਨੇ। ਬਾਕੀ ਜਿਹੜੇ ਕੁਐਸਚਨ ਹੋਰ ਸੈਕਿੰਡ ਨੰਬਰ ਤੇ ਆਪਾਂ ਰੱਖਦੇ ਉਹ ਰੱਖੇ ਨੇ ਪੁਸਤਕਾਂ ਦੇ ਬਾਰੇ, ਤਾਂ ਪੁਸਤਕਾਂ ਦੇ ਨਾਲ ਰਿਲੇਟਡ ਕੁਐਸਚਨ ਬਹੁਤ ਜ਼ਿਆਦਾ ਪੁੱਛੇ ਗਏ ਨੇ। ਇੱਕ ਤੀਸਰੇ ਨੰਬਰ ਤੇ ਆਉਂਦੇ ਕੋਟੇਸ਼ਨਸ। ਤਾਂ 3 ਚੀਜ਼ਾਂ ਦੇ ਆਲੇ ਦੁਆਲੇ ਪੇਪਰ ਘੁੰਮ ਰਿਹਾ ਤੁਹਾਡਾ ਇਹ, ਇੱਕ ਭਾਰਤੀ ਸੰਵਿਧਾਨ ਦੇ ਆਲੇ ਦੁਆਲੇ ਘੁੰਮ ਰਿਹਾ, ਇੱਕ ਪੁਸਤਕਾਂ ਦੇ ਆਲੇ ਦੁਆਲੇ ਘੁੰਮ ਰਿਹਾ, ਤੇ ਇੱਕ ਕੋਟੇਸ਼ਨਸ ਦੇ ਆਲੇ ਦੁਆਲੇ ਘੁੰਮ ਰਿਹਾ ਕੁਐਸਚਨ ਹੈ, ਠੀਕ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਫਿਰ ਕਲਾਸਿਸ ਦੇ ਲੈਕਚਰ ਤੇ ਮਾਸਟਰ ਕੇਡਰ ਦੀਆਂ ਸ਼ੁਰੂ ਕਰ ਰਹੇ ਹਾਂਗੇ, ਤੇ ਉਹਦੇ ਬਾਰੇ ਮੈਂ ਤੁਹਾਨੂੰ ਟਾਈਮ ਟੂ ਟਾਈਮ ਜਾਣਕਾਰੀ ਦਿੰਦਾ ਰਹੂੰਗਾ। ਤੇ ਅੱਜ ਦੀ ਕਲਾਸ ਦੇ ਬਾਰੇ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਕਲਾਸ ਤੁਹਾਨੂੰ ਅੱਜ ਦੀ ਇਹ। ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਆਪਣੇ ਦੋਸਤਾਂ ਤੱਕ ਪਹੁੰਚਾਇਓ ਤਾਂ ਕਿ ਕਿਸੇ ਨੂੰ ਫਾਇਦਾ ਹੋ ਸਕੇ ਇਸ ਕਲਾਸ ਦਾ। ਤੇ ਮਿਲਦੇ ਹਾਂ ਫਿਰ ਆਪਾਂ ਇੱਕ ਨਵੀਂ ਕਲਾਸ ਦੇ ਨਾਲ, ਤਦ ਤੱਕ ਲਈ ਬਾਏ, ਥੈਂਕ ਯੂ।